बिस्मिल्लाहिर्रहमानिर्रहीम। अस्सलाम वालेकुम एवरीवन। सज्जनों ते मित्रों, अज दा दिन एक बड़ा खुशी वाला दिन इस सिलसिले च है कि अज दा जेड़ा इंटरव्यू है पहला पंजाबी इंटरव्यू है। ते जेड़ी असी शख्सियत जिन्हों असी इनवाइट किया है वो भी एक ज़बरदस्त शख्सियत है, साढ़े पड़ोसी मुल्क हमसाया मुल्क तो है। और मैं इनवाइट करना चाहूँगा मिस्टर साधु सिंह सिखोन। तो साधु जी, जी आया नू, ਕੀ ਹਾਲ ਚਾਲ ਹੈ ਤੁਹਾਡੇ? ਥੈਂਕ ਯੂ ਜੀ, ਥੈਂਕ ਯੂ ਵਸੀਮ ਅਨਵਰ ਸਾਹਿਬ। ਤੁਸੀਂ ਮੈਨੂੰ ਅੱਜ ਇੱਥੇ ਪੰਜਾਬੀ ਵਿੱਚ ਪਹਿਲਾ ਇੰਟਰਵਿਊ ਔਨ ਪੈਸਿਵ ਦੇ ਵਿੱਚ ਕਰਨ ਵਾਸਤੇ ਬੁਲਾਇਆ ਆ। ਇਹਦੇ ਵਾਸਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਸਰ ਤੁਹਾਡਾ ਸ਼ੁਕਰੀਆ। ਤੁਸੀਂ ਜਨਾਬ ਸਾਡੀ ਮੇਰੀ ਇਨਵੀਟੇਸ਼ਨ ਤੇ ਮੈਨੂੰ ਪਤਾ ਹੈ ਤੁਹਾਡੀ ਜ਼ਰਾ ਸਕੇਜੂਲ ਕਾਫੀ ਬਿਜ਼ੀ ਹੈ ਤੇ ਟਾਈਟ ਹੈ। ਬਾਕੀ ਤੁਹਾਡੇ ਜਿਸ ਜਗ੍ਹਾ ਤੁਸੀਂ ਹੋ ਉਧਰ ਇੰਟਰਨੈਟ ਦੇ ਵੀ ਕਾਫੀ ਇਸ਼ੂ ਹੈ और मैनू पता है कि इंटरव्यू ऐसे तुसी किस तरह मैनेज किया है। ਤੁਹਾਡਾ शुक्रिया कि तुसी मेरी इनविटेशन ते आए। और मैनू बड़े मेरे लिए ये ऑनर की गल है कि तुसी मेरे पहले इंटरव्यू मैं ਤੁਹਾਡੇ ਕੋਲ ਲੈ ਰਿਹਾ। ਤੇ ਬਾਕੀ ਇਹ ਕਿ ਬਕਾਇਦਾ ਮੇਰੇ ਖਿਆਲ ਤੁਸੀਂ ਵੈਬਿਨਾਰ ਵਿੱਚ ਵੀ ਆਏ ਹੋ, ਲੇਕਿਨ ਕੁਝ ਮਸਰੂਫੀਅਤ ਤੁਹਾਡੀ ਇਸ ਤਰ੍ਹਾਂ ਦੀ ਰਹੀਆਂ ਕਿ ਅਸੀਂ ਕੁਝ ਆਰਾਮ ਨਾਲ ਗੱਲ ਨਹੀਂ ਕਰ ਸਕੇ ਆਪਸ ਵਿੱਚ। ਜੀ ਤੇ ਜੀ ਅੱਜ ਦਾ ਮੌਕਾ ਸਾਡੇ ਵਾਸਤੇ ਹੈ, ਅਸੀਂ ਤੁਹਾਨੂੰ ਜਾਣਾਂਗੇ। ਤੇ ਸਭ ਤੋਂ ਪਹਿਲੇ ਸਾਧੂ ਜੀ, ਅਸੀਂ ਕੁਝ ਸਵਾਲ ਜਵਾਬ ਕੀ ਕਰਨੇ, ਅਸੀਂ ਔਨ ਪੈਸਿਵ ਦੇ ਤੇ ਤੁਹਾਡੇ ਬਾਰੇ ਚ ਥੋੜੀ ਸੀ ਡਿਸਕਸ਼ਨ ਕਰਾਂਗੇ। ਤੇ ਪਹਿਲਾ ਮੇਰਾ ਜੋ ਸਵਾਲ ਹੈ ਕਿ ਸਭ ਤੋਂ ਪਹਿਲੇ ਮੈਂ ਚਾਹੁੰਦਾ ਤੁਸੀਂ ਆਪਣਾ ਇੰਟਰੋਡਕਸ਼ਨ ਕਰਾਓ ਡਿਟੇਲ ਨਾਲ। ਤੇ ਇਹ ਤੇ ਮੈਂ ਦੱਸਦਾ ਤੁਹਾਡਾ ਤਾਲੁਕ ਇੰਡੀਆ ਤੋਂ ਹੈ ਤੇ ਕਿਹੜੇ ਸ਼ਹਿਰ ਨਾਲ ਹੈ, ਤੇ ਤੁਸੀਂ ਔਨ ਪੈਸਿਵ ਤੋਂ ਪਹਿਲੇ ਤੁਹਾਡਾ ਪ੍ਰੋਫੈਸ਼ਨ ਕੀ ਸੀ, ਤੇ ਔਨ ਪੈਸਿਵ ਤੋਂ ਪਹਿਲੇ ਵਾਲਾ ਸਫ਼ਰ ਜਿਹੜਾ ਤੁਸੀਂ ਔਨ ਪੈਸਿਵ ਜੁਆਇਨ ਹੋਣ ਤੋਂ ਪਹਿਲੇ ਉਹ ਦੱਸੋ ਤੁਸੀਂ ਕੀ ਕਰਦੇ ਹੋ ਔਨ ਪੈਸਿਵ ਤੋਂ ਇਲਾਵਾ। ਜੀ ਜੀ ਅਨਵਰ ਜੀ, ਮੇਰਾ ਨਾਮ ਸਾਧੂ ਸਿੰਘ ਸੇਖੋਂ। ਮੈਂ ਇੰਡੀਆ ਦੇ ਰਾਜਸਥਾਨ ਸਟੇਟ ਤੋਂ ਗੰਗਾਨਗਰ ਡਿਸਟ੍ਰਿਕਟ ਦੇ ਇੱਕ ਟਾਊਨ ਹੈ ਛੋਟਾ ਜਿਹਾ ਅਨੂਪਗੜ੍ਹ, ਜਿਹੜਾ ਕਿ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੋਂ 20 ਕਿਲੋਮੀਟਰ ਦੂਰ ਹੈ। ਮੈਂ ਉੱਥੋਂ ਦਾ ਇੱਕ ਸਮਾਲ ਵਿਲੇਜ ਹੈ, ਇੱਕ ਰਿਮੋਟ ਵਿਲੇਜ ਦਾ ਰਹਿਣ ਵਾਲਾ ਬੰਦਾ ਹਾਂ। ਤੇ ਤੁਸੀਂ ਮੈਨੂੰ ਪੁੱਛਿਆ ਵੀ ਮੈਂ ਪਹਿਲਾਂ ਦੀ ਸਾਰੀ ਜ਼ਿੰਦਗੀ ਮੈਂ ਦੱਸਾਂ। ਮੈਂ ਪੋਸਟ ਗ੍ਰੈਜੂਏਟ ਹਾਂ ਤੇ ਮੈਂ 20 ਸਾਲ ਆਰਮੀ 'ਚ ਜੋਬ ਕੀਤਾ, ਇੰਡੀਅਨ ਆਰਮੀ ਦੇ ਵਿੱਚ। ਕੀ ਬਾਤ ਹੈ। ਤੇ ਮੈਨੂੰ ਹੁਣ ਰਿਟਾਇਰ ਹੋਏ ਨੂੰ 22 ਸਾਲ ਹੋ ਗਏ। ਤੇ ਹਾਂਜੀ, ਮੈਰਿਡ ਹਾਂ, 2 ਬੱਚੇ ਹੈ। ਬੇਟੀਆ ਮੇਰੀ ਕੈਨੇਡਾ ਵਿੱਚ PR ਹੈ, ਬੇਟਾ ਮੇਰਾ ਇੱਥੇ ਹੀ ਹੈ 22 ਇਅਰਸ ਦਾ। ਤੇ ਬੜੀ ਅੱਛੀ ਫੈਮਿਲੀ ਬੜੀ ਚੱਲ ਰਹੀ ਹੈ। ਥੋੜਾ ਮੈਂ ਸਰਵਿਸ ਕਰਨ ਤੋਂ ਬਾਅਦ ਦੇ ਵਿੱਚ ਜੋ ਰਿਟਾਇਰ ਹੋਇਆ 2000 ਚ ਮੈਂ ਰਿਟਾਇਰ ਹੋਇਆ ਸੀ, ਸਨ 2031 ਅਕਤੂਬਰ 2000। ਉਸ ਤੋਂ ਬਾਅਦ ਫਿਰ ਮੈਂ ਕੁਝ ਕੰਟਰੀਆਂ 'ਚ ਵਿਜ਼ਿਟ ਕਰਕੇ ਆਇਆ ਫॉर द ਬਿਜ਼ਨਸ ਪਰਪਸ। ਖਾਸ ਕਰਕੇ ਅਫਰੀਕਨ ਕੰਟਰੀ ਵਿੱਚ ਗਿਆ ਸੀਗਾ ਤੇ ਕਿ ਉੱਥੇ ਟੂ ਜਸਟ ਐਕਸਪਲੋਰ ਐਗਰੀਕਲਚਰ ਬਿਜ਼ਨਸ, ਕਿ ਐਗਰੀਕਲਚਰ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਉੱਥੇ ਬੜੀ ਉੱਥੇ ਅਪੋਰਚੁਨਿਟੀ ਸਾਨੂੰ ਮਿਲੀਆਂ ਤੇ ਕੁਝ ਕੰਮ ਉੱਥੇ ਮੈਂ ਕੀਤਾ। ਤੇ ਉਸ ਤੋਂ ਪਹਿਲਾਂ ਵੀ ਮੈਂ ਇਹ ਦੱਸਾਂ ਕਿ ਮੈਂ ਥੋੜਾ ਮੇਰਾ MLM ਦੇ ਨਾਲ ਵੀ ਮੇਰਾ ਨਾਤਾ ਰਿਹਾ ਹੈ। ਸਨ 2000 ਤੋਂ ਹੀ ਲੈ ਕੇ 22 ਸਾਲ ਹੋ ਗਏ ਅੱਜ MLM ਦੇ ਵਿੱਚ ਮੈਂ ਕੰਮ ਕੀਤਾ ਕਈ ਕੰਪਨੀਆਂ ਦੇ ਵਿੱਚ। ਤੇ MLM ਤੋਂ ਕੰਮ ਕਰਦੇ ਕਰਦੇ ਕੋਈ ਜ਼ਿਆਦਾ ਅਚੀਵਮੈਂਟ ਨਹੀਂ ਹੋਇਆ। ਔਨ ਪੈਸਿਵ ਜੁਆਇਨ ਕੀਤੀ ਆ ਹੁਣ, ਇਹਦਾ ਮੈਂ ਤੁਹਾਨੂੰ ਇਤਿਹਾਸ ਦੱਸਾਂਗਾ ਕਿ ਲੇਕਿਨ ਬਾਕੀ ਜਿਹੜੀ MLM ਮੈਂ ਕੀਤੀਆਂ ਉਹਦੇ ਵਿੱਚ ਸਿੱਖਿਆ ਬਹੁਤ ਹੈ ਬਟ ਅਰਨਿੰਗ ਨਹੀਂ ਹੋਈ। ਸ਼ਾਇਦ ਉਹ ਅਰਨਿੰਗ ਜੋ ਸਿੱਖਿਆ ਸੀ, ਜੋ ਉੱਥੇ ਲਰਨਿੰਗ ਕੀਤੀ ਹੈ, ਸ਼ਾਇਦ ਉਹਨੂੰ ਆਪਾਂ ਇਨਕੈਸ਼ ਕਰ ਸਕੀਏ ਔਨ ਪੈਸਿਵ ਦੇ ਵਿੱਚ। ਬਿਲਕੁਲ 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 ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਸਾਧੂ ਜੀ। ਐਕਚੁਅਲੀ ਇਹਦੀ ਤੁਹਾਡੇ ਫੇਲ ਹੋਣ ਦੀ ਵਜ੍ਹਾ ਵੀ ਇਹ ਰਹੀ ਹੈ ਕਿ ਉਹ ਬਿਜ਼ਨਸ ਮਾਡਲ ਇੰਨੇ ਚੰਗੇ ਨਹੀਂ ਸੀ। ਕਰੈਕਟ। ਤੇ ਅਗਰ ਔਨ ਪੈਸਿਵ ਨਾਲ ਕੰਪੇਅਰ ਕੀਤਾ ਜਾਵੇ, ਔਨ ਪੈਸਿਵ ਦਾ ਬਿਜ਼ਨਸ ਮਾਡਲ ਇੰਨਾ ਸੋਹਣਾ ਹੈ ਕਿ ਉਹ तमाम ਬਿਜ਼ਨਸ ਮਾਡਲ ਦੇ ਜਿਹੜੇ ਪਿਛਲੇ ਉਹਨਾਂ ਦੀ ਨਫੀ ਕਰਦਾ। ਤੇ ਬਾਕੀ ਇਹ ਇਤਫਾਕ ਦੀ ਗੱਲ ਹੈ ਕਿ ਇਸ ਤੋਂ ਪਹਿਲੇ ਵੀ ਮੈਂ ਇੰਟਰਵਿਊ ਲਿੱਤੇ ਤੇ ਮੋਸਟਲੀ ਜਿਹੜੇ ਮੈਜੋਰਿਟੀ ਜਿਹੜੇ ਮੇਰੇ ਫਾਊਂਡਰਸ ਨੇ ਉਹ ਉਹਨਾਂ ਦਾ ਤਾਲੁਕ ਆਰਮੀ ਨਾਲ ਰਿਹਾ। ਮੇਰੇ ਫਾਦਰ ਆਪ 에ਅਰ ਫੋਰਸ ਤੋਂ ਰਿਟਾਇਰਡ ਨੇ, तो इस वेले मैं भी एक आर्मी दे एरिया च रह रहा। तो यानी रिलेशन है। सैकेंडली मैं मिस्टर जैफरी मॉरलॉक का इंटरव्यू लिता, अगर तुम सुनिया हो, वो भी रिटायर्ड आर्मी तो ने। और मैं सुनिया कि मिस्टर रेडफर्न भी आर्मी तो रिटायर्ड ने। तो काफी लोग ने, मैंने लगता है कि ऑन पैसिव जी है जी फोर्सेस वाले उन्होंने ज्यादा समझ आई है। करेक्ट, बिल्कुल सही है। ਤੇ ਕਿਉਂਕਿ ਉਹ ਜਿਹੜੇ ਲੋਕ ਨੇ ਉਹ ਆਰਮੀ ਦੇ ਵਿੱਚ ਲੈ ਕੇ ਸਟਰਗਲ ਕਰਨਾ ਸਿੱਖ ਲੈਂਦੇ ਆ।
ਬਿਲਕੁਲ ਬਿਲਕੁਲ ਐਗਜ਼ੈਕਟਲੀ ਜੀ ਐਗਜ਼ੈਕਟਲੀ। ਤੇ ਜ਼ਬਰਦਸਤ। ਅੱਛਾ ਤੁਸੀਂ ਇਹ ਦੱਸੋ ਕਿ ਔਨ ਪੈਸਿਵ ਦਾ ਤੁਹਾਡਾ ਜਰਨੀ ਜਿਹੜਾ ਹੈ, ਤੁਸੀਂ ਕਿਵੇਂ ਜੁਆਇਨ ਕੀਤੀ, ਕਦੋਂ ਜੁਆਇਨ ਕੀਤੀ, ਤੇ ਤੁਸੀਂ ਇਹ ਤਾਂ ਦੱਸਿਆ ਤੁਸੀਂ ਐਮਐਲਐਮ ਪਹਿਲੇ ਕਰਦੇ ਰਹੇ ਹੋ, ਤਾਂ ਔਨ ਪੈਸਿਵ ਤੁਹਾਨੂੰ ਇਨਵੀਟੇਸ਼ਨ ਕਿਸ ਤਰ੍ਹਾਂ ਮਿਲੀ, ਉਹ ਜਰਾ ਸਟੋਰੀ ਦੱਸੋ ਸਰ। ਤੇ ਜੀ ਦੂਸਰਾ ਇਹ ਦੇਖੋ ਕਿ ਜੀ, ਮੈਂ ਜੀ ਜੀ ਪਹਿਲੇ ਮੇਰੀ ਹਾਂਜੀ ਅਨਵਰ ਜੀ, ਮੇਰੀ ਜਿਹੜੀ ਔਨ ਪੈਸਿਵ ਜੁਆਇਨਿੰਗ ਦੀ ਸਟੋਰੀ ਹੈ ਉਹ ਇੱਕ ਯੂਨੀਕ ਸਟੋਰੀ ਹੈ। ਅੱਛਾ ਯੂਨੀਕ, ਕਿਸੇ ਦੇ ਵੀ ਔਨ ਪੈਸਿਵ ਦੇ 14.5 ਲੱਖ ਤੋਂ ਉੱਪਰ ਆਪਾਂ ਬੰਦੇ ਜੁਆਇਨ ਕਰ ਚੁੱਕੇ ਹਾਂ ਫਾਊਂਡਰਸ, ਉਹਨਾਂ ਦੀ ਸਟੋਰੀ ਉਹ ਜੀ ਨਹੀਂ ਜੋ ਮੇਰੀ ਹੈ। ਮੈਂ ਇਸ ਕਰਕੇ ਹੁਣ ਡਿਸਕਲੋਜ਼ ਕਰਾਂਗਾ। ਜੀ 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 ਸ਼ੋਰ ਸ਼ੋਰ 24 ਅਪ੍ਰੈਲ 24 ਅਪ੍ਰੈਲ 2019 ਨੂੰ ਮੈਨੂੰ ਇੱਕ ਈਮੇਲ ਆਉਂਦਾ ਹੈ, ਕਿਉਂਕਿ ਮੈਂ ਇੱਕ ਇਹੋ ਜਿਹਾ ਸ਼ਖਸ ਸੀਗਾ ਇੰਡੀਆ ਦੇ ਵਿੱਚ 1998 ਚ ਮੇਰਾ ਈਮੇਲ ਬਣਾ ਲਿਆ ਸੀ ਮੈਂ, ਤੇ ਮੈਨੂੰ ਪਤਾ ਹੈ, ਮੈਨੂੰ ਲੱਗਦਾ ਵੀ ਮੇਰਾ ਈਮੇਲ ਸਾਰੀ ਦੁਨੀਆ ਨੂੰ ਪਤਾ ਹੈ। ਅੱਛਾ ਆਈ ਡੋਂਟ ਨੋ ਕਿ ਮੈਨੂੰ ਨਹੀਂ ਪਤਾ ਕਿ ਔਨ ਪੈਸਿਵ ਨੂੰ ਮੇਰਾ ਈਮੇਲ ਕਿੱਥੋਂ ਮਿਲਿਆ। ਤੇ ਔਨ ਪੈਸਿਵ ਦਾ ਓਪੀ ਐਡਮਿਨ ਔਨ ਪੈਸਿਵ ਐਡਮਿਨ ਦੀ ਤਰਫੋਂ ਮੈਨੂੰ ਇੱਕ ਈਮੇਲ ਆਉਂਦਾ ਹੈ 24 ਅਪ੍ਰੈਲ 2019। ਅੱਛਾ ਮੈਂ ਉਹਦੇ ਕੰਟੈਂਟ ਪੜ੍ਹੇ, ਉਹ ਮੈਨੂੰ ਬੜੇ ਚੰਗੇ ਲੱਗੇ, ਬੜੇ, ਮੈਂ ਕਿਹਾ ਵੀ ਇਹੋ ਜਿਹਾ ਕੁਝ ਕੰਮ ਕਰਨ ਵਾਲਾ ਹੋ ਰਿਹਾ, ਕੋਈ ਕੰਪਨੀ ਆ ਰਹੀ ਹੈ। ਤਾਂ ਓਕੇ, ਮੈਂ ਉਹਦਾ ਲਿੰਕ ਕਲਿੱਕ ਕਰਕੇ ਤੇ ਮੈਂ ਰਜਿਸਟਰ ਕਰ ਲਿਆ। ਰਜਿਸਟਰ ਕਰਕੇ ਮੈਂ ਪੈਸੇ ਨਹੀਂ ਦਿੱਤੇ, ਮੈਂ ਛੱਡ ਦਿੱਤਾ। ਕੁਛ ਮੇਰੀ ਮੈਮਰੀ ਕੁਛ ਇਸ ਤਰ੍ਹਾਂ ਦੀ ਹੋ ਗਈ ਹੈ, ਮੈਂ ਬਾਅਦ 'ਚ ਧਿਆਨ ਦੇਣਾ ਬੰਦ ਕਰ ਦਿੱਤਾ। ਉਹਦੇ ਈਮੇਲ ਆਉਂਦੇ ਸੀ, ਬਟ ਆਈ ਨੈਵਰ ਪੇਡ ਐਨੀ ਅਟੈਂਸ਼ਨ, ਮੈਂ ਕੋਈ ਧਿਆਨ ਦਿੱਤਾ ਨਹੀਂ। ਤੇ ਕਰਦੇ ਇਹ ਵਕਤ ਸਵਾ ਸਾਲ ਲੰਘ ਗਿਆ। ਸਵਾ ਸਾਲ ਤੋਂ ਬਾਅਦ ਅਗਰ ਸਵਾ ਸਾਲ 24 ਅਪ੍ਰੈਲ 2019 ਵਿੱਚ ਜੋੜੀਏ, ਦੈਨ ਜੁਲਾਈ 2020 ਦੀ ਗੱਲ ਹੈ। 20 ਜੁਲਾਈ 2020 ਮੇਰਾ ਇੱਕ ਫਰੈਂਡ ਸੀ ਕੈਨੇਡਾ, ਅਸੀਂ ਵਟਸਐਪ ਤੇ ਗੱਲਾਂ ਕਰ ਰਹੇ ਸੀਗੇ, ਫੋਨ ਲਾਇਆ, ਫੋਨ ਤੇ ਗੱਲ ਕਰ ਰਹੇ ਸੀ। ਉਹ ਗੱਲਾਂ ਕਰਦੇ ਨੇ ਕਈ ਹੋਰ ਇਸ਼ੂ ਡਿਸਕਸ ਕੀਤੇ। ਫਿਰ ਮੈਨੂੰ ਕਹਿੰਦਾ, ਯਾਰ ਸੇਖੋ ਸਾਹਿਬ, ਇੱਕ ਇਹੋ ਜਿਹੀ ਕੰਪਨੀ ਆ ਰਹੀ ਹੈ ਜਿਹੜੀ ਪੂਰੀ ਦੁਨੀਆ ਦਾ ਚਿਹਰਾ ਬਦਲੀ ਕਰ ਦੇਗੀ, ਬਹੁਤ ਲੋਕਾਂ ਦਾ ਭਲਾ ਹੋਏਗਾ, ਬੜਾ ਪੈਸਾ ਮਿਲੇਗਾ, ਤੇ ਉਹ ਬੜਾ ਹੰਗਾਮਾ ਮੱਚੇਗਾ 2 ਮਹੀਨਿਆਂ ਬਾਅਦ ਵਿੱਚ। ਅਗਰ ਤੂੰ ਮੈਨੂੰ ਸੱਚਾ ਸਿੱਖ ਸਮਝਦਾ ਹੈ ਤੇ ਤੂੰ ਮੈਨੂੰ ਯਾਦ ਰੱਖੇਗਾ ਪੂਰੀ ਜ਼ਿੰਦਗੀ ਦੇ ਵਿੱਚ, ਤੂੰ ਉਹ ਬਿਜ਼ਨਸ ਜੁਆਇਨ ਕਰ ਲੈ, $97 ਫੀਸ ਲੱਗਣੀ ਹੈ। ਮੈਂ ਕਿਹਾ ਯਾਰ ਕੀ ਬਲਾ ਹੈ, ਕੀ ਦੱਸ ਕੀ ਹੈ ਕੀ ਉਹ ਕਹਿੰਦੇ ਤੁਸੀਂ ਮੇਰਾ WhatsApp ਚੈੱਕ ਕਰੋ। ਤਾਂ ਜਦੋਂ ਸਾਡਾ ਡਿਸਕਸ਼ਨ ਟਾਕ ਖਤਮ ਹੋਈ, ਮੈਂ ਉਹਨਾਂ ਦਾ WhatsApp ਚੈੱਕ ਕੀਤਾ, ਤੇ ਉੱਥੇ ਜਿਹੜਾ ਲਿੰਕ ਸੀ ਮੈਂ ਜਦੋਂ ਕਲਿੱਕ ਕੀਤਾ ਤੇ ਉੱਥੇ ਮੈਸੇਜ ਫਲੈਸ਼ ਹੋਇਆ ਕਿ ਯੂ ਆਰ ਆਲਰੇਡੀ ਰਜਿਸਟਰਡ, ਪੇ $97। ਮੈਂ ਮੇਰਾ ਕ੍ਰੈਡਿਟ ਕਾਰਡ ਕੱਢਿਆ ਤੇ ਮੈਂ $97 ਪੇ ਕਰ ਦਿੱਤੇ। ਤੇ ਸਿਸਟਮ ਨੇ, ਇਹ ਗੱਲ ਹੈਗੀ 20 ਜੁਲਾਈ 2020 ਦੀ, ਲੇਕਿਨ ਸਿਸਟਮ ਨੇ ਚੱਕ ਕੇ ਮੈਨੂੰ ਡੇਟ 24 ਅਪ੍ਰੈਲ 2019 ਦਿੱਤੀ ਹੈ। ਜ਼ਬਰਦਸਤ। ਇਹ ਮੇਰੀ ਜੁਆਇਨਿੰਗ ਦੀ ਸਟੋਰੀ ਸੀ। ਉਸ ਤੋਂ ਬਾਅਦ ਕੀ ਹੁੰਦਾ, ਮੈਂ ਫਿਰ ਐਕਟਿਵ ਨਹੀਂ ਹੁੰਦਾ, ਮੈਂ ਬੈਠਾ ਰਹਿਣਾ। 2 ਮਹੀਨੇ ਵਕਤ ਲੰਘ ਗਿਆ। ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਅਕਤੂਬਰ 2020 ਦੇ ਵਿੱਚ ਕਿ ਯਾਰ ਤਾਂ ਮੀਟਿੰਗਾਂ ਹੋ ਰਹੀਆਂ ਆਲ ਓਵਰ ਇਨ ਦਾ ਵਰਲਡ, ਮੀਟਿੰਗਸ ਆਰ ਬੀਇੰਗ ਕੰਡਕਟਡ, ਸਾਰੀਆਂ ਮੀਟਿੰਗਾਂ ਹੋ ਰਹੀਆਂ। ਸ਼ੁਕਲਾ KD ਸ਼ੁਕਲਾ ਮਸ਼ਹੂਰ ਸੀ ਉਹਨਾਂ ਦਿਨਾਂ ਵਿੱਚ, ਬੜੀ ਮੀਟਿੰਗ ਲੈਂਦਾ ਸੀ ਡੇਲੀ ਬੇਸਿਸ ਤੇ। ਉਹ ਮੈਂ ਮੀਟਿੰਗ ਅਟੈਂਡ ਕੀਤੀ, 2-4 ਮੀਟਿੰਗ ਅਟੈਂਡ ਕੀਤੀਆਂ, ਤੇ ਆਈ ਗੋਟ ਦਾ ਇਨ ਡੈਪਥ ਨੌਲੇਜ ਮੈਨੂੰ ਮਿਲਿਆ ਕੰਪਨੀ ਦਾ ਕਿ ਕੀ ਹੈ ਕੰਪਨੀ। ਫਿਰ ਮੈਂ ਕਿਹਾ ਹੈ ਕੁਝ ਕਰਨਾ ਚਾਹੀਦਾ। ਮੈਂ ਦਿੱਲੀ ਟਰੈਵਲਿੰਗ ਕਰ ਰਿਹਾ ਸੀ, ਤੇ ਵਾਪਸ ਜਦੋਂ ਆਇਆ ਤੇ ਬੱਸ ਦੇ ਵਿੱਚ ਮੇਰੀ ਸੀਟ ਰਿਜ਼ਰਵ ਸੀ, ਜਿਹੜੀ ਉੱਥੇ 2 ਸੀਟਾਂ ਸੀ ਇਕੱਠੀਆਂ। ਉਹਦੇ 'ਚ ਇੱਕ ਮੈਂ ਸੀ, ਇੱਕ ਬੰਦਾ ਆਰਮੀ ਦਾ, 에ਅਰਫੋਰਸ ਦਾ ਸੀ ਲੜਕਾ, ਬਿਹਾਰ ਤੋਂ, ਉਹ ਮੇਰੇ ਨਾਲ ਹੀ ਸੀਗਾ। ਉਹਨੂੰ ਮੈਂ ਕਿਹਾ, ਉਹ ਬੰਦਾ ਕੋਈ ਪਤਾ ਨਹੀਂ ਕਿੰਨਾ ਪੋਜ਼ਿਟਿਵ ਬੰਦਾ ਹੋਏਗਾ, ਉਹਨੇ ਮੈਨੂੰ ਇੱਕ ਸਵਾਲ ਨਹੀਂ ਕੀਤਾ। ਕਹਿੰਦਾ ਸਰ ਕਿਆ ਹੈ, ਮੈਂ ਉਹਨੂੰ ਲਿੰਕ ਭੇਜਦਾ। ਉਹਨੇ ਮੇਰੇ ਸਾਹਮਣੇ ਫੋਨ ਚੱਕਿਆ ਤੇ ਲਿੰਕ ਕਲਿੱਕ ਕੀਤਾ। ਕਲਿੱਕ ਕਰਕੇ ਕਹਿੰਦਾ ਅਭੀ, ਮੈਂ ਕਿਹਾ ਸਾਰੀ ਡਿਟੇਲ ਭਰ। ਉਹਨੇ ਸਾਰੀ ਡਿਟੇਲ ਭਰੀ, ਲਾਸਟ ਦੇ ਵਿੱਚ ਓਕੇ ਹੋ ਗਿਆ। ਉਹ ਜਦੋਂ ਮੈਸੇਜ ਫਲੈਸ਼ ਹੋਇਆ ਪੇ $97, ਉਹਨੇ ਆਪਦਾ ਕਾਰਡ ਕੱਢਿਆ, $97 ਪੇਮੈਂਟ ਕਰ ਦਿੱਤੇ। ਹੀ ਵਾਜ਼ ਮਾਈ ਫਸਟ ਡਾਊਨਲਾਈਨ। ਜ਼ਬਰਦਸਤ ਜ਼ਬਰਦਸਤ। ਮੇਰੀ ਫਸਟ ਡਾਊਨਲਾਈਨ ਬਣਿਆ। ਉਸ ਤੋਂ ਬਾਅਦ ਉਹਨੇ 10 ਦਿਨਾਂ ਦੇ ਵਿੱਚ ਉਸ ਇਨਸਾਨ ਨੇ 10 ਬੰਦੇ ਜੋੜ ਦਿੱਤੇ। ਅੱਛਾ ਫਿਰ ਹਾਂਜੀ, ਮੈਂ ਕਿਹਾ ਯਾਰ ਇਹ ਬੰਦਾ ਤਾਂ ਬੜਾ ਐਡਵਾਂਸ ਕੰਮ ਕਰ ਰਿਹਾ ਹੈ। ਫਿਰ ਮੈਂ ਜਾਗਿਆ, ਫਿਰ ਮੈਂ ਫਿਰ ਮੈਂ ਟੀਮ ਬਣਾਉਣੀ ਸ਼ੁਰੂ ਕੀਤੀ। ਫਿਰ ਮੈਂ ਥੋੜਾ ਸੋਚਿਆ ਵੀ ਕੁਝ ਮੈਸੇਜ ਇੱਧਰ ਲੋਕਾਂ ਨੂੰ, ਯਾਰਾਂ ਮਿੱਤਰ ਦੋਸਤਾਂ ਨਾਲ ਮੈਂ ਗੱਲ ਕੀਤੀ, ਤੇ ਉਹ ਕਰਦੇ ਫਿਰ ਸਾਡੀ ਵੀ ਟੀਮ ਬਣਦੀ ਗਈ। ਫਿਰ ਮੀਟਿੰਗਾਂ ਅਟੈਂਡ ਕਰਦੇ ਗਏ, ਸਪੈਸ਼ਲੀ ਐਸ਼ ਦੀਆਂ ਮੀਟਿੰਗਾਂ ਅਟੈਂਡ ਕੀਤੀਆਂ ਜਦੋਂ। ਫਿਰ ਉਹਦਾ ਹੋਰ ਇਨ ਡੈਪਥ ਨੌਲੇਜ ਮਿਲਿਆ ਵੀ ਕੰਪਨੀ ਕਿੰਨੀ ਵਾਸਟ ਹੈ ਤੇ ਕਿੰਨੀ ਵੱਡੀ ਹੈ, ਉਹਦਾ ਪਤਾ ਲੱਗਿਆ, ਤੇ ਇੱਕ ਅਲੱਗ ਪ੍ਰਕਾਰ ਦੀ ਫੀਲਿੰਗ ਹੋਈ ਉਹਦੀ। ਇਹ ਮੇਰੀ ਜਿਹੜੀ ਸਟੋਰੀ ਹੈ ਤੁਹਾਨੂੰ ਮੈਂ ਦੱਸੀ ਹੈ ਔਨ ਪੈਸਿਵ ਜੁਆਇਨਿੰਗ ਦੀ। ਇਹ ਤੇ ਬੜੀ ਜ਼ਬਰਦਸਤ ਸਟੋਰੀ ਤੇ ਯੂਨੀਕ ਸਟੋਰੀ ਹੈ। ਇਹ ਸਟੋਰੀ ਮੈਂ ਪਹਿਲੇ ਕਿਸੇ ਤੋਂ ਨਹੀਂ ਸੁਣੀ। ਹਾਂ, ਇੱਕ ਮੈਂ ਹੋਰ ਦੱਸ ਦਵਾਂ, ਮੇਰਾ ਕੋਈ ਸਪਾਂਸਰ ਨਹੀਂ ਹੈ, ਕੋਈ ਮੇਰਾ ਸਪਾਂਸਰ ਨਹੀਂ ਵਰਲਡ के अंदर। मेरा स्पॉन्सर ऑन पैसिव एडमिन है।
ਅੱਛਾ, ਹੋ ਸਕਦਾ ਹੈ ਉਹ ਤੁਸੀਂ ਗੱਲ ਕਰ ਰਹੇ ਹੋ ਕਿਸੇ ਨੇ ਉसी उसी ऑन पैसिव एडमिन किसी ने आईडी बनाया हुए, ਇਹ ਵੀ ਤਾਂ ਹੋ ਸਕਦਾ ਨਾ ਤੇ ਉਸ ਉਹ ਨਾਲ। ਜਿਹੜੀ ਫੋਟੋ ਮੈਨੂੰ ਭੇਜੀ ਗਈ ਹੈ, ਉਹ ਬੰਦਾ ਤਰਦਾ ਪਾਣੀ ਵਿੱਚ ਨਜ਼ਰ ਜਾ ਰਿਹਾ ਇਸ ਤਰ੍ਹਾਂ। ਉਹ ਔਨ ਪੈਸਿਵ ਦੀ ਮੈਂ ਸਾਈਟ ਤੇ ਦੇਖਿਆ ਜਾ ਕੇ, ਉਹ ਬੰਦਾ ਉੱਥੇ ਸੀਗਾ। ਤੇ ਫਿਰ ਮੈਂ ਉਹਨੂੰ ਆਈ ਟ੍ਰਾਈਡ ਮਾਈ ਬੈਸਟ ਟੂ ਹੂ ਇਜ਼ ਮਾਈ ਫਾਊਂਡਰ, ਮੈਂ ਉਹਨੂੰ ਮੇਲ ਲਿਖਿਆ, ਉਹਨੂੰ ਮੈਂ WhatsApp ਤੇ ਮੈਸੇਜ ਕੀਤਾ, ਨੋਬਡੀ ਰਿਪਲਾਈਡ ਮੀ। ਫਿਰ ਮੈਂ ਇੱਕ ਦਿਨ ਕਨਫਰਮ ਕੀਤਾ ਬੈਕ ਆਫਿਸ ਤੋਂ ਕਿ ਹੂ ਇਜ਼ ਮਾਈ ਸਪਾਂਸਰ, ਆਈ ਡੋਂਟ ਨੋ, ਆਈ ਐਮ ਟ੍ਰਾਈਂਗ ਮਾਈ ਬੈਸਟ ਟੂ ਕਾਲ ਹਿਮ। ਉਹ ਕਹਿੰਦੇ ਵੀ ਤੁਹਾਡਾ ਜਿਹੜਾ ਔਨ ਪੈਸਿਵ ਦਾ ਜਿਹੜਾ ਐਡਮਿਨ ਹੈ ਉਹ ਔਨ ਪੈਸਿਵ ਐਡਮਿਨ ਹੈ। ਫਿਰ ਉਹ ਮੈਂ ਕਿਹਾ ਓਕੇ। ਕਿਆ ਬਾਤ ਹੈ, ਹਾਂਜੀ। ਕਿਆ ਬਾਤ ਹੈ, ਜ਼ਬਰਦਸਤ ਹੋ ਗਿਆ। ਇਹ ਤਾਂ ਜ਼ਬਰਦਸਤ ਯੈਸ ਸੀ। ਯੈਸ। ਤੇ ਬਾਕੀ ਤੁਸੀਂ ਸਹੀ ਹਾਂਜੀ। ਗੱਲ ਕਿਹਾ ਕਿ ਜਿਸ ਵੇਲੇ ਅਸੀਂ ਜੁਆਇਨ ਕੀਤਾ ਸੀ ਤੇ ਉਸ ਵੇਲੇ ਸਾਨੂੰ ਇਹਨਾਂ ਨੌਲੇਜ ਨਹੀਂ ਸੀ, ਸਿਰਫ ਇੱਕ ਪੋਜ਼ਿਟਿਵ ਵੀ ਨਹੀਂ ਸੀ, ਯਾ ਜਿਹੜੀ ਸੋਚ ਸੀ ਅਸੀਂ ਜੁਆਇਨ ਕੀਤਾ, ਚਲੋ ਲੈਟ ਸੀ ਵੇਖਦੇ ਕੀ ਆ। ਤੇ ਉਸ ਵੇਲੇ ਅਸੀਂ ਟੀਮ ਬਣਾਉਣ ਦਾ ਵੀ ਸੋਚਦੇ ਹੋਏ, ਲੇਕਿਨ ਇਹ ਕਿ ਵਿਦ ਦਾ ਪੈਸੇਜ ਆਫ ਟਾਈਮ ਸਾਨੂੰ ਇਹ ਪਤਾ ਚੱਲਿਆ ਕਿ ਹੁਣ ਪੈਸੇ ਇਸ ਤੋਂ ਉੱਤੇ, ਕਾਫੀ ਉੱਤੇ ਹੈ। ਇੱਥੇ ਕੋਈ ਜੀ ਬਿਲਕੁਲ ਟੀਮ ਬਿਜ਼ਨਸ ਬਿਲਕੁਲ। ਨਹੀਂ ਹੈ, ਇੱਥੇ ਕੋਈ ਜ਼ੀਰੋ ਟੀਮ ਨਾਲ ਵੀ ਤੁਸੀਂ ਬਹੁਤ ਅੱਛਾ ਕਮਾ ਸਕਦੇ ਹੋ। ਤਾਂ ਆਈ ਥਿੰਕ ਜੀ ਇਹ ਕਨਸੈਪਟ ਪਹਿਲੇ ਕਿਸੇ ਕੰਪਨੀ ਨੇ, ਤੁਸੀਂ ਪਹਿਲੇ ਐਮਐਲਐਮ ਕਰਦੇ ਰਹੇ ਹੋ, ਤੁਹਾਨੂੰ ਬਿਹਤਰ ਪਤਾ ਹੈ ਕਿ ਇਹ ਪਹਿਲੇ ਜੇ ਬਿਜ਼ਨਸ ਮਾਡਲ ਇਸੇ ਵਜ੍ਹਾ ਤੇ ਨਾਕਾਮ ਹੋਏ ਨੇ, ਫੇਲ ਹੋਏ ਨੇ ਕਿ ਉਧਰ ਦੇ, ਬਿਲकुल ਕਿਉਂਕਿ ਲੋਕੀ ਹਰ ਬੰਦਾ ਇੰਨੀ ਮਿਹਨਤ ਨਹੀਂ ਕਰ ਸਕਦਾ ਲੋਕਾਂ ਨੂੰ ਜੁਆਇਨ ਕਰਾਉਣ ਵਾਸਤੇ, ਤੇ ਔਨ ਪੈਸੇ ਨੇ करेक्ट। ਕੰਮ ਆਸਾਨ करता। ਬਿਲਕੁਲ ਸਹੀ ਹੈ। बिल्कुल जी बिल्कुल। ਅੱਛਾ ਸਾਧੂ ਜੀ, ਇਹ ਦੱਸੋ ਕਿ ਔਨ ਪੈਸੇ ਜੋ ਤੁਸੀਂ ਜੁਆਇਨ ਕੀਤਾ ਉਹ ਸਟੋਰੀ ਦੱਸੀ, ਲੇਕਿਨ ਹੁਣ 2022 ਆ ਗਿਆ, जी ਉਦੋਂ ਤੋਂ ਲੈ ਕੇ ਉਦੋਂ ਤੱਕ ਤੁਸੀਂ ਔਨ ਪੈਸੇ ਵਿੱਚ ਤੁਹਾਡੀ ਜ਼ਿੰਦਗੀ 'ਚ ਕੀ ਇੰਪੈਕਟ ਪਾਇਆ ਹੈ? ਤੁਸੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਵਿੱਚ ਕੀ ਚੇਂਜਿੰਗ ਫੀਲ ਕਰਦੇ ਹੋ? ਤੁਸੀਂ ਹੁਣ ਕਿਸ ਨਜ਼ਰ ਤੋਂ ਔਨ ਪੈਸੇ ਨੂੰ ਦੇਖਦੇ ਹੋ? या वेरी इंपॉर्टेंट क्वेश्चन। बहुत चंगा क्वेश्चन पूछा तुसी। ਇਹਦਾ ਤਾਂ ਆਨਸਰ ਅਗਰ ਜੇ ਮੈਂ ਦੇਣਾ ਚਾਹਾਂ ਤੇ ਆਈ ਕੈਨ ਕੀਪ ਸਪੀਕਿੰਗ ਔਨ ਦਿਸ ਫॉर ਅ ਲੌਂਗਰ ਪੀਰੀਅਡ ਆਫ ਟਾਈਮ। ਕਾਫੀ ਲੰਮਾ ਬੋਲ ਸਕਦੇ ਹਾਂ, ਕਿਉਂਕਿ ਮੈਂ ਇੱਕ ਗੱਲ ਕਹਾਂ ਕਿ ਐਸ਼ ਨੇ ਜਦੋਂ ਇਹ ਬਿਜ਼ਨਸ 2018 ਵਿੱਚ ਸ਼ੁਰੂ ਕੀਤਾ ਸੀ ਤਾਂ ਆਪਾਂ ਨੂੰ ਤਾਂ ਖੈਰ ਬਾਅਦ ਪਤਾ ਲੱਗਿਆ, ਲੇਕਿਨ ਹੁਣ ਆਪਾਂ ਸਾਰੀ ਸਟੋਰੀ ਜਾਣਦੇ ਹਾਂ। ਜੀ ਤਾਂ ਐਸ਼ ਨੂੰ ਵੀ ਨਹੀਂ ਸੀ ਪਤਾ ਕਿ ਔਨ ਪੈਸੇ ਇਹੋ ਜਿਹੀ ਹੋ ਜਾਏਗੀ, ਇੰਨੀ ਵੱਡੀ ਹੋ ਜਾਏਗੀ, ਐਗਜ਼ੈਕਟਲੀ। ਮੈਨੂੰ ਇੰਨਾ ਕੁਝ ਕਰਨਾ ਪਏਗਾ। ਯੈਸ, ਉਹ ਜਿਸ ਚਾਲ ਨਾਲ ਚੱਲਿਆ, ਜਦੋਂ ਉਹਨੇ ਦੇਖਿਆ ਹੰਗਾਮਾ ਹੋਇਆ, ਸਭ ਤੋਂ ਵੱਡਾ ਹੰਗਾਮਾ 2020 ਦੇ ਵਿੱਚ ਹੋਇਆ, ਜੀ 21 ਦੇ ਵਿੱਚ, ਸੌਰੀ ਜੀ 2021 ਦੇ ਵਿੱਚ 7-8 ਲੱਖ ਲੋਕ ਜੁਆਇਨ ਕੀਤੇ। ਤਾਂ ਉਹਦਾ ਜਿਹੜਾ ਵਿਜ਼ਨ ਸੀ ਉਹ ਬਰੋਡਨ ਹੁੰਦਾ ਗਿਆ, ਵੱਡਾ ਹੁੰਦਾ ਗਿਆ, ਹੋਰ ਵੱਡਾ ਹੁੰਦਾ ਗਿਆ। ਉਹਨੇ ਕਿਹਾ ਵੀ ਇਹ ਤਾਂ ਕੁਝ ਹੋਰ ਹੀ ਬਣ ਗਿਆ। ਦੈਨ ਉਹਨੇ ਇਹੋ ਜਿਹੀ ਚੀਜ਼ਾਂ ਇਨਕਲੂਡ ਕਰਨੀਆਂ ਸ਼ੁਰੂ ਕੀਤੀਆਂ ਵੀ ਜਿਹੜੇ ਕਿਤੇ ਹੋਰ ਨਹੀਂ। ਆਪਾਂ ਅੱਗੇ ਡਿਸਕਸ ਕਰਾਂਗੇ ਬਈ ਔਨ ਪੈਸਿਵ ਪਹਿਲੀ ਵਾਰ ਦੁਨੀਆ ਦੇ ਵਿੱਚ 4-5, ਮੈਂ 8-5 ਚੀਜ਼ਾਂ ਤੁਹਾਨੂੰ ਗਿਣਾਉਂਗਾ, 6-7 ਚੀਜ਼ਾਂ ਮੈਂ ਗਿਣਾਉਣਾ ਹੈ ਜਿਹੜੀਆਂ ਯੂਨੀਕ ਹੋ ਰਹੀਆਂ ਤੇ ਪਹਿਲੀ ਵਾਰ ਹੋ ਰਹੀਆਂ। ਪਹਿਲੀ ਗੱਲ ਦੇ ਵਿੱਚ ਨੰਬਰ 1, ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਹੋ ਰਿਹਾ ਹੈ ਵੀ ਕੋਈ ਕੰਪਨੀ ਕਾਰਪੋਰੇਟ ਵਰਲਡ ਦੇ ਵਿੱਚ ਆ ਰਹੀ ਹੈ, ਲਾਂਚ ਹੋ ਰਹੀ ਹੈ, ਲੇਕਿਨ 14 ਲੱਖ ਤੋਂ ਜ਼ਿਆਦਾ ਕਸਟਮਰ ਨੇ। ਐਸੀ ਕੋਈ ਕੰਪਨੀ ਅੱਜ ਤੱਕ ਦੁਨੀਆ 'ਚ ਪੈਦਾ ਨਹੀਂ ਹੋਈ ਜਿਹੜੀ 14 ਲੱਖ ਕਸਟਮਰ ਪਹਿਲਾਂ ਹੋਵੇ ਤੇ ਫਿਰ ਲਾਂਚ ਕਰੇ। ਰਾਈਟ, ਪਹਿਲੀ ਗੱਲ। ਬਿਲਕੁਲ ਸਹੀ। ਦੂਜੀ ਗੱਲ, ਇੱਕ ਯੂਨਿਕ ਚੀਜ਼ ਹੈ ਔਨ ਪੈਸਿਵ ਕੰਪਨੀ। ਯੂਨਿਕ ਕਿਉਂ ਹੈ? ਕਿਉਂਕਿ ਇਹਦਾ ਜੋ CEO ਹੈ ਉਹ ਯੂਨਿਕ ਬੰਦਾ ਹੈ, ਉਹ ਯੂਨਿਕ ਇਨਸਾਨ ਹੈ, ਉਹਨੇ ਯੂਨਿਕ ਕਨਸੈਪਟ ਲੈ ਕੇ ਆਇਆ, ਉਹ ਯੂਨਿਕ ਕੰਪਨੀ ਹੈ। ਇਹਦੇ ਨਾਲ ਦਾ ਹੋਰ ਕੋਈ ਹੋਰ ਇਸਲਾ ਅਨਪੈਰਲਲਡ ਰਹੇਗੀ। ਜਿੰਨਾ ਚਿਰ ਔਨ ਪੈਸਿਵ ਰਹੇਗੀ ਇਹ ਅਨਪੈਰਲਲ ਰਹੇਗੀ। ਇਹਦੀ ਕੋਈ ਨਕਲ ਨਹੀਂ ਕਰ ਸਕਦਾ, ਇਹਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਕਰ ਪਾਏਗਾ, ਇਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਇਸ ਅਰਥ ਦੇ ਉੱਤੇ, ਇਸ ਧਰਤੀ ਦੇ ਉੱਪਰ। ਕਿਉਂਕਿ ਹੁਣ ਜੋ 18 ਤੋਂ ਲੈ ਕੇ 20 ਤੋਂ ਲੈ ਕੇ ਜੋ 22 ਦਾ ਸਫ਼ਰ ਹੈ, 2 ਸਾਲ ਦਾ, ਇਹ ਜੋ ਸਫ਼ਰ ਹੈ ਇਹ ਐਕਸਟਰਾਆਰਡੀਨਰੀ ਸਫ਼ਰ ਹੈ। ਇਹਦੇ ਵਿੱਚ ਕਿੰਨੇ ਡਾਇਮੈਂਸ਼ਨਸ ਜੁੜ ਚੁੱਕੇ ਨੇ, ਕਿੰਨੀ ਵੱਡੀ ਬਣ ਚੁੱਕੀ ਹੈ। ਮੈਂ 5-7 ਗੱਲਾਂ ਔਨ ਪੈਸਿਵ ਉਹਦੀਆਂ ਦੱਸਾਂ ਐਸ਼ ਦੀਆਂ। ਉਹਨੇ ਕਈ ਵਾਰੀ ਇਹ ਵਰਡ ਯੂਜ਼ ਕੀਤਾ ਹੈ ਕਿ ਯੂ ਡੋਂਟ ਨੋ ਹਾਊ ਬਿਗ ਇਜ਼ ਔਨ ਪੈਸਿਵ, ਇਟ ਇਜ਼ 1 ਮਿਲੀਅਨ ਟਾਈਮ ਬਿਗਰ ਦੈਨ ਦੈਟ, ਵਾਟ ਐਵਰ ਯੂ ਥਿੰਕ। ਕਿ ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ 10 ਲੱਖ ਗੁਣੇ ਵੱਡੀ ਔਨ ਪੈਸਿਵ ਹੈ। 10 ਲੱਖ ਗੁਣਾ ਵੱਡੀ। ਹੁਣ ਚਲੋ ਆਪਾਂ ਛੋਟੀ ਮੋਟੀ ਸਾਡੀ ਜਿਹੜੀ ਇਮੇਜਿਨੇਸ਼ਨ ਹੈ, ਦ ਫਲਾਈਟ ਆਫ ਆਵਰ ਇਮੇਜਿਨੇਸ਼ਨ ਇਜ਼ ਲਿਮਿਟਡ। ਸਾਡੀ ਜਿਹੜੀ ਸੋਚ ਦੀ ਉਡਾਨ ਹੈ ਨਾ, ਉਹ ਵੀ ਸੋਚੀ ਥੋੜੀ ਹੈ, ਛੋਟੀ ਹੈ। ਅਸੀਂ ਕਿੰਨਾ ਕੁ ਸੋਚ ਸਕਦੇ ਹਾਂ? ਅਸੀਂ IT ਦੇ ਬੰਦੇ ਨਹੀਂ, ਅਸੀਂ ਜ਼ਿਆਦਾ ਕੋਈ ਪ੍ਰੋਫੈਸ਼ਨਲ ਨਹੀਂ, ਸਾਇੰਟਿਸਟ ਨਹੀਂ ਗੇ, ਇੰਜੀਨੀਅਰਸ ਨਹੀਂ ਗੇ, ਲੇਕਿਨ ਅਸੀਂ ਅੱਜ ਦੇਖ ਰਹੇ ਹਾਂ ਕਿ ਕਿੰਨੀ ਵੱਡੀ ਉਡਾਨ ਔਨ ਪੈਸਿਵ ਨੇ ਅੱਜ ਤੱਕ ਤੈਅ ਕੀਤੀ ਹੈ। ਕਿੰਨੇ ਪ੍ਰੋਡਕਟ ਫਿਜ਼ੀਕਲ ਆ ਰਹੇ ਨੇ, ਕਿੰਨੇ ਡਿਜੀਟਲ ਪ੍ਰੋਡਕਟ ਆ ਰਹੇ ਨੇ, ਔਰ ਇਹਦੇ ਨਾਲ ਜੋ ਕੰਪਨੀ
ਕਿਉਂਕਿ ਜਿੰਨੀਆਂ ਪਹਿਲਾਂ MLM ਕੰਪਨੀਆਂ ਆਈਆਂ, ਇਹ MLM ਕੰਪਨੀ ਨਹੀਂ। ਸਭ ਤੋਂ ਪਹਿਲਾਂ ਇੱਕ ਆਪਣਾ ਕਲੀਅਰ ਕਰਨਾ ਚਾਹੀਦਾ ਕਿ ਇਟਸ ਨਾਟ MLM ਕੰਪਨੀ। ਇਹਦਾ ਇੱਕ ਯੂਨਿਕ ਕਨਸੈਪਟ ਹੈ। ਇਹ ਜੋ ਪਲੇਟਫਾਰਮ ਕੰਪਨੀ ਦੇਣੀ ਜਾ ਰਹੀ ਹੈ ਦੁਨੀਆ ਦੇ ਲੋਕਾਂ ਨੂੰ ਜਾਂ ਫਾਊਂਡਰਸ ਨੂੰ, ਵੈਸੇ ਤਾਂ ਪੂਰੀ ਦੁਨੀਆ ਵਾਸਤੇ ਹੈ, ਲੇਕਿਨ ਫਾਊਂਡਰਸ਼ਿਪ ਅਭੀ ਕਿਉਂਕਿ ਬੰਦ ਹੋ ਚੁੱਕੀ ਹੈ, ਤਾਂ ਫਾਊਂਡਰਸ ਨੂੰ ਜੋ ਇਸ ਕੰਪਨੀ ਦੇ ਸਕਦੀ ਹੈ, ਜੋ ਇਸਨੇ ਦਿੱਤਾ ਹੈ, ਕੋਈ ਨਹੀਂ ਦੇ ਪਾਏਗਾ। ਇਹ ਜ਼ਿੰਦਗੀ ਲੋਕਾਂ ਦੀ ਕਿਸ ਤਰ੍ਹਾਂ ਸੰਵਰੇਗੀ, ਕਿੰਨਾ ਚੇਂਜਸ ਦੁਨੀਆ ਦੇ ਵਿੱਚ ਆਏਗਾ, ਲੋਕਾਂ ਦੀ ਲਾਈਫ ਸਟਾਈਲ ਦੇ ਵਿੱਚ ਆਏਗਾ, ਕਿੰਨਾ ਪੈਸਾ ਉਹ ਕਮਾ ਸਕਦੇ ਨੇ, ਕਿਸ ਤਰ੍ਹਾਂ ਦੀ ਉਹਨਾਂ ਦੀ ਲਾਈਫ ਸਟਾਈਲ ਹੋਏਗੀ, ਇਹ ਹਜੇ ਸਾਨੂੰ ਪਤਾ ਨਹੀਂ। ਅਸੀਂ ਥੋੜ੍ਹੀਆਂ ਗੱਲਾਂ ਉਹ ਕਹਿੰਦੇ ਆ ਐਸ ਜਦੋਂ ਮੀਟਿੰਗ ਦੇ ਵਿੱਚ ਕਹਿੰਦਾ, ਪਹਿਲੀ ਜਦੋਂ ਉਹਨੇ ਗੱਲ ਕਹੀ ਵੀ ਯੂ ਡੋਂਟ ਨੋ ਇਟ ਇਜ਼ 1 ਮਿਲੀਅਨ ਟਾਈਮ ਬਿਗਰ ਦੈਨ ਦੈਟ, ਤਾਂ ਲੋਕਾਂ ਨੂੰ ਪਤਾ ਨਹੀਂ ਵੀ 10 ਲੱਖ ਗੁਣਾ ਵੱਡੀ ਕੀ ਹੁੰਦੀ ਹੈ, ਕੀ ਹੋਏਗਾ ਉਹਦੇ ਵਿੱਚ। ਫਿਰ ਉਹਨੇ ਹੋਰ ਵਰਡ ਯੂਜ਼ ਕੀਤੇ। ਇੱਕ ਪਿੱਛੇ ਤੁਸੀਂ ਦੇਖਿਆ ਹੋਏਗਾ 30 ਜੂਨ 2022 ਨੂੰ ਰਾਊਂਡ ਟੇਬਲ ਹੋਇਆ ਸੀਗਾ 360 ਡਿਗਰੀ ਜਿਹਨੂੰ ਬੋਲਦੇ, ਕੀ ਬੋਲਦੇ ਹੋ, ਉਹਦੇ ਵਿੱਚ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਸੀ। ਉਹ ਵਰਡ ਨੂੰ ਕਿਸੇ ਇਨਸਾਨ ਨੇ ਨਹੀਂ ਪਕੜਿਆ। ਮੈਂ ਉਹ ਜਿਹੜਾ ਹਰੀਸ਼ ਸ਼ਰਮਾ ਹੈ, ਉਹਨੇ ਮੈਨੂੰ ਇੱਕ ਦਿਨ ਇਨਵਾਈਟ ਕੀਤਾ ਸੀਗਾ, ਤੇ ਮੈਂ ਉੱਥੇ ਪਹਿਲੀ ਵਾਰ ਉਹ ਵਰਡ ਦੱਸਿਆ ਲੋਕਾਂ ਨੂੰ, ਤੇ ਹਜੇ ਤੱਕ ਸਾਡੇ ਇੰਡੀਆ ਦੇ ਕਿਸੇ ਲੀਡਰ ਨੇ ਵਰਡ ਫੜਿਆ ਨਹੀਂ। ਮੈਂ ਦੱਸ ਦੇਣਾ ਹੈ, ਸ਼ਾਇਦ ਤੁਹਾਡੇ ਵੀ ਕਿਸੇ ਬੰਦੇ ਨੇ ਨਹੀਂ ਪਕੜਿਆ ਹੋਏਗਾ। ਦੈਟ ਵਰਡ ਵਾਸ ਮਿਲੇਨੀਅਮ। ਮਿਲੀਅਨ ਸਾਰੇ ਜਾਣਦੇ ਆ, ਮਿਲੀਅਨੀਅਮ ਕੋਈ ਨਹੀਂ ਜਾਣਦਾ। ਮਿਲੀਅਨ ਨਹੀਂ ਸੀ ਬੋਲਿਆ ਉਹਨੇ ਬੋਲਿਆ ਸੀ ਮਿਲੇਨੀਅਮ। ਤੇ ਮਿਲੀਅਨ ਮੈਂ ਅੱਜ ਕਲੀਅਰ ਕਰ ਦੇਵਾਂ ਕਿ 1000 ਸਾਲ ਦੇ ਪੀਰੀਅਡ ਨੂੰ ਮਿਲੀਅਨੀਅਮ ਕਹਿੰਦੇ ਆ। ਅੱਛਾ, ਜ਼ਬਰਦਸਤ। ਹਾਂਜੀ, ਹੁਣ ਦੇਖੋ ਜਰਾ ਉਹ ਕਿੰਨੀ ਗੱਲ ਵੱਡੀ ਕਹੀ ਉਹਨੇ। ਮੈਂ ਉੱਥੇ ਉਸ ਨੂੰ ਕਲੀਅਰ ਕੀਤੀ, ਲੋਕਾਂ ਨੇ ਬੜਾ ਅਪਰੀਸ਼ੀਏਟ ਕੀਤਾ ਮੈਨੂੰ। ਉਹਨੇ ਕਿਹਾ ਸੀਗਾ ਵੀ ਦੇਖੋ ਅੱਜ ਦੁਨੀਆ ਜਿਹੜੀ ਹੈ ਨਾ ਵਸੀਮ ਜੀ, 3rd ਮਿਲੀਅਨੀਅਮ ਦੇ ਵਿੱਚ ਅਸੀਂ ਜੀ ਰਹੇ ਹਾਂ। ਪਹਿਲਾ ਮਿਲੀਅਨੀਅਮ 1000 ਸਾਲ ਤੱਕ ਹੋ ਗਿਆ, ਦੂਸਰਾ 2000 ਤੱਕ ਹੋ ਗਿਆ, ਤੀਸਰਾ 2001 ਤੋਂ ਸ਼ੁਰੂ ਹੋਇਆ, ਤਾਂ ਤੀਸਰੇ ਮਿਲੀਅਨੀਅਮ ਦੇ 22 ਸਾਲ ਨਿਕਲੇ ਹੁਣ। ਤਾਂ ਉਹਨੇ ਗੱਲ ਯੂਜ਼ ਕੀਤੀ ਸੀ ਵੀ ਜੋ ਅਸੀਂ ਕਰ ਰਹੇ ਹਾਂ ਉਹ ਮਿਲੀਅਨੀਅਮ ਦੇ ਵਿੱਚ ਕੋਈ ਨਹੀਂ ਕਰ ਪਾਏਗਾ। ਉਸ ਤੋਂ ਬਾਅਦ ਇੱਕ ਦਿਨ ਹੋਰ ਉਹਨੇ ਇੱਕ ਵਰਡ ਯੂਜ਼ ਕੀਤਾ, ਉਹ ਮੇਰੇ ਖਿਆਲ ਦੇ ਵਿੱਚ ਉਸ ਤੋਂ ਨੈਕਸਟ ਹੀ ਵੈਬਿਨਾਰ ਸੀਗਾ, ਕਿ ਹੁਣ ਚੱਲ ਰਿਹਾ 2022। ਉਹ ਕਹਿੰਦਾ 2422 ਮਤਲਬ 400 ਸਾਲ ਤੱਕ ਸਾਡਾ ਕੋਈ ਕੰਪੀਟੀਟਰ ਪੈਦਾ ਨਹੀਂ ਹੋ ਸਕਦਾ। ਜੀ ਬਿਲਕੁਲ। ਦੇਖੋ ਕਿਹੋ ਜਿਹੀ ਹਾਂਜੀ, ਦੇਖੋ ਇਹ ਦੋ ਚੀਜ਼ਾਂ ਮੈਂ ਨੋਟ ਕੀਤੀਆਂ। ਪਹਿਲਾ ਮਿਲੀਅਨ ਵਰਡ ਮੈਂ ਕਲੀਅਰ ਕਰ ਦਿਆਂ ਕਿ ਮਿਲੀਅਨ ਕਹਿੰਦੇ ਵੀ 1000 ਸਾਲ ਤੱਕ ਸਾਡਾ ਕੋਈ ਕੰਪਿਊਟਰ ਨਹੀਂ ਹੋਏਗਾ। ਤਾਂ ਕਿਸ ਟੈਕਨੋਲੋਜੀ ਦੇ ਪ੍ਰੋਡਕਟ ਆ ਰਹੇ ਨੇ, ਕਿਆ ਆਫਰ ਕੀਤਾ ਜਾਏਗਾ ਲੋਕਾਂ ਨੂੰ, ਦੁਨੀਆ ਇਹ ਪਲੈਨਟ ਕਿਵੇਂ ਚੇਂਜ ਹੋਏਗਾ, ਉਹ ਸਾਰਾ ਪਰਦੇ ਦੇ ਪਿੱਛੇ ਹੈ। ਐਸ਼ ਨੂੰ ਸਭ ਪਤਾ ਹੈ, ਬਾਕੀ ਦੁਨੀਆ ਨੂੰ ਨਹੀਂ ਪਤਾ। ਇਸ ਕਰਕੇ ਕੁਝ ਵਰਡ ਵਿੱਚੋਂ ਉਹ ਕੋਡਿਡ ਲੈਂਗੁਏਜ ਵੀ ਯੂਜ਼ ਕਰਦਾ ਹੈ ਕਦੇ ਕਦੇ, ਤੁਹਾਨੂੰ ਪਤਾ ਲੱਗਦਾ ਹੈ। ਜਿਸ ਤਰ੍ਹਾਂ ਕੱਲ ਪਰਸੋਂ ਤੁਸੀਂ ਦੇਖਿਆ ਹੋਏਗਾ, ਉਹਨੇ ਕਿਹਾ ਸੀ ਕਿ ਸਿੰਗਲ ਪ੍ਰੋਡਕਟ ਕੈਨ ਚੇਂਜ ਯੂਅਰ ਲਾਈਫ, ਕਿ ਇੱਕ ਹੀ ਪ੍ਰੋਡਕਟ ਹੈ ਜਦੋਂ ਆਏਗਾ ਕਿ ਤੁਹਾਡੀ ਜ਼ਿੰਦਗੀ ਚੇਂਜ ਕਰ ਦੇਗਾ। ਤੇ ਬਾਕੀ ਪਤਾ ਨਹੀਂ ਕਿੰਨੇ ਪ੍ਰੋਡਕਟ ਬਣ ਰਹੇ ਨੇ, ਕਿੰਨੀਆਂ ਫੈਕਟਰੀਆਂ ਕੰਟਰੀਆਂ 'ਚ ਜਰਮਨੀ ਵਗੈਰਾ ਹੋਰ 'ਚ ਸਟੈਬਲਿਸ਼ ਹੋ ਰਹੀਆਂ, ਫਿਜ਼ੀਕਲ ਪ੍ਰੋਡਕਟ ਦੀਆਂ ਹੋ ਰਹੀਆਂ। ਇੱਕ ਵਾਸਟ ਇੱਕ ਫੀਲਡ ਹੈ, ਕਿੰਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦੀ ਹੈਲਪ ਦੇ ਨਾਲ ਕਿੰਨਾ ਵੱਡਾ ਇੱਕ ਬਿਜ਼ਨਸ ਪਲੇਟਫਾਰਮ ਤਿਆਰ ਹੋ ਰਿਹਾ ਹੈ। ਉਹ ਲੋਕ ਜੋ ਇਸ ਬਿਜ਼ਨਸ ਨੂੰ ਸਾਈਨ ਕਰ ਗਏ, ਫਾਊਂਡਰ ਬਣ ਗਏ, ਉਹ ਤਾਂ ਐਕਸਕਲੂਸਿਵ ਹੋ ਗਏ, ਉਹ ਤਾਂ ਯੂਨੀਕ ਹੋ ਗਏ, ਉਹ ਸਪੈਸ਼ਲ ਹੋ ਗਏ। ਉਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ, ਉਹਨਾਂ ਦੇ ਬਰਾਬਰੀ ਕੋਈ ਨਹੀਂ ਕਰ ਸਕੇਗਾ। ਹਾਂ, ਹੁਣ ਆਪਾਂ ਨੂੰ ਪਤਾ ਫਾਊਂਡਰਸ਼ਿਪ ਕਲੋਜ਼ ਹੈ, ਤੇ ਹੁਣ ਇੱਕ ਆਪਸ਼ਨ ਬਚੇ ਸਾਡੇ ਕੋਲ ਦੋ ਲੋਕਾਂ ਦੇ ਕੋਲ, ਜਾਂ ਤਾਂ ਕਸਟਮਰ ਬਣ ਜਾਓ ਜਾਂ ਰੀਸੈਲਰ ਬਣ ਜਾਓ। ਉਹਦਾ ਹਜੇ ਲਿੰਕ ਲੁੰਕ ਨਹੀਂ ਆਇਆ, ਚਲੋ ਆਏਗਾ, ਲੇਕਿਨ ਉਹ ਕਸਟਮਰ ਤੇ ਰੀਸੈਲਰ ਤਾਂ ਬਣ ਸਕਣਗੇ, ਪਰ ਫਾਊਂਡਰ ਕਦੇ ਨਹੀਂ ਬਣ ਸਕਦੇ। ਜੋ ਫਾਊਂਡਰ ਬਣ ਚੁੱਕੇ ਆ ਆਪਾਂ ਵੀ ਆਰ ਦ ਲੱਕੀਐਸਟ ਪਰਸਨ ਔਨ ਦਿਸ ਪਲੈਨਟ। ਅੱਗੇ ਜਾ ਕੇ ਸਾਡੇ ਜ਼ਿੰਦਗੀ ਵਿੱਚ ਬੜੇ ਬਦਲਾਅ ਹੋਣੇ ਨੇ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਬਿਲਕੁਲ ਸਾਧੂ ਜੀ, ਜ਼ਬਰਦਸਤ। ਵਾਕਈ ਤੁਸੀਂ ਇਹ ਗੱਲ ਸਹੀ ਕੀਤੀ ਹੈ। ਮੈਂ ਐਕਚੁਅਲੀ ਜਿੱਥੇ ਜਿੰਨੇ ਵੀ ਇੰਟਰਵਿਊ ਵਾਸਤੇ ਆਉਂਦੇ ਆ, ਅਸੀਂ ਕੁਝ ਨਾ ਕੁਝ ਸਿੱਖਦੇ ਹਾਂ। ਹਰ ਬੰਦਾ ਇੱਕ ਨਵੀਂ ਗੱਲ ਸਾਨੂੰ ਐਜੂਕੇਟ ਕਰਕੇ ਜਾਂਦਾ ਹੈ, ਅਸੀਂ ਤੇ ਹਰ ਬੰਦੇ ਕੋਲ ਸਿੱਖਦੇ ਹਾਂ। ਤੇ ਬਾਕੀ ਮਿਲੀਨੀਅਮ ਵਾਲੀ ਗੱਲ ਮੇਰੀ ਕੰਨਾਂ ਤੱਕ ਲੰਘੀ ਸੀ, ਲੇਕਿਨ ਮੈਂ ਉਹਨੂੰ ਮਿਲੀਨੀਅਰ ਦੇ ਟਰਮ 'ਚ ਲਿੱਤਾ ਸੀ, ਕਿਉਂਕਿ ਯੈਸ ਕਿਉਂਕਿ ਐਸਐਸ ਤੇ ਮੈਂ ਉਹਨੂੰ ਲੇਕਿਨ ਉਹਨੂੰ ਉਸੇ ਟਰਮ 'ਚ ਲਿੱਤਾ ਸੀ। ਲੇਕਿਨ ਦੂਸਰੀ ਗੱਲ ਜਿਹੜੀ ਤੁਸੀਂ 2224 ਵਾਲੀ ਗੱਲ ਕੀਤੀ ਸੀ, ਉਹ ਮੈਂ ਹਾਈਲਾਈਟ ਕੀਤੀ ਸੀ ਆਪਣੇ ਗਰੁੱਪ ਵਿੱਚ, ਤੇ ਆਪਣੇ ਜਿਹੜੇ ਮੈਂ ਆਪਣੀ ਅਪਡੇਟਸ ਦਿੰਦਾ। ਬਾਕੀ ਲੇਕਿਨ ਹੈ ਕਿ ਬਾਕੀ ਅਗਰ ਤੁਸੀਂ ਮਿਸਟਰ ਐਸ਼ ਦੀ ਅਗਰ ਗੱਲਾਂ ਸੁਣੋ ਤਾਂ ਉਹਨਾਂ ਦੀ ਹਰ ਗੱਲ 'ਚ ਹਿੰਟਸ ਹੁੰਦਾ, ਤੇ ਉਹ ਇੱਕ ਸ਼ਾਰਟ ਗੱਲ ਕਰਦੇ ਨੇ। ਦੇਖੇ ਤੁਸੀਂ, ਮੈਂ ਤੁਹਾਨੂੰ ਇੱਕ ਬੜੀ ਸੋਹਣੀ ਜਿਹੀ ਗੱਲ ਦੱਸ ਦਿੰਦਾ ਜੀ। ਇਹ ਅਗਰ 2-3 ਗੱਲਾਂ ਹੈ ਮਿਸਟਰ ਐਸ਼ ਦੀ ਜਿਹੜੀ ਮੈਂ ਰਿਲੇਟ ਕਰਦਾ, ਇਸ ਮਿਸਟਰ ਐਸ਼ ਦਾ ਯਾਨੀ ਮੈਂ ਕਹਿੰਦਾ ਉਹਨਾਂ ਦੇ ਵਿਜ਼ਨ ਦਾ ਅੰਦਾਜ਼ਾ ਲਾ ਸਕਦੇ ਹਾਂ ਅਸੀਂ, ਕਿ ਇੱਕ ਤੇ ਹੈ ਕਿ ਉਹਨਾਂ ਨੇ ਗੱਲ ਕੀਤੀ ਸੀ ਕਿ
ਗਲੋਬਲ ਲੀਡਰ ਦੀ ਗੱਲ ਕੀਤੀ ਸੀ। ਉਹਨਾਂ ਦਾ ਗਲੋਬਲ ਲੀਡਰ ਚੂਜ਼ ਕਰਨ ਦਾ ਕ੍ਰਾਈਟੇਰੀਆ ਡਿਫਰੈਂਟ ਹੋਏਗਾ। ਪਹਿਲੇ ਲੀਡਰ ਚੂਜ਼ ਕਿਸ ਤਰ੍ਹਾਂ ਹੁੰਦੇ ਸੀ, ਜਿਹਦੀ ਟੀਮ ਵੱਡੀ, ਲੀਡਰ। ਉਹਨਾਂ ਨੇ ਇਹ ਗੱਲ ਕੀਤੀ, ਫਿਰ ਉਹਨਾਂ ਵਾਸਤੇ ਉਹਨਾਂ ਨੂੰ ਐਕਸਪਲੇਨ ਕੀਤਾ ਅੱਗੇ, ਐਕਸਪਲੇਨ ਕੀਤਾ ਉਹਨੇ, ਜਿਹੜੀ ਮਿਸਾਲ ਦਿੱਤੀ ਟਰਸਟ ਔਰ ਕੌਨਫੀਡੈਂਸ ਦੀ, ਨੇਵੀ ਸੀਲ ਦੀ। ਅਗਰ ਦੇਖਿਆ ਜੇ ਤੁਸੀਂ ਆਪਸ ਵਿੱਚ ਕਨੈਕਸ਼ਨ ਜੋੜੋ ਨਾ, ਤੁਹਾਨੂੰ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ। ਠੀਕ ਹੈ, ਤੇ ਕਹਿਣੇ ਦਾ ਮਕਸਦ ਸਿਰਫ ਇੰਨਾ ਹੈ ਕਿ ਮਿਸਟਰ ਐਸ਼ ਆਪਣੀ ਗੱਲਾਂ ਦੇ ਜਵਾਬ ਦੇ ਦਿੰਦੇ, ਲੇਕਿਨ ਜਿਹੜੇ ਹੋਰ ਫਿਕਰ ਕਰਨ ਵਾਲੇ ਹੁੰਦੇ ਨੇ ਉਹ ਇਹਦਾ ਜਵਾਬ ਲੱਭ ਹੀ ਲੈਂਦੇ ਨੇ। ਔਰ ਇਹੀ ਵਜ੍ਹਾ ਕਿ ਇਹ ਵਜ੍ਹਾ ਹੈ ਕਿ ਜਿਹੜੇ ਪਹਿਲੇ 15 ਜਨਰੇਸ਼ਨ ਨਜ਼ਰ ਆ ਰਹੀ ਸੀ, ਉਹਨੇ ਚ ਹੁਣ 14 ਗਾਇਬ ਹੋ ਗਈਆਂ, ਸਿਰਫ ਇਸ ਵਾਸਤੇ ਕਿ ਉਹ ਕਨਸੈਪਟ ਹੀ ਨਹੀਂ, ਉਹ ਬਿਜ਼ਨਸ ਨਹੀਂ ਹੈ, ਟੀਮ ਵਾਲਾ ਬਿਜ਼ਨਸ ਨਹੀਂ ਹੈ। ਤੇ ਮੇਰੇ ਖਿਆਲ ਮੈਂ ਐਸਾ ਯੂਨੀਕ ਕਨਸੈਪਟ ਹੈ, ਪਹਿਲੇ ਅਸੀਂ ਕਦੀ ਨਹੀਂ ਵੇਖਿਆ। ਅੱਛਾ, ਤੁਸੀਂ ਇਹ ਗੱਲ ਦੱਸੀ ਕੀਤੀ ਹੈ, ਸੋਹਣੀ ਗੱਲ ਕੀਤੀ ਹੈ। ਤੁਸੀਂ ਇਹ ਦੱਸੋ ਕਿ ਇਹਦੀ ਗੱਲ ਚੱਲ ਹੀ ਰਹੀ ਹੈ, ਆਇੰਦਾ ਆਉਣ ਵਾਲੇ ਜਿਹੜੇ 5 ਸਾਲ ਨੇ, ਤੁਸੀਂ ਔਨ ਪੈਸੇ ਨੂੰ ਕਿੱਥੇ ਵੇਖਦੇ ਹੋ? ਜੀ ਵੈਰੀ ਗੁੱਡ, ਵੈਰੀ ਗੁੱਡ। ਦੇਖੋ ਜੀ, ਹਜੇ ਤੱਕ ਤਾਂ ਸਾਡੇ ਕੋਲ ਸਾਨੂੰ ਆਪਾਂ 4 ਸਾਲ ਹੋ ਗਏ ਕੰਪਨੀ ਨੂੰ ਸਟੈਬਲਿਸ਼ ਕੀਤਿਆਂ ਨੂੰ, ਤੇ 4 ਸਾਲ ਦੇ ਵਿੱਚ ਜਿਹੜੀ ਜਰਨੀ ਕੀਤੀ ਹੈ ਔਨ ਪੈਸਿਵ ਨੇ, ਉਹ ਸਾਨੂੰ ਹਜੇ, ਮੈਂ ਫਿਰ ਬਾਰ-ਬਾਰ ਕਹਿ ਦੇਵਾਂ ਵੀ ਜਸਟ ਓਨਲੀ ਨੋ 10%, 90% ਵੀ ਡੋਂਟ ਨੋ। ਹਾਂ, ਇਹ ਗੱਲ ਬਹੁਤ ਇੰਪੋਰਟੈਂਟ ਹੈ। 90% ਹੋ ਚੁੱਕਿਆ, ਲੇਕਿਨ ਸਾਨੂੰ ਨਹੀਂ ਪਤਾ। ਹੁਣ ਕਿਉਂਕਿ ਜਿਹੜੀ ਤੁਸੀਂ ਹੁਣ ਗੱਲ ਕੀਤੀ ਬਿਲਕੁਲ ਸਹੀ, ਕਿ ਉਹ ਕੁਝ ਹਿੰਟ ਦਿੰਦਾ ਹੈ, ਉਹ ਹਿੰਟ ਦੇ ਵਿੱਚ ਸਾਨੂੰ ਕੈਚ ਕਰਨਾ ਪਏਗਾ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਇੱਕ ਵਾਰੀ ਕਿ ਇੱਕ ਇਹੋ ਜਿਹਾ ਡਿਵਾਈਸ ਦੇਵਾਂਗਾ, ਤੁਹਾਡੇ ਘਰਾਂ 'ਚ ਹੋਏਗਾ, ਤੁਹਾਡੀ ਸਾਰੀ એનર્ਜੀ ਨੀਡਸ ਪੂਰੀ ਹੋ ਜਾਏਗੀ। ਇੱਕ ਉਹਨੇ ਕਿਹਾ ਸੀ ਇੱਕ ਵਾਰੀ ਕਿ ਅਗਰ ਐਪਲ ਅੱਜ ਟੀਵੀ ਲਾਂਚ ਕਰੇ ਤਾਂ ਸਾਰੇ ਕਹਿਣ ਲੱਗੇ ਹਾਂ ਜੀ ਅਸੀਂ ਲੈ ਲਾਂ, ਗਰੇਬ ਕਰਾਂਗੇ। ਤਾਂ ਫਿਰ ਉਹਨੇ ਆਪਣਾ ਦੱਸਿਆ ਵੀ ਸਾਡਾ ਇਹੋ ਜਿਹਾ ਟੀਵੀ ਹੋਏਗਾ। ਫਿਰ ਤਾਂ ਇਸ ਤੋਂ ਇੱਕ ਹਿੰਟ ਮਿਲਦਾ ਹੈ ਕਿ ਕੁਝ ਅਲੱਗ ਹੀ ਹੋ ਰਿਹਾ ਹੈ, ਜੋ ਪਹਿਲਾਂ ਕਦੇ ਦੁਨੀਆ 'ਚ ਨਹੀਂ ਹੋਇਆ। ਉਹ 5 ਸਾਲ ਦੀ ਗੱਲ ਆਪਾਂ ਕਰੀਏ ਤਾਂ ਲਾਂਚਿੰਗ ਤੋਂ ਬਾਅਦ ਦੀ ਗੱਲ ਤਾਂ ਮੈਂ ਤੁਹਾਨੂੰ ਦੱਸਾਂਗਾ ਵੀ ਹਜੇ ਲਾਂਚਿੰਗ ਸਾਡੀ ਹੋਈ ਨਹੀਂ ਕੰਪਨੀ, ਤੇ 2020 ਤੋਂ ਲੈ ਕੇ 22 ਤੱਕ ਦਾ ਸਫ਼ਰ ਹੈ, ਇਹ ਬਹੁਤ ਇੰਪੋਰਟੈਂਟ ਹੈ। ਉਹਦੇ ਵਿੱਚ ਇੰਨਾ ਡਿਵੈਲਪਮੈਂਟ ਹੋ ਚੁੱਕਾ ਹੈ, ਇੰਨਾ ਵਾਸਟ ਡਿਵੈਲਪਮੈਂਟ ਹੋ ਚੁੱਕਾ ਹੈ। ਉਹਦੇ ਵਿੱਚ ਐਸ਼ ਨੂੰ ਓਨਲੀ ਐਸ਼ ਨੋਜ਼, ਕੁਝ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਲੀਡਰ ਨੂੰ ਦੱਸਿਆ ਹੋਵੇਗਾ ਉਹਨੇ। ਰੈਡ ਰੈਫਰਿਨ ਤੇ 3 ਜਿਹੜੇ ਬੰਦੇ ਹੁੰਦੇ ਆ, ਉਹਨਾਂ ਨੂੰ ਸ਼ਾਇਦ ਥੋੜਾ ਬਹੁਤ ਪਤਾ ਹੋਵੇਗਾ, ਮੇਰੇ ਖਿਆਲ 'ਚ ਜ਼ਿਆਦਾ ਨਹੀਂ ਪਤਾ ਹੋਵੇਗਾ। ਪਿਛਲੀ ਗੱਲ ਉਹ ਆਪਣੇ ਪਾਸ ਰੱਖ, ਹਾਂ ਉਹ ਆਪਣੇ ਕੋਲ ਰੱਖਦਾ ਹੈ, ਦੱਸਦਾ ਨਹੀਂ। ਹਾਂਜੀ, ਸਾਡੇ ਨਾਲ ਫਿਰ ਵੀ ਬਿਹਤਰ ਹੈ ਉਹ, ਕਿਉਂਕਿ ਉਹਨਾਂ ਦਾ ਡਿਸਕਸ਼ਨ ਚੱਲਦਾ ਰਹਿੰਦਾ ਉਹਨਾਂ ਦਾ, ਤੇ ਡਿਸਕਲੋਜ਼ ਉਹ ਵੀ ਨਹੀਂ ਕਰਦੇ, ਤੇ ਕਿਉਂਕਿ ਐਸ਼ ਨੇ ਰੋਕਿਆ ਹੋਇਆ ਉਹਨਾਂ ਨੂੰ। ਤਾਂ ਜਿਹੜੀ ਜਰਨੀ ਹੁਣ 2020 ਤੋਂ ਲੈ ਕੇ 22 ਤੱਕ ਹੋ ਚੁੱਕੀ ਹੈ, ਉਹ ਐਸ਼ ਵੀ ਇੰਨਾ ਉਹਦਾ ਵਿਜ਼ਨ ਬਰੋਡ ਹੋ ਗਿਆ ਹੈ ਕਿ ਕੀ ਲੈ ਕੇ ਆਏਗਾ। ਉਹ ਧਰਤੀ ਨੂੰ ਚੇਂਜ ਕਰਨ ਦੀ, ਉਹ ਲਿਖਿਆ ਨਾ ਵੀ ਕੈਨ ਚੇਂਜ ਦਾ ਫੇਸ ਆਫ ਦਾ ਅਰਥ, ਅਸੀਂ ਪੂਰੀ ਪਲੈਨਟ ਦਾ ਫੇਸ ਹੀ ਚੇਂਜ ਕਰ ਦੇਵਾਂਗੇ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਅਗਰ ਇੱਕ ਇਨਸਾਨ ਕੋਸ਼ਿਸ਼ ਕਰੇ, ਆਪਦੇ ਪਿੰਡ ਦਾ, ਆਪਦੇ ਸ਼ਹਿਰ ਦਾ ਫੇਸ ਚੇਂਜ ਨਹੀਂ ਕਰ ਸਕਦਾ, ਤਹਿਸੀਲ ਦਾ ਨਹੀਂ ਕਰ ਸਕਦਾ, ਡਿਸਟ੍ਰਿਕਟ ਦਾ ਨਹੀਂ ਕਰ ਸਕਦਾ। ਹੀ ਇਜ਼ ਟਾਕਿੰਗ ਅਬਾਊਟ ਚੇਂਜਿੰਗ ਦਾ ਹੋਲ ਪਲੈਨਟ। ਇਹ ਕਿੰਨੀ ਵੱਡੀ ਗੱਲ ਹੋਏਗੀ ਕੋਈ ਇਹੋ ਜੀ ਜਿਹੜੀ ਛੁਪੀ ਵਿੱਚ ਹੈ, ਸਾਨੂੰ ਨਹੀਂ ਪਤਾ। ਜਿਸ ਦਿਨ ਕੰਪਨੀ ਦੇਖੋ ਲਾਂਚ ਹੋ ਗਈ ਨਾ, ਮੇਰੇ ਖਿਆਲ 'ਚ ਹੁਣ ਜ਼ਿਆਦਾ ਵਕਤ ਨਹੀਂ ਬਚਿਆ ਹੋਏਗਾ, ਆਪਾਂ ਨੂੰ ਡੇਟ ਨਹੀਂ ਪਤਾ, ਲੇਕਿਨ ਕੁਝ ਕਹਿ ਰਹੇ ਨੇ ਕਿ ਬਾਈ ਦਾ ਐਂਡ ਆਫ, ਜੀ ਵੈਰੀ ਸੂਨ, ਹਾਂ ਵੈਰੀ ਸੂਨ ਵਿਦਿਨ ਆਈ ਥਿੰਕ 6 or 8 weeks। ਤੇ ਉਹ ਜਦੋਂ ਲਾਂਚ ਹੋ ਗਿਆ, ਫਿਰ ਤੱਕ ਕੁਝ ਨਾ ਕੁਝ ਸਭ ਕੁਝ ਸਾਹਮਣੇ ਆ ਜਾਏਗਾ, ਕੁਝ ਨਾ ਕੁਝ ਆਏਗਾ ਸਾਹਮਣੇ ਜੋ ਹੈ ਅਭੀ ਤੱਕ। ਲੇਕਿਨ ਅੱਗੇ ਜਿਹੜੇ ਤੁਸੀਂ 5 ਸਾਲ ਪੁੱਛੇ ਮੇਰੇ ਕੋਲੋਂ ਜੀ, ਉਹ 5 ਸਾਲ ਦੇ ਵਿੱਚ ਮੈਂ ਕਦੇ ਸੋਚਦਾ ਹੁੰਦਾ ਕਿ ਯਾਰ ਜਿਹੜੀ ਔਨ ਪੈਸਿਵ ਦੀ ਗੱਲ ਹੈ, ਔਨ ਪੈਸਿਵ ਦੇ ਬਾਰੇ ਜੋ ਐਸ਼ ਗੱਲ ਕਰਦਾ ਹੈ ਕਿ ਵੀ 10 ਲੱਖ ਗੁਣਾ ਵੱਡੀ ਹੈ, ਤੁਸੀਂ ਨਹੀਂ ਜਾਣਦੇ ਕਿੰਨੀ ਵੱਡੀ ਹੈ। ਉਹ 10 ਲੱਖ ਗੁਣਾ ਕੀ ਹੋਏਗਾ? ਮੈਂ ਕਦੇ ਸੋਚਦਾ ਹੁੰਦਾ ਇਹਦੇ ਬਾਰੇ। ਫਿਰ ਮੈਂ ਸੋਚਦਾ ਉਹ ਮੇਰੀ ਇਮੇਜਿਨੇਸ਼ਨ ਹੈ, ਮੈਂ ਕਿਸੇ ਦੇ ਉੱਤੇ ਸਵਾਲ ਨਹੀਂ ਕਰ ਰਿਹਾ। ਮੈਂ ਇਹ ਸੋਚਦਾ ਕਿ ਔਨ ਪੈਸਿਵ ਇੱਕ ਦਿਨ ਇਹੋ ਜਿਹੀ ਹੋ ਜਾਏਗੀ 5 ਸਾਲ ਦੇ ਵਿੱਚ 500 ਕਰੋੜ ਲੋਕ ਜੌਨ ਕਰ ਚੁੱਕੇ ਹੋਣਗੇ, ਤੇ 500 ਕਰੋੜ ਦੇ ਵਿੱਚੋਂ ਘੱਟੋ ਘੱਟ 100 ਕਰੋੜ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੀ ਹੋਏਗੀ। ਨੰਬਰ 2 ਤੇ ਇਹੋ ਜਿਹੇ ਪ੍ਰੋਡਕਟ ਸਾਡੇ ਕੋਲ ਆ ਚੁੱਕੇ ਹੋਣਗੇ ਜਿਹੜਾ ਦੁਨੀਆ ਵਿੱਚ ਨਹੀਂ ਹੈ। ਕਿੰਨੇ ਲੋਕਾਂ ਦੀ ਫਾਈਨੈਂਸ਼ੀਅਲ ਫਰੀडम ਮਿਲ ਚੁੱਕੀ ਹੋਏਗੀ। ਉਹ ਲੋਕ ਜਿਨ੍ਹਾਂ ਨੇ ਕਦੇ ਪੈਸਾ ਦੇਖਿਆ ਨਹੀਂ, ਛੋਟੇ ਵੱਡੇ ਆਪਣੇ ਬੱਚੇ ਸਕੂਲਾਂ 'ਚ ਪੜ੍ਹਾਏ ਹੈ, ਜਾਂ ਵਿਚਾਰਿਆਂ ਨੇ ਖੇਤੀ ਕੀਤੀ ਹੈ, ਜਾਂ ਰੇਹੜੀ ਚਲੇ, ਜਾਂ ਕੁਛ ਐਸਾ ਕੰਮ ਕੀਤਾ ਛੋਟੀ ਮੋਟੀ ਪੜ੍ਹਾਈ ਕਰਕੇ, ਲੇਕਿਨ ਉਹ ਲੋਕ ਵੀ ਵਿਦਿਨ 1 year ਆਫਟਰ ਲਾਂਚਿੰਗ ਆਫ ਦਾ ਬਿਜ਼ਨਸ, ਵਿਦਿਨ 1 year ਫਾਈਨੈਂਸ਼ੀਅਲ ਫਰੀडम ਅਚੀਵ ਕਰਨਗੇ। ਕਾਰਾਂ ਤੇ ਕਰੋੜਾਂ ਰੁਪਏ ਦੀਆਂ ਕਾਰਾਂ ਉਹਨਾਂ ਕੋਲ ਹੋਣਗੀਆਂ, ਉਹ ਵਿਦੇਸ਼ੀ ਯਾਤਰਾ ਕਰ ਸਕਦੇ, ਬੱਚੇ ਬਾਹਰ ਜਾ ਸਕਦੇ ਹੈ,
ਉਹ ਫਾਈਨੈਂਸ਼ੀਅਲ ਫਰੀडम ਅਚੀਵ ਕਰ ਸਕਦੇ ਆ ਉਹਨਾਂ ਦੀ ਲਾਈਫ ਦੇ, ਕਿਉਂਕਿ ਗਰੀਬ ਇਨਸਾਨ ਜਦੋਂ ਪੈਸਾ ਦੇਖਦਾ ਹੈ ਉਹਦੇ ਚਿਹਰੇ ਦੀ ਚਮਕ ਦੇਖਣ ਵਾਲੀ ਹੁੰਦੀ ਹੈ। ਤਾਂ ਇਹੋ ਜਿਹੇ ਲੋਕ ਜੋ ਬਿਨਾਂ ਫੜ ਕਰਕੇ ਉਹਨਾਂ ਨੂੰ ਪੈਸਾ ਦਿੱਤਾ ਜਾਏਗਾ ਤੇ ਮਿਲੇਗਾ, ਕਿੰਨੀਆਂ ਖੁਸ਼ੀਆਂ ਉਹਨੇ ਜ਼ਿੰਦਗੀ ਵਿੱਚ ਆਉਣਗੀਆਂ। ਅਗਲੇ ਆਉਣ ਵਾਲੇ 5 ਸਾਲਾਂ ਦੇ ਵਿੱਚ ਜੋ ਔਨ ਪੈਸਿਵ ਕੀ ਕਰ ਸਕਦੀ ਹੈ, ਖਾਸ ਕਰਕੇ ਕਿਉਂਕਿ ਆ ਜਿਹੜੀ ਨਵੀਂ ਟੈਕਨੋਲੋਜੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ, ਇਹ ਕਿੰਨੀ ਐਡਵਾਂਸ ਟੈਕਨੋਲੋਜੀ ਹੈ, ਇਹਦੇ ਵੀ ਉੱਪਰ ਕਿੰਨੀ ਐਡਵਾਂਸ ਸਾਡੀ ਸੋਚ ਚੱਲ ਕੰਮ ਕਰੀ। ਜੇ ਅੱਜ ਕੱਲ ਆਪਾਂ ਮਾਰਕੀਟ ਵਿੱਚ ਦੇਖ ਰਹੇ ਹਾਂ ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਬਟ ਲਾਈਕ ਜੋ ਐਸ਼ ਕਰ ਰਿਹਾ ਹੈ ਉਹ ਉਸ ਤੋਂ ਵੀ 2 ਸਟੈਪ ਅੱਗੇ ਹੈ। ਤਾਂ ਕਿੰਨਾ ਬਦਲਾਵ ਉਹ ਟੈਕਨੋਲੋਜੀ ਸਾਡੀ ਇਨਸਾਨ ਦੀ ਜ਼ਿੰਦਗੀ 'ਚ ਲੈ ਕੇ ਆਏਗੀ। ਇਹੋ ਜਿਹੇ ਪ੍ਰੋਡਕਟ ਸਾਡੇ ਕੋਲ ਆ ਜਾਣਗੇ, ਸਾਨੂੰ ਪਤਾ ਨਹੀਂ ਲੱਗੇਗਾ ਵੀ ਕਿੰਨਾ ਲੈਵਲ ਸਾਡਾ ਅਪ ਹੋ ਗਿਆ। ਕਿਉਂਕਿ ਅੱਜ ਅਗਰ ਜੇ ਕੰਪਨੀ ਲਾਂਚ ਹੁੰਦੀ ਹੈ 2 ਮਹੀਨੇ ਬਾਅਦ, 5-4 ਵੀਕ ਦੇ ਬਾਅਦ, ਤੇ ਮੇਰੇ ਖਿਆਲ 'ਚ ਕੁਝ ਫਿਜ਼ੀਕਲ ਪ੍ਰੋਡਕਟ ਆਉਣਗੇ, ਬਾਕੀ ਡਿਜੀਟਲ ਪ੍ਰੋਡਕਟ ਆਉਣਗੇ। ਉਸ ਤੋਂ ਬਾਅਦ ਕੰਟੀਨਿਊਸ ਪ੍ਰੋਸੈਸ ਹੈ ਇਹਨਾਂ ਦਾ। ਉਹਦੇ ਵਿੱਚ ਇੱਕ ਡੇਟਾ ਸੈਂਟਰ ਕਿੰਨਾ ਵੱਡਾ, ਦੇਖੋ ਸਭ ਤੋਂ ਵੱਡੀ ਗੱਲ ਮੈਂ ਭੁੱਲ ਗਏ ਸੀ ਆਪਾਂ ਦੱਸਣੀ, ਵੀ ਇੱਕ ਡੇਟਾ ਸੈਂਟਰ ਕੋਈ ਬਣਾਉਣਾ ਆਸਾਨ ਗੱਲ ਨਹੀਂ ਹੈ। ਮੈਂ ਨੈਟ ਤੇ ਚੈੱਕ ਕੀਤਾ ਸੀਗਾ, 2-4 ਕੰਪਨੀਆਂ ਵਰਲਡ ਦੇ ਵਿੱਚ ਇਹੋ ਜਿਹੀਆਂ ਜਿਨ੍ਹਾਂ ਕੋਲ ਡੇਟਾ ਸੈਂਟਰ ਹੈ, ਬਾਕੀ ਸਭ ਕਿਰਾਏ ਤੇ ਯੂਜ਼ ਕਰਦੀਆਂ। ਇਹ ਕਿੰਨੀ ਵੱਡੀ ਗੱਲ ਕਰਦੀ ਤੀ। ਆਪਣੇ ਸਾਡੇ ਫਾਊਂਡਰ ਅਗਰ ਮੈਨੂੰ ਸੁਣ ਰਹੇ ਹੋਣਗੇ ਜਾਂ ਤੁਸੀਂ ਜੋ ਦੇਖੋਗੇ ਬਾਅਦ ਦੇ ਵਿੱਚ, ਵੀ ਲੋਕਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਇਨਸਾਨ ਕਿੰਨਾ ਵੱਡਾ ਹੋਏਗਾ, ਕਿੱਥੋਂ ਉਹਦੇ ਪੈਸੇ ਦਾ ਸੋਰਸ ਹੈ। 20-25 ਹਜ਼ਾਰ ਕਰੋੜ ਰੁਪਇਆ ਮੈਂ ਸੁਣਿਆ ਹੈ ਕਿ ਡੇਟਾ ਸੈਂਟਰ ਦਾ ਖਰਚਾ ਹੈ, ਉਹ ਬਣਾ ਕੇ ਇੱਕ ਤਿਆਰ ਕਰ ਦਿੱਤਾ ਗਿਆ। ਇੱਕ ਉਹਨੇ ਖੁਦ ਇੱਕ ਵੈਬਿਨਾਰ 'ਚ ਗੱਲ ਬੋਲੀ ਸੀ ਕਿ ਇਸ ਤੋਂ ਵੀ ਵੱਡਾ ਬਣ ਰਿਹਾ ਹੈ, ਬਟ ਆਈ ਵੁਡ ਨੋਟ ਡਿਸਕਲੋਜ਼ ਦ ਲੋਕੇਸ਼ਨ, ਮੈਂ ਲੋਕੇਸ਼ਨ ਨਹੀਂ ਦੱਸਾਂਗਾ। ਤਾਂ ਇੰਨੇ ਵੱਡੇ ਡੇਟਾ ਸੈਂਟਰ ਬਣ ਰਹੇ ਨੇ, ਕਿੰਨੇ ਸਾਇੰਟਿਸਟ ਨਾ, ਇੰਜੀਨੀਅਰਸ ਨਾ ਔਰ ਇਨੋਵੇਟਰਸ ਦੇ ਨਾਲ ਉਹਨਾਂ ਦਾ ਸਮਝੌਤਾ ਹੋ ਕੇ ਉਹ ਗੱਲ ਹੋ ਰਹੀ ਹੈ, ਉਹ ਪ੍ਰੋਡਕਟ ਦੇ ਵਾਸਤੇ ਡਿਜ਼ਾਈਨਿੰਗ ਬਣ ਰਹੀ ਹੈ, ਫੈਕਟਰੀਆਂ ਐਸਟੈਬਲਿਸ਼ ਹੋ ਰਹੀਆਂ ਨੇ। ਕਿੰਨਾ 5 ਸਾਲ ਦੇ ਵਿੱਚ ਸਾਡੀ ਜ਼ਿੰਦਗੀ 'ਚ ਬਦਲਾਅ ਆ ਚੁੱਕਾ ਹੋਏਗਾ, ਪੂਰੀ ਦੁਨੀਆ ਦੀ ਅਰਥ। ਮੈਂ ਕਹਿੰਦਾ ਹੈ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਇਸ ਧਰਤੀ ਦਾ ਜੋ ਇਕਨੋਮਿਕ ਫੇਸ ਹੈ, ਜੋ ਆਰਥਿਕ ਹਾਲਾਤ ਨੇ, ਉਹ ਬਹੁਤ ਬਦਲਾਅ ਆ ਚੁੱਕਿਆ ਹੋਏਗਾ। ਲੱਖਾਂ ਕਰੋੜਾਂ ਲੋਕ ਕਰੋੜਪਤੀ ਬਣ ਜਾਣਗੇ, ਉਹਨਾਂ ਦੀ ਜ਼ਿੰਦਗੀ 'ਚ ਬੜਾ ਸੁਧਾਰ ਹੋ ਚੁੱਕਿਆ ਹੋਏਗਾ। ਇਹੋ ਜਿਹੇ ਪ੍ਰੋਡਕਟ ਯੂਜ਼ ਕਰ ਰਹੇ ਹੋਣਗੇ, ਕਦੇ ਕਿਸੇ ਨੇ ਕੀਤੇ ਨਹੀਂ। ਕੋਈ ਵੀ ਕੰਪਨੀ ਇਸ ਦਾ ਤੋੜ ਨਹੀਂ ਕਰ ਸਕਦੀ, ਅਨਪੈਰਲਲ ਰਹੇਗੀ। ਆਉਣ ਵਾਲੇ ਕਈ ਸਾਲਾਂ ਤੱਕ ਇਹ ਕੰਪਨੀ ਅਨਪੈਰਲਲ ਰਹੇਗੀ, ਕਿਉਂਕਿ ਜੋ ਇਹਦੀ ਐਸ ਦੀ ਸੋਚ ਹੈ ਉਹ ਕਿਸੇ ਦੀ ਸੋਚ ਨਹੀਂ। ਜੋ ਟੈਕਨੋਲੋਜੀ ਐਸ ਯੂਜ਼ ਕਰ ਰਿਹਾ ਹੈ ਉਹ ਹਜੇ ਕਿਸੇ ਨੇ ਕੀਤੀ ਨਹੀਂ, ਐਡਵਾਂਸ ਫਾਰਮੂਲੇ ਯੂਜ਼ ਕਰ ਰਿਹਾ। ਤਾਂ ਜ਼ਿੰਦਗੀ ਵਿੱਚ ਕਿੰਨਾ ਬਦਲਾਅ 5 ਸਾਲ ਦੇ ਵਿੱਚ ਆਏਗਾ ਅਸੀਂ ਉਹਨੂੰ ਐਗਜ਼ੈਕਟ ਨਹੀਂ ਦੱਸ ਸਕਦੇ, ਲੇਕਿਨ ਮੈਂ ਸੋਚ ਰਿਹਾ ਕਿ ਬਹੁਤ ਵੱਡਾ ਬਦਲਾਅ ਆ ਚੁੱਕਿਆ ਹੋਏਗਾ। ਇੱਕ ਪੇਂਡੂ ਜੋ ਬੰਦੇ ਪਿੰਡ ਵਿੱਚ ਵੀ ਰਹਿੰਦੇ ਅਗਰ ਜੋ ਫਾਊਂਡਰ ਬਣੇ ਨੇ, ਤਾਂ ਉਹ ਵੀ ਵੱਡੇ ਸ਼ਹਿਰੀ ਜਾ ਕੇ ਬਣ ਸਕਦੇ ਨੇ। ਉਹ ਆਪਦੀ ਸਾਰੀ ਜੋ ਫਾਈਨੈਂਸ਼ੀਅਲ ਜ਼ਰੂਰਤਾਂ ਉਹ ਪੂਰੀ ਕਰ ਸਕਣਗੇ, ਜਿੰਨੇ ਡ੍ਰੀਮਸ ਉਹਨਾਂ ਦੇ ਉਹ ਫੁੱਲਫਿਲ ਕਰ ਸਕਣਗੇ। ਜੋ ਕੁਝ ਵੀ ਕਰਨਾ ਉਹ ਕਰ ਸਕਣਗੇ। ਜਿੱਥੇ ਆਪਦੇ ਬੱਚੇ ਪੜ੍ਹਾਉਣੇ ਹੈ, ਖੁਦ ਜਾ ਕੇ ਸੈਰ ਕਰਨਾ ਹੈ, ਗੱਡੀ ਖਰੀਦਣੀ ਹੈ, ਬੰਗਲਾ ਲੈਣਾ ਹੈ, ਵਟਐਵਰ ਪ੍ਰੋਪਰਟੀ, ਇਹ ਤਾਂ ਬਹੁਤ ਛੋਟੀ ਚੀਜ਼ ਹੈ। ਜਿਸ ਤਰ੍ਹਾਂ ਇੱਕ ਥੋੜੇ ਦਿਨ ਪਹਿਲਾਂ ਦੀ ਗੱਲ, ਹਾਂ ਇੱਕ ਮੈਂ ਦੱਸਾਂ, ਮਾਈਕਲ ਵਿਲੀਅਮ ਤੁਸੀਂ ਦੇਖਿਆ ਹੋਏਗਾ ਥੋੜੇ 10 ਦਿਨ ਪਹਿਲਾਂ, ਉਹਨਾਂ ਦੀ ਬੈਕ ਆਫਿਸ ਇੱਕ ਪੋਸਟ ਆਈ ਸੀ, ਉਹਦੇ 'ਚ ਲਿਖਿਆ ਸੀ, ਫਸਟ ਲਾਈਨ ਸੀਗੀ, ਫਾਈਨੈਂਸ਼ੀਅਲ ਸੁਨਾਮੀ ਇਜ਼ ਗੋਇੰਗ ਟੂ ਹਿੱਟ ਯੂਰ ਬੈਂਕ ਅਕਾਊਂਟ। ਜੀ ਬਿਲਕੁਲ। ਫਾਈਨੈਂਸ਼ੀਅਲ ਸੁਨਾਮੀ ਲੋਕਾਂ ਨੂੰ ਕਈ ਪਤਾ ਹੀ ਨਹੀਂ ਉਹ ਕੀ ਵਰਡ ਉਹਦਾ। ਉਹ ਕਹਿੰਦਾ ਵੀ ਤੁਸੀਂ ਜਿਸ ਤਰ੍ਹਾਂ ਸੁਨਾਮੀ ਆ ਜਾਂਦੀ ਹੈ ਪਾਣੀ ਵਿੱਚ, ਤੇ ਉੱਥੇ ਜਿਹੜੇ ਕਿਨਾਰੇ ਦੇ ਆਸੇ-ਪਾਸੇ ਲੋਕ ਰਹਿੰਦੇ ਆ, ਬੜਾ ਨੁਕਸਾਨ ਹੋ ਜਾਂਦਾ, ਉਹਨੂੰ ਸੰਭਾਲ ਨਹੀਂ ਸਕਦੇ। ਉਹ ਜਿਹੜਾ ਕੀ ਹੋ ਗਿਆ ਸਾਨੂੰ ਪਤਾ ਨਹੀਂ, ਕਿਉਂਕਿ ਇੱਕ ਅਨਪ੍ਰੈਸੀਡੈਂਟਡ ਚੀਜ਼ ਹੋ ਜਾਂਦੀ ਹੈ, ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ। ਹਾਂ ਯੈਸ, ਉਹ ਤੂਫਾਨ ਪੈਸਿਆਂ ਵਾਲਾ ਤੁਹਾਡੇ ਅਕਾਊਂਟ 'ਚ ਆਏਗਾ। ਜਦੋਂ ਉਹ ਤੂਫਾਨ ਆਏਗਾ ਤੁਸੀਂ ਸੰਭਾਲੋ ਕਿਸ ਤਰ੍ਹਾਂ। ਉਹ ਸਹੀ ਬੋਲਿਆ ਉਹਨੇ ਕਿ ਫਾਈਨੈਂਸ਼ੀਅਲ ਸੁਨਾਮੀ ਵਿਲ ਗੋਇੰਗ ਟੂ ਹਿੱਟ ਯੂਰ ਬੈਂਕ ਅਕਾਊਂਟ। ਤਾਂ ਬੜਾ ਕੁਝ ਹੋਏਗਾ 5 ਸਾਲਾਂ ਵਿੱਚ ਜੀ। ਜ਼ਬਰਦਸਤ ਸਾਧੂ ਜੀ। ਔਰ ਤੁਸੀਂ ਸਹੀ ਕਹਿ ਰਹੇ ਹੋ। ਜਿਹੜੀ ਐਸ਼ ਨੇ ਇੱਕ ਗੱਲ ਕਰਤੀ, ਜਿਹੜੀ ਰੀਸੈਂਟ ਅਪਡੇਟਸ, OMV, ਓਵਰ ਮਾਰਕੀਟ ਵੈਲਿਊ। ਜਦੋਂ ਦੇਖੋ ਇਹ ਜਦੋਂ ਓਵਰ ਮਾਰਕੀਟ ਵੈਲਿਊ ਪ੍ਰੋਡਕਟਸ ਮਿਲਣਗੇ ਲੋਕਾਂ ਨੂੰ, ਲੋਕੀ ਤੇ ਨਸ ਕੇ ਆਣਗੇ, ਠੀਕ ਹੈ। ਔਰ ਤੁਸੀਂ ਕੁਝ ਪ੍ਰੋਡਕਟਸ ਹੈ, ਜੈਸੇ ਤੁਸੀਂ ਇਲੈਕਟ੍ਰਿਸਿਟੀ ਦੀ ਗੱਲ ਕੀਤੀ ਕਿ ਐਸ਼ ਨੇ ਦੱਸਿਆ ਸੀ, ਉਹ ਸ਼ਾਇਦ ਤੁਸੀਂ ਗੌਰ ਨਹੀਂ ਕੀਤਾ। ਮੈਂ ਐਸ਼ ਨਾਲ ਕੁਐਸਚਨ ਕੀਤਾ ਸੀ ਇੱਕ, ਮੈਂ ਅਰਾਊਂਡ 13 ਜੂਨ ਨੂੰ ਜਿਹੜਾ ਹੋਇਆ ਸੀ ਨਾ ਕੁਐਸਚਨ, ਮੈਨੂੰ ਜ਼ਰਾ ਮੇਰਾ ਲਿੰਕ ਮਿਲਿਆ ਸੀ, ਤੇ ਮੈਂ ਜਦੋਂ ਐਸ਼ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਤੋਂ ਲਾਈਟ ਚਲੀ ਗਈ ਸੀ। तो क्योंकि मैं यूपीएस यूज कर रहा था, इंटरनेट डिस्कनेक्ट तो नहीं हुआ है, लेकिन ये कि लाइट मेरी डिम हो गई, पखे की आवाज आना शुरू हो गई क्योंकि वो ज्यादा खिंचना शुरू कर दी पावर। तो मैं पखा बंद करता, तो ऐश ने मैं एक्सक्यूज किया मेरे पावर इशू है। तो ऐश ने फिर वो बाद गल कही सी कि क्योंकि ਇਹੋ ਜਿਹੀ ਇੱਕ ਪ੍ਰੋਡਕਟ ਆਏਗੀ ਕਿ ਇਹ ਇਸ਼ੂ ਨਹੀਂ ਰਹੇਗਾ। और ਜਿਹੜਾ मेरा ख्याल है कि एनर्जी की गल करते हैं, एनर्जी प्रोडक्ट, एनर्जी तो रेलिवेंट कोई प्रोडक्ट होनी, और ਉਹਦਾ ਬਿੱਲ ਵੀ ਨਹੀਂ ਆਣਾ, ਸਭ ਤੋਂ ਚੰਗੀ ਗੱਲ ਹੈ। ਨਹੀਂ ਆਏਗਾ।
ਔਰ ਹਾਂ ਤੁਸੀਂ ਦੇਖੋ ਇੱਥੇ ਮੈਂ ਜਿਹੜੀ ਗੱਲ ਸੋਚਦਾ ਸੀ ਨਾ ਕਿ ਦੋ ਅਸੀਂ ਜਿਹੜੇ ਆਈਟੀ ਦੇ ਬੰਦੇ ਨੇ, ਦੋ ਇਸ਼ੂ ਹੁੰਦੇ, ਇੱਕ ਤੇ ਲਾਈਟ ਚਲੀ ਜਾਂਦੀ ਹੈ, ਠੀਕ, ਜੀ ਲਾਈਟ ਦੇ ਦੂਸਰਾ ਹੈ ਕਿ ਇੰਟਰਨੈਟ ਤੇ ਕਨੈਕਸ਼ਨ ਨਹੀਂ ਸਹੀ ਮਿਲਦਾ, करेक्ट ਸਪੀਡ ਨਹੀਂ ਆਉਂਦੀ ਤੇ नेटवर्क प्रॉब्लम ਨੈਟਵਰਕ ਪ੍ਰੋਬਲਮ। ਪਹਿਲੇ ਤਾਂ ਐਸ਼ ਨੇ ਦੱਸ ਦਿੱਤਾ ਕਿ ਜਿਹੜੀ ਡਿਵਾਈਸ ਮੈਂ ਆਏਗੀ, ਜਿਹੜੇ ਤੁਸੀਂ ਬਿਜਲੀ ਦਾ ਮਸਲਾ ਹੱਲ ਹੋ ਜਾਏਗਾ। ਦੂਸਰਾ ਹੈ या ਕਿ ਇੱਕ ਇਹਨਾਂ ਦੀ ਇੱਕ ਪ੍ਰੋਡਕਟ ਹੈ ਉਹ ਵਰਚੁਅਲ, या ਉਹ ਉਹਦੇ ਇੱਕ ਮਜ਼ੇਦਾਰ ਗੱਲ ਇਹ ਹੋਏਗੀ ਕਿ ਅਗਰ ਸਾਡੇ ਕੋਲ ਕੋਈ ਥੱਕਿਆ ਜਿਹਾ ਵੀ ਕਨੈਕਸ਼ਨ ਹੈ, ਉਹਦੇ ਨਾਲ ਅਸੀਂ ਲੌਗਇਨ ਕਰਾਂਗੇ, ਉਹ ਵਰਚੁਅਲ ਓਪਨ ਕਰਕੇ ਅਸੀਂ ਜਿਹੜੀ ਔਨ ਪੈਸਿਵ ਦਾ ਇੰਟਰਨੈਟ ਉਹ ਯੂਜ਼ ਕਰਾਂਗੇ ਸਪੀਡੀ, ओह ग्रेट ਤੇ ਸਾਨੂੰ ਇਹ ਇਸ਼ੂ ਨਹੀਂ ਰਹੇਗਾ। ਸਾਨੂੰ ਜੈਸੇ ਹੁੰਦਾ ਨਾ, ਜੈਸੇ ਅਗਰ ਕਿਸੇ ਜਿਹੜੇ ਚੁੱਲ੍ਹੇ ਹੁੰਦੇ ਨੇ ਸਪਾਰਕ ਚਾਹੀਦਾ ਹੁੰਦਾ ਹੈ, यस ਸਪਾਰਕ यस ਵਾਸਤੇ यस ਸਾਨੂੰ ਇੰਟਰਨੈਟ ਕਨੈਕਸ਼ਨ ਚਾਹੀਦਾ, ਬਾਕੀ ਅੱਗ ਸਾਡੀ ਆਪਣੀ ਹੈ। ਇੱਕ ਵਾਰੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਖਿਆਲ ਮੋਬਾਈਲ ਫੋਨ ਦੀ ਗੱਲ ਚੱਲੀ ਸੀ ਕਿ ਤੁਹਾਡੇ ਮੋਬਾਈਲ ਦੇ ਵਿੱਚ 5G ਕਨੈਕਸ਼ਨ ਆਟੋਮੈਟਿਕ ਚੱਲੇਗਾ ਤੇ ਉਹਦਾ ਰਿਚਾਰਜ ਵੀ ਨਹੀਂ ਕਰਨਾ ਤੇ ਸਪੀਡ 5G ਦੀ ਹੋਏਗੀ। ਔਰ ਇੱਕ ਹੋਰ ਗੱਲ ਵੀ ਕੀਤੀ ਸੀ ਕਿ ਵਾਇਰਲੈਸ ਯਾਨੀ ਚਾਰ ਟੀਵੀ ਹੋਏਗਾ ਜਿਹੜਾ ਜਿਹਦੇ ਸਵਿਚ ਦੇ ਬਗੈਰ ਹੋਣਾ ਤੇ ਯੈਸ ਚਾਰਜੇਬਲ ਵੀ ਨਹੀਂ ਹੋਣਾ। ਫਿਰ ਇੱਕ ਦਫਾ ਇਹ ਵੀ ਗੱਲ ਕੀਤੀ ਸੀ ਕਿ ਆਈਫੋਨ 13 ਤੇ ਨਹੀਂ, ਲੇਕਿਨ ਇਹੋ ਜਿਹੀ ਪ੍ਰੋਡਕਟ ਆਣਗੀ, ਤੇ ਇਹ ਸਾਡੇ ਹਿੰਟਸ ਹੁੰਦੇ ਨੇ ਕਿ ਪ੍ਰੋਡਕਟ ਜਿਹੜੀ ਬਿਲਕੁਲ ਹਰ ਕਿਸਮ ਦੀ ਪ੍ਰੋਡਕਟ ਕਰੈਕਟ ਆਣਗੀ। ਤੇ ਫਿਰ ਇੱਕ ਦਫਾ ਸ਼ੁਰੂ ਜੀ, ਅਗਰ ਤੁਹਾਨੂੰ ਯਾਦ ਹੋਵੇ, ਇਹਨਾਂ ਨੇ ਕਿਹਾ ਸੀ ਕਿ ਲਾਈਫ ਸੇਵਿੰਗ ਪ੍ਰੋਡਕਟਸ ਹੋਣਗੀ, ਜਿਹੜੀ ਯੂਐਸ ਆਰਮੀ ਨੂੰ ਰਿਵਿਊ ਵਾਸਤੇ ਦਿੱਤੀ ਹੈ। ਉਹਦੇ ਬਾਅਦ ਯੈਸ ਜ਼ਿਕਰ ਨਹੀਂ ਕੀਤਾ ਸਰ, ਇਹ ਸਾਰੇ ਕੰਮ ਪਿੱਛੇ ਹੋ ਰਹੇ ਨੇ ਬੈਕ ਐਂਡ ਤੇ। ਇਹ ਤਾਂ ਸਾਨੂੰ ਕਰੈਕਟ ਵਕਤ ਆਣਗੇ ਤੇ ਸ਼ਾਮਾਂ ਰਿਵੀਲ ਹੋਣਗੀ, तो बहुत ही ਜ਼ਬਰਦਸਤ ਹੋਏਗਾ। ਤੇ ਅਸੀਂ ਗੱਲਾਂ ਤਾਂ ਕਰ ਹੀ ਰਹੇ ਹਾਂ, ਲੇਕਿਨ ਅਸੀਂ ਜੋ ਮਿਸਟਰ ਐਸ਼ ਦੀ ਗੱਲ ਕਰਦੇ ਹਾਂ, ਤੇ ਮਿਸਟਰ ਜੀ ਐਸ਼ ਮੁਫਾਰੇ ਤੁਹਾਨੂੰ ਪਤਾ ਜੀਨੀਅਸ ਮਾਸਟਰਮਾਈਂਡ। ਅਸੀਂ ਦੇਖੋ ਜੀ ਕਿਸੇ ਐਸ਼ ਦੇ ਗੱਲ ਬਾਰੇ ਮੈਂ ਤੁਹਾਨੂੰ ਦੱਸਾਂ ਜੀ ਵਸੀਮ ਜੀ, ਮੈਂ ਆਈ ਐਮ ਗੋਇੰਗ ਟੂ ਇੰਟਰਪਟ ਯੂ। ਜੀ ਐਸ਼ ਜੋ ਇੱਕ ਪਰਸਨੈਲਿਟੀ ਹੈ, ਮੈਂ ਤਾਂ ਉਹਨੂੰ ਕਹਿੰਦਾ ਕਿ ਹੀ ਗੋਡ ਹੈਜ਼ ਸੈਂਟ ਹਿਮ ਐਨ ਐਂਜਲ ਔਨ ਅਰਥ। ਦੇਖੋ ਉਹਦੀ ਸਾਰੀ ਚੀਜ਼ ਹੀ ਵੱਖਰੀ ਹੈ, ਮੈਂ ਕੀ ਨਾਂ ਲਵਾਂ ਉਹਦਾ। ਬਿਲਕੁਲ ਸਹੀ, ਉਹਦੀ ਪਰਸਨੈਲਿਟੀ ਵੱਖਰੀ ਹੈ, ਉਹਦੀ ਸੋਚ ਵੱਖਰੀ ਹੈ, ਉਹਦਾ ਵਿਜ਼ਨ ਵੱਖਰਾ ਹੈ। ਜ਼ਬਰਦਸਤ। ਹੁਣ ਦੇਖੋ ਜਦੋਂ ਕਾਰਪੋਰੇਟ ਵਰਲਡ ਦੀ ਮੈਂ ਗੱਲ ਕਰਾਂ, ਪਿੱਛੇ ਆਪਾਂ ਦੇਖੀਏ 100 ਸਾਲ ਦੀ ਪਿੱਛੇ ਗੱਲ ਕਰੀਏ ਤਾਂ ਇਹੋ ਜਿਹਾ ਇੱਕ ਵੀ ਇਨਸਾਨ ਪੈਦਾ ਨਹੀਂ ਹੋਇਆ ਅੱਜ ਤੱਕ ਜਿਹਨੇ ਲੋਕਾਂ ਦੀ ਭਲਾਈ ਦੇ ਬਾਰੇ ਸੋਚਿਆ ਹੋਵੇ। ਬਿਲਕੁਲ ਸਹੀ। ਸਭ ਕਹਿੰਦੇ ਵੀ ਮੇਰੇ ਕੋਲੇ ਪੈਸਾ ਆ ਜਾਵੇ, ਮੈਂ ਮਾਲਕ ਹੋਵਾਂ ਤੇ ਬਾਰੀ ਦੁਨੀਆ ਮੇਰੀ ਨੌਕਰ ਹੋਵੇ ਸਾਰੀ। ਦਿਸ ਵਾਜ਼ ਦਾ ਥਿੰਕਿੰਗ। ਇਹਨੂੰ ਬੋਲਦੇ ਆ ਇੰਗਲਿਸ਼ ਦੇ ਵਿੱਚ ਮੈਟੀਰੀਅਲਿਸਟਿਕ ਅਪਰੋਚ। ਉਸ ਮੈਟੀਰੀਅਲਿਸਟਿਕ ਅਪਰੋਚ ਦਾ ਇਹ ਨਤੀਜਾ ਹੋਇਆ ਕਿ ਖਾਸ ਕਰਕੇ ਜਿਹੜਾ ਗਲਫ ਕੰਟਰੀਜ਼ ਨੇ, ਉੱਥੇ ਸਾਰਾ ਪੈਸਾ 10% ਲੋਕਾਂ ਵਿੱਚ ਇਕੱਠਾ ਹੋ ਗਿਆ ਤੇ ਬਾਕੀ 90% ਪੈਸਾ ਲੋਕਾਂ ਕੋਲ 10% ਪੈਸਾ ਵੀ ਨਹੀਂ ਹੈ। ਸਿਮਿਲਰਲੀ ਏਸ਼ੀਆ ਦੇ ਵਿੱਚ ਹੋਰ ਦੇਸ਼ ਦੀ ਵੀ ਸੁਣੀ, ਸਭ ਤੋਂ ਜ਼ਿਆਦਾ ਹਾਲਾਤ ਏਸ਼ੀਆ ਦੀ ਖਰਾਬ ਹੈ, ਪਾਕਿਸਤਾਨ ਇੰਡੀਆ ਵੀ ਸ਼ਾਮਲ ਹੈ ਉਹਦੇ ਵਿੱਚ। ਸਾਡੇ ਕੋਲ ਵੀ 10% ਲੋਕ ਹੈ ਉਹ ਜਿਹਨੇ ਬੈਠੇ ਜਿਹੜੇ ਧਨ ਦੇ ਕਬਜ਼ਾ ਕਰੀ ਬੈਠੇ ਹੈ, ਤੇ ਬਾਕੀ 75% ਲੋਕਾਂ ਕੋਲ 10% ਪੈਸਾ ਹੈ। ਤਾਂ ਇਹ ਜਿਹੜੀ ਇਕੁਐਲਿਟੀ ਆਫ ਵੈਲਥ ਹੈ, ਵੈਲਥ ਡਿਸਟ੍ਰੀਬਿਊਸ਼ਨ ਦੀ ਗੱਲ ਕੀਤੀ, ਮੈਂ ਇੱਥੇ ਉਹਨੂੰ ਲੈ ਕੇ ਆਉਣਾ ਹੈ ਵੀ ਉਹਨੇ ਇੱਕ ਦਿਨ ਇਹ ਸੋਚਿਆ ਹੈ ਮਾਈਂਡ ਦੇ ਵਿੱਚ ਕਿ ਇੱਕ ਦਿਨ ਆਏਗਾ, ਸ਼ਾਇਦ ਹੋ ਸਕਦਾ 15-20 ਸਾਲ ਬਾਅਦ ਆ ਜਾਏ, ਕਿ ਸ਼ਾਇਦ ਬਹੁਤ ਹੱਦ ਤੱਕ ਟੂ ਏ ਗ੍ਰੇਟ ਐਕਸਟੈਂਟ ਇਹ ਫਾਈਨੈਂਸ਼ੀਅਲ ਇਨਇਕੁਐਲਿਟੀ ਖਤਮ ਹੋ ਚੁੱਕੀ ਹੋਏਗੀ। ਇਕੁਐਲਿਟੀ ਲੈ ਕੇ ਆ ਜਾਏਗਾ ਉਹ ਇਨਸਾਨ। ਕਿਉਂ ਲੈ ਕੇ ਆਏਗਾ? ਕਿਉਂਕਿ ਅੱਜ ਤੱਕ ਐਸੀ ਕੰਪਨੀ ਨੇ ਕਿਸੇ ਨੇ ਸੋਚਿਆ ਨਹੀਂ ਕਿ ਮੈਂ ਆਪਦੇ ਕੋਲ 15-20%, 25 ਜਾਂ 30% ਰੱਖਾਂ ਤੇ 65% ਵੰਡਾਂ। ਮੈਨੂੰ ਨਹੀਂ, ਮੈਂ ਇੱਕ ਟੋਨੀ ਮੋਂਗ ਇੱਕ ਹੈ ਆਪਣਾ ਫਾਊਂਡਰ ਫਰੋਮ ਆਈ ਥਿੰਕ ਹੀ ਇਜ਼ ਫਰੋਮ ਕੈਨੇਡਾ। ਟੋਨੀ ਮੌਂਕਸ ਜੀ, ਬਿਲਕੁਲ। ਅੱਜ ਵੀ ਥੋੜੀ ਪੋਸਟ ਆਈ ਉਹਦੀ, ਹੁਣੀ ਪੋਸਟ ਆਈ ਸੀ, ਆਪਾਂ ਮੀਟਿੰਗ ਸ਼ੁਰੂ ਕੀਤੀ ਉਸ ਥੋੜੀ ਪਹਿਲਾਂ ਆਈ ਸੀ ਪੋਸਟ ਉਹਦੀ, ਇੱਕ ਛੋਟੀ ਜੀ। ਕੈਨੇਡਾ ਦਾ ਜਾਂ ਉਹਨੇ ਇਹ ਗੱਲ ਲਿਖੀ ਸੀ ਵੀ ਕਿੱਥੇ ਗੱਲ ਕਰ ਰਹੇ ਸੀ ਆਪਾਂ? ਅਸੀਂ ਇਹਦੀ ਗੱਲ ਕਰ ਰਹੇ ਸੀ ਨਾ, ਫਾਈਨੈਂਸ਼ੀਅਲ ਫਰੀडम ਵਗੈਰਾ ਦੀ, ਜਿਹੜੇ ਮਿਸਟਰ ਐਸ਼ ਮੁਖਾਰਜੀ ਦੀ। ਉਹਨੇ ਇੱਕ ਦਿਨ ਇਹ ਲਿਖਿਆ ਸੀਗਾ ਵੀ ਗੂਗਲ ਨੂੰ ਕਿੰਨੇ ਲੋਕ ਹਿੱਟ ਕਰਦੇ ਹੈ, ਤੇ ਉਹਨੇ ਫਿਰ ਡੇਟਾ ਦਿੱਤਾ ਸੀ ਉੱਥੇ ਕਿ ਸਾਡੇ ਕੋਲ 14 ਲੱਖ ਲੋਕਾਂ ਦੇ ਜਾਂ 14 ਲੱਖ ਡੋਮੇਨ ਨੇਮ ਜਦੋਂ ਬਣੇਗੇ, 14 ਲੱਖ ਜਿੰਨੇ ਵੀ ਹੈ ਸਾਡੇ 14,55,793 ਮੇਰੇ ਖਿਆਲ ਲੋਕ ਨੇ, ਇਹਨਾਂ ਦੇ ਡੋਮੇਨ ਨੇਮ ਇੰਡੀਵਿਜੂਅਲ ਬਣੇਗਾ। ਸਾਰਾ ਜਿੰਨਾ ਪ੍ਰੋਡਕਟ ਹੈ ਕੰਪਨੀ ਦਾ, ਜੋ ਵੀ ਢਾਂਚਾ ਅੱਜ ਤੱਕ ਤਿਆਰ ਹੋ ਚੁੱਕਿਆ, ਜਦੋਂ ਲਾਂਚ ਕੰਪਨੀ ਹੋਏਗੀ ਉਹ ਸਾਰਾ ਇੱਕ ਡੋਮੇਨ ਤੇ ਹੋਏਗਾ। ਉਸ ਡੋਮੇਨ ਤੇ ਟਾਰਗੇਟਡ ਟ੍ਰੈਫਿਕ ਆਏਗਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦੀ ਹੈਲਪ ਦੇ ਨਾਲ ਉਹ ਥੋੜਾ ਡੋਮੇਨ ਨੇਮ ਵਿਦਨ ਏ ਸੈਕਿੰਡ ਇੱਕ ਵਰਲਡ ਦੇ ਵਿੱਚ 500 ਕਰੋੜ ਲੋਕ ਘੁਮਾ ਦਿੱਤਾ ਜਾਏਗਾ।
ਜ਼ਬਰਦਸਤ। ਤਾਂ ਜੋ ਲੋਕਾਂ ਨੂੰ ਚੀਜ਼ ਚਾਹੀਦੀ ਉੱਥੇ ਬੈਠੇ ਮਿਲੇਗੀ, ਉਹਨੇ ਉੱਥੇ ਕਲਿੱਕ ਕਰਕੇ ਉਹ ਚੀਜ਼ ਲੈਣੀ ਹੈ, ਸਾਡੇ ਖਾਤੇ 'ਚ ਪੈਸੇ ਆ ਜਾਣੇ, ਜ਼ਬਰਦਸਤ ਜ਼ਬਰਦਸਤ ਜ਼ਬਰਦਸਤ। ਰਾਈਟ ਜੀ। ਇਹ ਮਤਲਬ ਇਹੋ ਜੀ ਇੱਕ ਟੈਕਨੀਕ ਲੈ ਕੇ ਲੋਕਾਂ ਦੀ, ਦੇਖੋ ਹਾਂ ਉਹਨੇ, ਮੈਂ ਕਿਹਾ ਸੀ ਜੋ ਸੋਚ ਹੈ ਇੱਕ ਇਨਸਾਨ ਦੀ ਬਹੁਤ ਉੱਚੀ ਸੋਚ ਹੈ, ਜਿਹਨੇ ਆਪਣੇ ਆਪ ਨੂੰ, ਉਹ ਤਾਂ ਅਗਰ ਜੇ ਚਾਹੁੰਦਾ ਤਾਂ ਸਾਨੂੰ 5% ਕਹਿੰਦਾ ਮੈਂ ਬਣਨਾ, 95 ਬਣੇ ਰੱਖਾਂਗਾ, ਆਪਾਂ ਕੀ ਕਰ ਸਕਦੇ ਸੀ। ਬਿਲਕੁਲ ਸਹੀ। ਲੇਕਿਨ ਕਿੰਨੀ ਵੱਡੀ ਹਾਂਜੀ ਆਪਣਾ ਉਹਨੇ ਅੱਜ ਕੱਲ੍ਹ ਪਰਸੋਂ ਵੀ ਗੱਲ ਕੀਤੀ ਹੈ ਕਿ ਥੋੜੇ ਬਹੁਤ ਜਿਹੜੇ ਓਵਰਹੈਡ ਐਕਸਪੈਂਸਿਸ ਨੇ, ਜੋ ਸੈਲਰੀ ਜਾ ਰਹੀ ਹੈ, ਜੋ ਆਫਿਸ ਦਾ ਖਰਚਾ ਹੈ, ਇਹ ਕੰਪਨੀ ਦੇ ਨਾਂ ਤੇ ਕੁਝ ਉਹ ਪੈਸਾ ਕੱਟੇਗਾ, ਬਾਕੀ 60 ਹਾਂ ਯੈਸ ਮੰਗੋ ਯਾਦ ਆ ਗਿਆ ਮੈਨੂੰ, ਟੋਨੀ ਮੋਂਗ ਦੀ ਮੈਂ ਭੁੱਲ ਗਿਆ ਸੀ ਗੱਲ। ਟੋਨੀ ਮੋਂਗ ਨੇ ਗੱਲ ਲਿਖੀ ਸੀ ਇੱਕ ਦਿਨ ਕਿ ਐਸ਼ ਇਜ਼ ਗੋਇੰਗ ਟੂ ਡਿਸਟ੍ਰੀਬਿਊਟ 65% ਆਫ ਹਿਸ ਪ੍ਰੋਫਿਟ, ਯੈਸ ਲਿਖਿਆ ਸੀ ਉਹਨੇ ਇਹ ਗੱਲ, ਤਾਂ ਮੈਂ ਹਾਈਲਾਈਟ ਕਰ ਰਿਹਾ। ਤੇ 65% ਪ੍ਰੋਫਿਟ ਬਣਨਾ ਬਹੁਤ ਵੱਡੀ ਗੱਲ ਹੈ, ਕੋਈ ਨਹੀਂ ਕਰਦਾ ਜੀ। ਟ੍ਰਿਲੀਅਨਸ ਆਫ ਡਾਲਰ ਜਦੋਂ ਆਉਣਗੇ, ਟ੍ਰਿਲੀਅਨਸ ਆਫ ਡਾਲਰ, ਕਿਉਂਕਿ ਜਦੋਂ ਮੈਨੂੰ ਲੱਗਦਾ ਹੈ ਜੋ ਮੇਰਾ ਇਮੇਜਿਨੇਸ਼ਨ ਜਾਂ ਛਲਾਂਗ ਲਗਾ ਰਿਹਾ ਹੈ, ਉਹ ਇਹ ਲਗਾ ਰਿਹਾ ਵੀ 5 ਸਾਲ ਤੋਂ ਪਹਿਲਾਂ ਹੀ ਆਪਾਂ 500 ਕਰੋੜ ਲੋਕ ਇਹਨੂੰ ਜੁਆਇਨ ਕਰ ਚੁੱਕੇ ਹੋਣਗੇ। ਉਸ ਤੋਂ ਬਾਅਦ ਹੁਣ ਦੇਖੋ ਹੋਰ ਗੱਲਾਂ ਮੇਰੇ ਯਾਦ ਆ ਗਈਆਂ, ਮੈਂ ਹੋਰ ਮੈਂ ਦੱਸ ਦੇਵਾਂ। ਜੀ ਜੀ ਸ਼ੋਰ ਜਦੋਂ 500 ਕਰੋੜ ਲੋਕ ਜੁਆਇਨ ਕਰ ਗਏ ਨਾ ਵਸੀਮ, ਜੀ। ਤਾਂ ਤੁਸੀਂ ਲਾਓ ਵੀ ਐਸ਼ ਦੇ ਮੁੱਠੀ ਦੇ ਵਿੱਚ ਪੂਰੀ ਦੁਨੀਆ ਆ ਜਾਏਗੀ। ਬਿਲਕੁਲ ਐਸੀ ਐਸੀ ਐਸੀ। ਕਿਉਂ ਆਏਗੀ? ਨੰਬਰ 1, ਕੋਈ ਕੰਪਨੀ ਆ ਕੇ ਐਸ਼ ਦੇ ਪੈਰ ਫੜੇਗੀ ਜੀ ਐਸ਼ ਜੀ ਸਾਡਾ ਮੋਬਾਈਲ ਲਾਂਚ ਕਰ ਦਿਓ, ਉਹ ਕਹੇਗਾ ਵੀ ਮੈਂ ਥੋੜਾ ਕਿਉਂ ਕਰਾਂ, ਮੇਰੀ ਕੰਪਨੀ ਨਾਂ ਲਿਖੋ ਦੇ ਉੱਪਰ, ਮੈਂ ਮੇਰੀ ਕੰਪਨੀ ਬਣਾ ਕੇ ਵੇਚਾਂਗਾ, ਤੇ ਉਹ ਲਾਂਚ ਕਰੇਗਾ 500 ਕਰੋੜ ਕੱਲ ਹੀ ਗ੍ਰਾਹਕ ਤਿਆਰ ਹੈ। ਸਿਮਿਲਰਲੀ ਕੋਈ ਹੋਰ ਕੰਪਨੀ ਜਾਂ ਖੁਦ ਹੀ ਆਪਣੀ ਕੰਪਨੀ ਐਸ਼ ਜੋ ਕਰਨ ਜਾ ਰਿਹਾ, ਉਹ ਕਿਉਂਕਿ ਜ਼ਿਆਦਾਤਰ ਤਾਂ ਆਪਾਂ ਖੁਦ ਹੀ ਕੰਟਰੋਲ ਕਰਾਂਗੇ, ਕਿੰਨੇ ਇੱਕ ਵੀ ਪ੍ਰੋਡਕਟ ਕੱਢੇਗਾ ਐਸ਼ ਆਪਦੀ ਟੈਕਨੋਲੋਜੀ ਦੇ ਨਾਲ, ਉਹਦਾ 500 ਕਰੋੜ ਗ੍ਰਾਹਕ ਤਿਆਰ ਹੈ, ਕਿਉਂਕਿ 5 ਸਾਲ ਦੇ ਵਿੱਚ 500 ਕਰੋੜ ਲੋਕ ਇਹਦੇ ਥੱਲੇ ਆ ਜਾਣੇ ਹੈ। ਤਾਂ ਕ੍ਰਿਪਟੋ ਕਰੰਸੀ ਦੀ ਗੱਲ ਵੀ ਚੱਲੀ ਸੀ ਇੱਕ ਦਿਨ, ਅਗਰ ਅੱਜ ਵੀ ਅਗਰ ਕੱਲ ਆਪਣੀ ਔਨ ਪੈਸਿਵ ਲਾਂਚ ਹੁੰਦੀ ਹੈ, ਤਾਂ ਕ੍ਰਿਪਟੋ ਕਰੰਸੀ ਦੀ ਅਗਰ ਇੱਕ ਕਰੰਸੀ ਇਹਨੇ ਕੱਢ ਦਿੱਤੀ ਐਸ਼ ਨੇ ਅਗਰ, ਤਾਂ 14.5 ਲੱਖ ਤੱਕ ਕਸਟਮਰ ਹੈ ਅੱਜ ਕੱਲ। ਬਿਟਕੋਇਨ ਦੇ 14.5 ਲੱਖ ਬੰਦਾ ਨਹੀਂ ਹੈ, ਨੈਟ ਤੇ ਚੈੱਕ ਕਰੋ ਤੁਸੀਂ, ਬਿਟਕੋਇਨ ਸਭ ਤੋਂ ਵੱਡੀ ਕਰੰਸੀ ਹੈ ਅੱਜ, ਕ੍ਰਿਪਟੋ ਕਰੰਸੀ ਹੈ, ਉਹਨਾਂ ਕੋਲ 14.5 ਲੱਖ ਲੋਕ ਨਹੀਂ ਹੈ। ਲੇਕਿਨ ਐਸ਼ ਨੇ ਅਗਰ ਕੱਲ ਅਨਾਉਂਸ ਕਰਤਾ ਕਿ ਆਈ ਐਮ ਗੋਇੰਗ ਟੂ ਅਨਾਉਂਸ ਦਿਸ ਕੋਇਨ, ਉਹਦੇ 14.5 ਲੱਖ ਤੋਂ ਬਾਹਰ ਖੁਦ ਹੀ ਬੈਠੇ ਹੈ। ਬਿਲਕੁਲ ਬਿਲਕੁਲ ਐਸੀ ਐਸੇ। ਕਿੰਨਾ ਵੱਡਾ ਬਿਜ਼ਨਸ ਹੋਏਗਾ ਉਹਦੇ ਵਿੱਚ। ਇੱਕ ਪ੍ਰੋਡਕਟ ਦੀ ਮੈਂ ਗੱਲ ਕਰਾਂ, ਜਿੰਨੇ ਪ੍ਰੋਡਕਟ ਲਾਂਚ ਕਰੇਗਾ ਉਹਨਾਂ ਦੀ ਖਰੀਦਣ ਵਾਲੇ ਜੋ ਗ੍ਰਾਹਕ ਨੇ, ਦੇ ਆਰ ਇਨ ਬਿਲੀਅਨਸ ਆਫ ਨੰਬਰਸ, ਤੇ ਬਿਲੀਅਨਸ ਆਫ ਨੰਬਰ ਦੇ ਵਿੱਚ ਜੋ ਗ੍ਰਾਹਕ ਉਹ ਚੀਜ਼ ਲੈਣਗੇ ਤਾਂ ਜਨਰੇਟ ਤਾਂ ਕਮਿਸ਼ਨ ਹੋਏਗਾ, ਪੈਸਾ ਜਨਰੇਟ ਹੋਏਗਾ। ਇਸੇ ਕਰਕੇ ਉਹ ਜਿਹੜੇ ਪਾਗਲ ਲੋਕ ਨੇ ਜਿਹੜੇ ਬੈਠੇ ਆ ਤੁਹਾਡੇ ਫਾਈਨੈਂਸ਼ੀਅਲ ਆਏਗੀ ਸੁਨਾਮੀ ਆਏਗੀ, ਉਹ ਇਸੇ ਕਰਕੇ ਸੁਨਾਮੀ, ਦੇ ਨੋ ਵੈਰੀ ਵੈਲ। ਬਿਲਕੁਲ ਬਿਲकुल ਬਿਲकुल ਜੀ ਜ਼ਬਰਦਸਤ ਜ਼ਬਰਦਸਤ। ਹਾਂਜੀ ਸਾਧੂ ਜੀ ਤੁਸੀਂ ਸਹੀ ਕਹਿ ਰਹੇ ਹੋ ਕਿ ਮਿਸਟਰ ਐਸ਼ ਦੀ ਕਾਮਯਾਬੀ ਦੀ ਜਿਹੜੀ ਇੱਕ ਵਜ੍ਹਾ ਇੱਕ ਵਜ੍ਹਾ ਇਹ ਵੀ ਹੈ, ਦੇਖੀ ਜਿਹੜਾ ਵੰਡਣ ਨਾਲ ਨਾ ਤੁਹਾਡੇ ਕੋਲ ਹੋਰ ਆਂਦਾ ਹੈ, ਹਾਂ ਯੈਸ ਬਿਲਕੁਲ। ਵੱਧਦਾ ਹੈ। ਇਸ ਤੋਂ ਪਹਿਲੇ ਜਿੰਨੀਆਂ ਵੀ ਕੰਪਨੀਆਂ ਸੀ ਨਾ, ਉਹਨਾਂ ਦੀ ਨਾਕਾਮੀ ਦੀ ਵਜ੍ਹਾ ਇਹ ਸੀ, ਉਹਨਾਂ ਨੇ ਆਪਣੇ ਵਾਸਤੇ ਸੋਚਿਆ, ਮਖਸੂਸ ਕਰੈਕਟ ਲੋਕਾਂ ਨੂੰ ਫਾਇਦਾ ਦਿੱਤਾ, ਜ਼ਿਆਦਾਤਰ ਲੋਕਾਂ ਨੂੰ ਜੀ ਨਾਕਾਮ ਦਿੱਤਾ। ਤੁਸੀਂ ਦੇਖੋ ਜੀ ਮੈਕਸਿਮਮ ਲੋਕ ਫਾਇਦਾ ਚੁੱਕ ਲੈਂਦੇ, ਮਿਨੀਮਮ ਲੋਕ ਫਾਇਦਾ ਚੁੱਕਦੇ ਸੀ, ਮੈਕਸਿਮਮ ਲੋਕ ਨਾਕਾਮ ਹੁੰਦੇ ਸੀ, ਤੇ ਰਿਜ਼ਲਟ ਇਹ ਹੁੰਦਾ ਸੀ ਉਹ ਕੰਪਨੀਆਂ ਜਾ ਕੇ ਖਤਮ ਹੋ ਜਾਂਦੀ ਸੀ। ਲੇਕਿਨ ਇਹ ਕਿ ਮਿਸਟਰ ਐਸ਼ ਮੁਫਾਰੇ ਦੀ ਮੈਨੂੰ ਇੱਕ ਦੋ ਕੁਝ ਸੋਹਣੀਆਂ ਗੱਲਾਂ ਇਹ ਲੱਗਦੀਆਂ, ਇੱਕ ਤੇ ਵਹੀ ਜਿਹੜੀ ਤੁਸੀਂ ਦੱਸੀ ਕਿ ਮਿਊਚੁਅਲ ਬੈਨੀਫਿਟ ਦੀ ਗੱਲ ਕਰਦੇ ਨੇ, ਭਲਾਈ ਦੀ ਗੱਲ ਕਰਦੇ ਨੇ, ਦੂਸਰਿਆਂ ਦੀ ਗੱਲ ਜੀ ਕਰਦੇ ਨੇ। ਤੁਸੀਂ ਹਾਂਜੀ ਉਹਦੀ ਅੰਦਾਜ਼ਾ ਤੁਸੀਂ ਇੱਕ ਦੋ ਚੀਜ਼ਾਂ ਨਾਲ ਲਾ ਸਕਦੇ ਹੋ ਕਿ ਮੈਂ ਜਿਹੜਾ ਆਬਜ਼ਰਵ ਕਰ ਰਿਹਾ ਸੀ ਕਿ $97 ਤੋਂ ਜਦੋਂ ਸਟਾਰਟ ਕੀਤਾ ਸੀ ਮਿਸਟਰ ਐਸ਼ ਨੇ, ਜੀ ਉਸ ਵੇਲੇ ਤਾਂ ਸਾਨੂੰ ਡਿਜੀਟਲ ਮਾਰਕੀਟਿੰਗ ਟੂਲ ਦੇ ਰਹੇ ਸੀ, ਥੋੜੀ ਜਿਹੀ ਪ੍ਰੋਡਕਟ ਦੇ ਰਹੇ ਸੀ। ਕਰੈਕਟ ਲੇਕਿਨ ਵਿਦ ਦਾ ਪੈਸੇਜ ਆਫ ਟਾਈਮ ਜਿਹੜੀ ਪ੍ਰੋਡਕਟ ਵਧੀਆਂ ਗਈਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਡਿਜੀਟਲ ਪ੍ਰੋਡਕਟਸ तमाम ਆ ਗਈ, ਡਾਟਾ ਸੈਂਟਰ ਆ ਗਿਆ, ਫਿਜ਼ੀਕਲ ਪ੍ਰੋਡਕਟਸ ਆ ਗਈ, ਲੇਕਿਨ ਉਹ ਸਾਡੀ $97 ਉਹਨੇ ਇੰਕਰੀਜ਼ ਨਹੀਂ ਕੀਤੀ, ਬਿਕਾਜ਼ ਉਹ ਸਾਨੂੰ ਟਰਬਲ ਯਾ ਨਹੀਂ ਪਾਣਾ ਜਾਂਦਾ। ਵੈਰੀ ਇੰਪੋਰਟੈਂਟ ਯੈਸ ਬਿਲਕੁਲ ਟਰਬਲ ਨਹੀਂ ਪਾਉਂਦਾ। ਹੁਣ ਦੇਖੋ ਕਿ ਅਗਰ ਤੁਸੀਂ 1000 ਦੀ 10 ਸ਼ੈਵਾਂ ਦਿੰਦੇ ਹੋ, ਅਗਰ 100 ਸ਼ੈਵਾਂ ਹੋਣ ਤਾਂ ਤੁਸੀਂ 1000 ਨਹੀਂ ਲੋਗੇ, ਫਿਰ ਪੈਸੇ ਜ਼ਿਆਦਾ ਲੋਗੇ। ਯੈਸ ਯੈਸ ਤੇ ਯੈਸ ਉਹ ਇਹ ਮਿਸਟਰ ਐਸ਼ ਉਹ ਬੰਦਾ ਜਿਹੜਾ 1000 ਹੀ ਲੈ ਰਿਹਾ ਹੈ ਸ਼ੈਵਾਂ। ਅੱਛਾ ਜੀ ਦੋ ਤਿੰਨ ਗੱਲਾਂ ਮੈਂ ਹੋਰ ਦੱਸਾਂ, ਜੀ ਸੁਣੋ ਮੈਂ ਵਿੱਚੋਂ ਆਈ ਜਾਂਦੀ ਮੇਰੇ ਓਨ ਪੋਸੀਬਲ ਤੱਕ ਬਾਰੇ ਕੀ ਗੱਲ ਕਰੀਏ। ਉਹਨਾਂ ਨੇ ਕੱਲ ਪਰਸੋਂ 3-4 ਗੱਲਾਂ ਕਲੀਅਰ ਕੀਤੀਆਂ ਹੈ, ਅਗਰ ਜੇ ਬਾਕੀ ਲੋਕ ਆਪਾਂ ਨੂੰ ਸੁਣਨਗੇ ਜੀ ਤਾਂ ਦੇ ਵਿਲ ਬੀ ਅਸਟੋਨਿਸ਼ਡ ਟੂ ਨੋ ਕਿ ਯਾਰ ਇਹ ਵੀ ਹੋ ਗਿਆ। ਜਿਸ ਤਰ੍ਹਾਂ ਹੁਣ ਪਰਸੋਂ ਦੇ ਅਪਡੇਟ ਦਿੱਤਾ ਕੱਲ ਸਾਡੇ ਇੰਡੀਆ ਵਿੱਚ, ਤੁਸੀਂ ਸੁਣਿਆ ਹੋਣਾ ਸ਼ਾਇਦ, ਕਿ ਇਹ ਜਿਹੜੀ ਗੱਲ ਮੈਂ ਹੁਣ ਕਹਿ ਰਿਹਾ ਤਾਂ ਐਸ ਨੇ ਕਹੀ ਸੀ ਅੱਜ 15 ਦਿਨ ਪਹਿਲਾਂ, ਕਿ ਹੁਣ ਲੋਕਾਂ ਨੂੰ ਜਿਹੜੇ $250-300 ਦੇਣੇ ਸੀ ਉਹਨੇ ਨਹੀਂ, ਇਹ ਤਾਂ 2-3 ਮਹੀਨੇ ਪਹਿਲੇ ਦੀ ਗੱਲ ਹੈ। $300 ਤੋਂ ਪੈ ਕੇ ਥੋੜਾ ਥੱਲੇ ਆਏਗਾ, ਇਟ ਮੇ ਬੀ ਅਰਾਊਂਡ 200-150, ਇੰਨਾ ਜ਼ਿਆਦਾ ਨਹੀਂ ਹੋਏਗਾ, ਅਫੋਰਡੇਬਲ ਹੋਏਗਾ, ਪਹਿਲੀ ਗੱਲ। ਚਲੋ ਇਹ ਗੱਲ ਪੁਰਾਣੀ ਹੋ ਗਈ ਹੈ, ਹੁਣ ਤੁਸੀਂ ਨਵੀਂ ਗੱਲਾਂ ਦੋ ਆ ਗਈ ਵੀਡੀਓ ਦੇ ਵਿੱਚ। ਉਹਨੇ ਹੁਣੇ
ਹੁਣ ਉਹਨੇ ਗੱਲ ਇੱਕ ਨਵੀਂ ਦੱਸੀ ਹੈ ਕਿ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੁਹਾਡੇ ਖਾਤੇ 'ਚ ਪਹਿਲਾਂ ਪੈਸਾ ਦਿਸੇਗਾ, ਤੁਹਾਨੂੰ ਪਹਿਲਾਂ ਨਜ਼ਰ ਆਏਗਾ। ਹੁਣ ਉਹ ਨਜ਼ਰ ਕਿੱਥੋਂ ਆਏਗਾ, ਕਿਉਂ ਨਜ਼ਰ ਆਏਗਾ? ਉਹਦੀ ਗੱਲ ਕੱਲ ਹੋਈ ਸੀ ਪਰਸੋਂ, ਉਹ ਕਹਿੰਦੇ ਵੀ ਬੈਕ ਐਂਡ ਦੇ ਉੱਤੇ ਕਰੋੜਾਂ ਲੋਕ ਪਹਿਲਾਂ ਹੀ ਕਸਟਮਰ ਬਣ ਕੇ ਬੈਠੇ ਨੇ, ਉਹਨਾਂ ਪ੍ਰੋਡਕਟ ਦੇ ਬੈਠੇ ਨੇ। ਉਹ ਪ੍ਰੋਡਕਟ ਜਦੋਂ ਅਸੀਂ ਕੰਪਨੀ ਲਾਂਚ ਕਰਾਂਗੇ, ਉਹ ਪ੍ਰੋਡਕਟ ਬਾਈ ਕਰਨਗੇ, ਤੁਹਾਡੇ ਖਾਤੇ ਪੈਸੇ ਆ ਜਾਣਗੇ, ਉਹ ਪੈਸਾ ਰਿਫਲੈਕਟ ਹੋਏਗਾ ਵਸੀਮ। ਲੇਕਿਨ ਤੁਸੀਂ ਉਹਨੂੰ ਯੂ ਵੋਂਟ ਬੀ ਏਬਲ ਟੂ ਵਿਡਰੋ ਦੈਟ ਮਨੀ ਅਨਲੈਸ ਯੂ ਆਰ ਪੇਡ ਉਹਦਾ ਤੁਸੀਂ ਉਹਦਾ ਐਕਟੀਵੇਟ ਨਹੀਂ ਕਰਦੇ ਆਪਣਾ ਅਕਾਊਂਟ। ਤਾਂ ਜਦੋਂ ਮੇਰੇ ਖਾਤੇ ਵਿੱਚ $2000-3000 ਮੈਨੂੰ ਨਜ਼ਰ ਆ ਰਿਹਾ ਤੇ ਮੈਂ $200 ਕਿਉਂ ਨਹੀਂ ਦੇਵਾਂਗਾ? ਬਿਲਕੁਲ ਬਿਲकुल बिल्कुल ਕਿੰਨੀ ਸਹੀ ਹੈ। ਕਿੰਨੀ ਵੱਡੀ ਇੱਕ ਇਹ ਪੋਜ਼ਿਟਿਵ ਸੋਚ ਲੈ ਕੇ ਆਇਆ ਵੀ $2000 ਤੁਹਾਨੂੰ ਦਿਸ ਰਿਹਾ ਬਾਈ। ਫਿਰ ਤੀਜੀ ਗੱਲ ਇਹਨੇ ਇੱਕ ਹੋਰ ਬੜੀ ਕੀਤੀ ਹੈ ਕਿ ਮੇਰੇ ਖਿਆਲ 'ਚ ਮੈਂ ਗਲਤ ਨਾ ਹੋਵਾਂ, ਤੁਸੀਂ ਮੈਨੂੰ ਕਰੈਕਟ ਕਰਨਾ, ਜੀ ਵੀ ਇਹ ਪ੍ਰੋਡਕਟ ਸਾਰੇ ਜਿੰਨੇ ਆ ਫ੍ਰੀ ਲੋਕਾਂ ਨੂੰ ਜਿਹੜੇ ਜੁਆਇਨ ਨਹੀਂ ਕਰ ਸਕੇ ਉਹਨਾਂ ਵਾਸਤੇ ਅਵੇਲੇਬਲ ਹੋਣਗੇ। ਉਹਨੂੰ ਕਹੋ ਵੀ ਤੁਸੀਂ ਜੁਆਇਨ ਕਰੋ ਬਈ, ਆ ਪ੍ਰੋਡਕਟ ਤੁਸੀਂ ਵੀ ਇਸ ਤਰ੍ਹਾਂ ਇਨਕਮ ਜਨਰੇਟ ਕਰ ਸਕਦੇ ਹੋ। ਉਹ ਜਦੋਂ ਬਿਲकुल ਇਨਕਮ ਜਨਰੇਟ ਹੋ ਕੇ ਵਾਲੇਟ ਵਿੱਚ ਆਏਗੀ, ਲੇਕਿਨ ਉਹ ਦੇ ਵੋਂਟ ਬੀ ਏਬਲ ਟੂ ਵਿਡਰੋ। ਕਿੰਨਾ ਵੱਡਾ ਮਾਈਂਡ ਲਾਇਆ ਉੱਥੇ। ਉਹ ਕਹਿਣਗੇ ਵੀ ਠੀਕ ਹੈ, ਤੁਸੀਂ ਇਹ ਪੈਸਾ ਬਾਈ ਅਗਰ ਵਿਡਰੋ ਕਰਨਾ ਚਾਹੁੰਦੇ ਤਾਂ ਤੁਸੀਂ ਉਹਦੀ ਐਕਟੀਵੇਸ਼ਨ ਫੀਸ ਦੇ ਦਿਓ। ਸਿਰਫ ਫੀਸ ਦੋ। ਉਹ ਐਕਟੀਵੇਸ਼ਨ ਫੀਸ ਦੇਣਗੇ, ਉਹ ਉਹਦਾ ਪੈਸਾ ਵਾਲੇਟ ਵਾਲਾ ਵਿਡਰੋ ਕਰ ਸਕਦੇ। ਕਿੰਨੀ ਵੱਡੀ ਇੱਕ ਸੋਚ ਲੈ ਕੇ ਉਹ ਇਨਸਾਨ ਕਰੇ ਕਿ ਆਪਾਂ ਉਹਨਾਂ ਨੂੰ ਫ੍ਰੀ ਦੇਵਾਂਗੇ, ਯੂਜ਼ ਕਰ ਸਕਦੇ ਨੇ, ਕਿ ਉਹਨੂੰ ਪਤਾ ਵੀ ਫ੍ਰੀ ਦੇਵਾਂਗੇ ਤਾਂ ਲੋਕ ਹੋਣਗੇ ਜੋ ਪੈਸਾ ਦੇਖਣਗੇ ਤੇ ਸਾਡੇ ਐਕਟਿਵ ਮੈਂਬਰ ਬਣਨਗੇ। ਬਿਲਕੁਲ ਬਿਲकुल ਬਿਲकुल ਯੈਸ। ਸਾਧੂ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਹੁਣ ਅੱਜ ਹੀ ਮੈਨੂੰ ਕਿਸੇ ਪਾਕਿਸਤਾਨੀ ਫਾਊਂਡਰ ਨੇ ਕੁਐਸਚਨ ਕੀਤਾ ਸੀ ਕਿ ਭਾਈ ਮੈਂ ਤੇ ਬੜਾ ਪੂਰਾ ਹਿਸਾਬ ਹੈ $97 ਪਰ ਔਖੇ ਹੋ ਕੇ ਅਸੀਂ ਆਈਡੀ ਲਾਇਆ ਸੀ ਤੇ ਆਈਡੀ ਕਿੰਨੇ ਦਿਨਾਂ 'ਚ ਸਾਨੂੰ ਪੇ ਕਰਨਾ ਪਏਗਾ, ਇਹ ਕਰਨਾ ਪਏਗਾ। ਮੈਂ ਕਿਹਾ ਮਿਸਟਰ ਐਸ਼ ਨੇ ਉਹ ਬੰਦਾ ਕਿੰਨਾ, ਮੈਂ ਗੱਲ ਕਰ ਰਿਹਾ ਸੀ ਨਾ, ਉਹ ਬੰਦਾ $97 ਵਾਸਤੇ ਉਹਨੂੰ ਵਧਣ ਨਹੀਂ ਦਿੱਤੇ। तो मिस्टर ऐश ने एक दफा भी कहता मैं हर बार सोचता रहता है कि मिनिमम कितना मैं रखा कि लोगों ने ट्रबल ना हो। नंबर 1 एक दूसरी गल है कि उन्होंने तरीका ही ਇਹੋ ਜਿਹਾ करता कि अगर $1000 भी फीस ਹੋਵੇ ਨਾ ਇਹਨਾਂ ਦੀ ਪੈਕੇਜ ਦੀ ਸਾਰਿਆਂ ਦੀ, ਸਾਰੇ ਬੰਦਾ ਕਿਸ ਤਰ੍ਹਾਂ ਤੇ ਅਸੀਂ ਪੇ ਕਰ ਸਕਾਂਗੇ ਕਿਸ ਤਰ੍ਹਾਂ। ਫੋਰ ਐਗਜ਼ਾਮਪਲ ਕਿ ਅਗਰ ਤੁਹਾਨੂੰ ਪਤਾ ਨਾ 1 by 1 ਪ੍ਰੋਡਕਟਸ ਆਣਗੇ। ਹਾਂਜੀ ਬਿਲकुल। पैकेज भी बाय कर सकांगे, मुख्तलिफ पैकेज भी होंगे ते सिंगल प्रोडक्ट भी होएगा। हुन फॉर एग्जांपल पैकेज बाय किता है कोई कम्युनिकेशन पैकेज है, ओदे च ओपाल है, ओ कनेक्ट है या ओ पीयर है, उन्हें बना दिता। इस तरह मुख्तलिफ पैकेज और लोग बाय करनगे ते या सिंगल प्रोडक्ट है। हुन पैकेज ते तुसी 200 या $300 जिन्नी भी फीस होएगी, लेकिन वो उन्ने दी होएगी जिन्नी वो प्रोडक्ट उस वक्त अवेलेबल होंगे जो लॉन्च होएगी। लेकिन है कि जो सिंगल प्रोडक्ट आ गई ओदी अगर फी $15 या $20 है ते ओदी अर्निंग ओदा वॉलेट च लैदा शो होएगी, दूसरी प्रोडक्ट दी लैदा शो होएगी, तीसरी दी लैदा ओदे च विड्रॉएबल वही होएगी जेदा तुसी पैकेज पे करोगे। करेक्ट। तो हुन अगर मिसाल दे तौर ते अगर थोड़े कोल इन्ने पैसे नहीं है, तुसी $20 दा तुहानू नजर आ रही है $300 पहले तो $300 नजर आ रही है, तुसी $20 ਦਾ ਮਿਸਾਲ ਦਾ $15 ਜਿੰਨਾ ਵੀ ਕੀਮਤ ਹੈ ਉਹ ਪੇ ਕਰੋ। ਉਹ अर्निंग ਜਿਹੜੀ ਵਿਡਰਾ ਕਰਕੇ ਤੁਸੀਂ ਦੂਸਰਾ ਤੀਸਰਾ ਚੌਥਾ ਪੈਕੇਜ ਅਪਗ੍ਰੇਡ ਕਰ ਲਓ। ਕरेक्ट। ਫਿਰ ਉਸ ਤੋਂ ਬਾਅਦ ਕੀ ਹੋਏਗਾ, ਦੂਸਰਾ ਤੀਸਰਾ ਚੌਥਾ ਉਹਦੀ ਵੀ ਤਾਂ ਵਿਡਰਾ ਹੋ ਸਕੇਗੀ ਨਾ। ਜੀ ਨੈਕਸਟ ਕਰ ਸਕੋਗੇ। ਇਹ ਤਾਂ ਬਹੁਤ ਹੀ ਸੌਖਾ ਹੈ। ਫਿਰ ਮਿਸਟਰ ਐਸ਼ ਨੇ ਇੱਕ ਹੋਰ ਗੱਲ ਵੀ ਕਹੀ ਕਿ ਇਹ ਜਿਹੜੀ ਉਹਨਾਂ ਨੇ ਪੇਮੈਂਟ ਸਟਰਕਚਰ ਦੀ ਗੱਲ ਕੀਤੀ ਸੀ, ਇਹ ਹਾਈਬ੍ਰਿਡ ਪੇਮੈਂਟ ਸਟਰਕਚਰ ਹੋਏਗਾ। यानी ਜਿਹੜੇ ਪੈਕੇਜ ਹੈ ਨਾ ਚੇਂਜ ਹੁੰਦੇ ਰਹਿਣਗੇ ਤੇ ਇਹਦੀ ਵਜ੍ਹਾ ਵੀ ਇੱਕ ਹੈ ਵੀ ਹੈ ਕਿ ਵਿੱਚ ਜਿਹੜੀ ਪ੍ਰੋਡਕਟ ਐਡ ਹੁੰਦੀ ਜਾਣਗੀ, ਫਿਜ਼ੀਕਲ ਪ੍ਰੋਡਕਟਸ ਹੈ ਜਾਂ ਹੋਰ ਪ੍ਰੋਡਕਟ, ਉਹਨਾਂ ਦੀ ਵੀ ਤਾਂ ਕੀਮਤ ਹੋਣੀ ਨਾ, ਉਹ ਫ੍ਰੀ ਨਹੀਂ ਆਣਗੀ। ਬੇਸ਼ੱਕ ਕੁਝ ਪ੍ਰੋਡਕਟ ਫ੍ਰੀ ਚ ਹੋਣੀ। ਤੇ ਇਸ ਤਰੀਕੇ ਨਾਲ ਦੇਖਿਆ ਜਾਏ ਅਗਰ ਐਸਾ ਅਗਰ $2000 $3000 $5000 ਦਾ ਵੀ ਅਗਰ ਤੁਸੀਂ ਅਸੀਂ ਪੇ ਕਰਤਾ ਤਾਂ ਉਹ ਇੱਕ ਹੀ ਵਾਰ ਪੇ ਕਰਨਾ ਨਾ। ਬਿਲਕੁਲ। ਤੇ ਤੋ ਕਿੰਨਾ ਸੌਖਾ ਹੋ ਜਾਏਗਾ, ਅਸੀਂ ਟ੍ਰੈਫਿਕ ਪੈਕੇਜ ਵੀ ਬਾਏ ਕਰ ਸਕਾਂਗੇ। ਤੇ ਇਹ ਮੈਂ ਕਹਿੰਦਾ ਔਰ ਦੂਸਰੇ ਮਿਸਟਰ ਐਸ਼ ਇੰਨਾ ਜੀਨੀਅਸ ਹੈ ਨਾ ਕਿ ਇਸ ਤੋਂ ਪਹਿਲੇ ਇਹ ਕਿ ਮਿਸਟਰ ਐਸ਼ ਇੰਨਾ ਜੀਨੀਅਸ ਹੈ। ਇੱਕਦਮ ਇਸ ਤੋਂ ਪਹਿਲੇ ਅਸੀਂ ਜੀਮੇਲ ਦੀ ਮਿਸਾਲ ਦੇਖੀਏ। ਜੀਮੇਲ ਅਸੀਂ 25 GB ਸਪੇਸ ਮਿਲਦੀ ਹੈ। ਅਗਰ ਉਸ ਤੋਂ ਜ਼ਿਆਦਾ ਤੁਸੀਂ ਪੇ ਕਰੋ ਤੇ ਅਗਰ ਉਸ ਤੋਂ ਜ਼ਿਆਦਾ ਅਗਰ ਤੁਸੀਂ ਯੂਜ਼ ਕਰਨਾ ਚਾਹੋ ਤਾਂ ਉਹਨੂੰ ਉਹ ਕਹਿੰਦੇ ਨੇ ਅਪਗ੍ਰੇਡ ਕਰ ਲਓ। ਲੇਕਿਨ ਅਸੀਂ ਸਿਆਣੇ ਅਸੀਂ ਕਹਿੰਦੇ ਆ ਅਸੀਂ ਦੂਜਾ ਜੀਮੇਲ ਬਣਾ ਲਾਂਗੇ, ਤੁਹਾਨੂੰ ਕੀ ਲੋੜ ਪਈ। ਤੇ ਇਹ ਮੈਕਸਿਮਮ ਲੋਕ ਤੇ ਅਪਗ੍ਰੇਡ ਕਰਦੇ ਨਹੀਂ ਕਰਦੇ ਨੇ। ਤੇ ਇਹਦਾ ਮਤਲਬ ਇਹ ਜਿਹੜਾ ਬਿਜ਼ਨਸ ਮਾਡਲ ਹੈ ਫਲॉप ਹੈ। ਇੱਕ ਹੋਰ ਗੱਲ ਹੈ ਕਿ ਇਹ ਮਿਸਟਰ ਐਸ਼ ਦੀ ਜਿਹੜੀ ਕੋਟੇਸ਼ਨ ਹੈ ਕਿ ਔਨ ਪੈਸਿਵ ਕਰੈਕਸ਼ਨ ਟੂ ਕਰਪਸ਼ਨ।
ਤੇ ਇਹ correct, ਸਾਰੇ ਜਿਹੜੇ ਜੀਮੇਲ ਅਸੀਂ ਯੂਜ਼ ਕਰ ਰਹੇ ਹਾਂ ਉਹ ਲੱਖੋਂ ਕਰੋੜ ਕਮਾ ਰਹੇ ਹਾਂ। ਟਵਿੱਟਰ ਅਸੀਂ YouTube ਵਾਚ ਕਰ ਰਹੇ ਹਾਂ, ਲਈ ਵੀਡੀਓ ਦੀ ਗੱਲ ਨਹੀਂ ਹੋ ਰਹੀ ਬਣਾ ਵਾਚ ਕਰ ਉਹਦੇ ਵੀ ਉਹ ਉਸ ਤੋਂ ਪੈਸੇ ਕਮਾਉਂਦੇ, ਸਾਨੂੰ 1 ਰੁਪਈਆ ਨਹੀਂ ਦਿੰਦੇ, ਕਰਪਸ਼ਨ ਕਰ ਰਹੇ ਨੇ। ਇੱਥੇ ਜਿਹੜਾ correct, ਤੁਸੀਂ ਯੂਜ਼ ਕਰੋਗੇ ਤਾਂ yes, ਤੁਹਾਨੂੰ ਮਿਲੇਗਾ। ਤੇ ਜੀਮੇਲ ਉਹ ਤੁਹਾਨੂੰ ਉਹ ਨਹੀਂ ਦੇ ਰਿਹਾ, ਜਿਹੜੇ ਤੁਹਾਡੇ ਪੈਸੇ ਬੰਦੇ ਸੀ ਇਸ ਤੇ ਉਹ ਸਾਰਾ ਪੈਸਾ ਜੀਮੇਲ ਜਿਹੜੀ ਕੰਪਨੀ ਗੂਗਲ ਕੋਲ ਜਾ ਰਿਹਾ। ਤੇ ਇੱਥੇ ਸਾਨੂੰ ਜੀ, ਵਾਲਟ ਸ਼ੋ ਹੋਏਗਾ, ਜਿਹੜਾ ਅਸੀਂ ਸਾਡਾ ਪੈਸਾ ਜਿਹੜਾ ਅਰਨਿੰਗ ਜਨਰੇਟ ਹੋਏਗੀ ਉਹ ਸਾਨੂੰ ਮਿਲੇਗਾ। ਫਿਰ ਦੂਸਰੀ ਸੋਹਣੀ correct, ਗੱਲ ਹੈ ਕਿ ਇੱਧਰ ਅਗਰ ਇੱਕ ਸਭ ਤੋਂ ਸੋਹਣੀ ਤੇ ਗੱਲ ਹੈ ਕਿ ਜਿੰਨੇ ਵੀ ਫਾਊਂਡਰ ਹੈ ਉਹਨਾਂ ਦੇ ਰੈਫਰਲ ਲਿੰਕ ਤੋਂ ਕਸਟਮਰ ਆਣਗੇ। ਤੇ yeah, ਅਗਰ ਬਿਲਕੁਲ, ਤੁਸੀਂ ਦਿੰਦੇ ਹੋ, ਨਹੀਂ ਤਾਂ ਉਹ ਆਟੋਮੈਟਿਕ ਕੰਪਨੀ ਚੁੱਕ ਲਏਗੀ। ਅੱਛਾ ਬਿਲਕੁਲ, ਅੱਛਾ, ਉਹਨੇ ਕਿ ਉਹ ਜਿਹੜਾ ਕਸਟਮਰ ਆ ਗਿਆ ਉਹਨੂੰ ਵੀ ਜੀਮੇਲ ਦੀ ਤਰ੍ਹਾਂ ਆਪਸ਼ਨ ਆਏਗੀ ਕਿ ਯੂਜ਼ ਕਰੋ। ਉਹ ਜਦੋਂ ਪੈਕੇਜ ਅਪਗ੍ਰੇਡ ਹੋਣ ਦੀ ਗੱਲ ਹੋਏਗੀ, ਜਦੋਂ ਉਹਦਾ ਵਾਲਟ ਸ਼ੋ ਹੋ ਰਿਹਾ ਉਹਦੇ ਚ ਅਗਰ ਉਹਨੂੰ ਅਰਨਿੰਗ ਸ਼ੋ ਹੋ ਰਹੀ ਹੈ ਤੇ yeah, $200 ਜਾਂ $300, ਉਹ ਤਾਂ ਕਹੇਗਾ ਯਾਰ ਮੈਂ, ਉਹ ਮਜਬੂਰ ਹੋ ਜਾਏਗਾ ਪੈਕੇਜ ਬਾय ਕਰਨ ਤੇ। correct, ਤੇ ਇਹ ਮੈਂ ਕਹਿੰਦਾ ਇਸ ਤੋਂ ਸੋਨਾ ਬਿਜ਼ਨਸ ਮਾਡਲ ਸਾਨੂੰ ਲੱਭ ਨਹੀਂ ਸਕਦਾ। ਤੇ ਨਹੀਂ, ਬਾਕੀ ਗੱਲ ਹੈ ਕਿ ਮਿਸਟਰ ਐਸ਼ ਯਾਨੀ ਦੇਖੋ $97 ਉਸ ਵੇਲੇ ਵੀ ਉਹਨਾਂ ਨੇ ਸੋਚਿਆ, ਉਹਨਾਂ ਨੇ ਵਧਣ ਨਹੀਂ ਦਿੱਤੇ ਪੈਕੇਜ ਦੇ ਮਤਲਬ ਵੀ ਸਾਡੇ ਬਾਰੇ ਹੀ ਸੋਚਿਆ। ਉਹ ਸਾਡੇ ਕੋਲ ਕਮਾਣਾ ਨਹੀਂ ਚਾਹੁੰਦਾ, ਸਾਡੀ ਬਿਹਤਰੀ ਚਾਹੁੰਦਾ, ਉਹ ਆਪ ਵੀ ਕਮਾਣਾ ਚਾਹੁੰਦਾ ਲੇਕਿਨ ਸਾਡੀ ਬਿਹਤਰੀ ਦੇ ਨਾਲ, ਸਾਡੀ ਖੈਰ ਖਵਾਈ ਨਾਲ। ਤੇ ਬਾਕੀ ਇਹ ਕਿ ਫਿਰ ਤੁਸੀਂ ਇਹ ਦੇਖੋ ਯਮਨ ਦੇ ਜਿਹੜੇ ਡਿਜ਼ਰਵਿੰਗ ਲੋਕ ਸੀ ਉਹਨਾਂ ਨੂੰ ਫ੍ਰੀ ਆਈਡੀ ਦੇ ਦਿੱਤੇ। ਤੇ ਇਸ ਤਰ੍ਹਾਂ yeah, ਕਾਫੀ ਐਗਜ਼ਾਮਪਲ ਅਸੀਂ ਅਗਰ ਆਬਜ਼ਰਵ ਕਰੀਏ ਤੇ ਉਹਨਾਂ ਦੇ ਦਿਲ ਦਾ ਪਤਾ ਚੱਲਦਾ ਹੈ ਕਿੰਨੇ ਸੌਫਟ ਹਾਰਟਡ ਨੇ ਤੇ ਬੜੀ ਇੱਕ ਹੋਰ ਸੋਹਣੀ। ਐਗਜ਼ਾਮਪਲ ਇਹਦੇ ਵਿੱਚ ਉਹਦੀ ਜੈਨਰੋਸਿਟੀ, ਮੈਂ ਇੱਕ ਹੋਰ ਐਗਜ਼ਾਮਪਲ ਦੇਵਾਂ, ਤੁਹਾਨੂੰ ਜੀ ਪਤਾ ਸ਼ਾਇਦ ਲੱਗਿਆ ਹੋਵੇਗਾ ਕਿ ਜੀ ਜਦੋਂ ਪਹਿਲੀ ਵਾਰ ਇੰਡੀਆ ਦੇ ਬੰਦੇ 2020 ਦੇ ਵਿੱਚ ਦਸੰਬਰ ਦੇ ਵਿੱਚ ਗਏ ਸੀ, ਨਇਆ ਬਿਲਡਿੰਗ ਲਈ ਹੈ ਜਦੋਂ ਆਫਿਸ ਦੀ, 29 ਬੰਦੇ ਗਏ ਸੀ ਇੰਡੀਆ ਤੋਂ। ਉਹਨਾਂ 29 ਬੰਦੇ ਵਿੱਚ ਇੱਕ ਬੰਦੇ ਨੂੰ ਕਰੋਨਾ ਹੋ ਗਿਆ ਸੀ। ਅੱਛਾ ਉਹ ਬੰਦਾ ਹਰਿਆਣੇ ਦਾ ਸੀ, ਉਹਦਾ ਅੱਛਾ। ਨਾਮ ਮਨਜੀਤ ਸਿੰਘ ਹੈ ਸ਼ਾਇਦ, ਮੇਰੇ ਖਿਆਲ हाँ जी बिल्कुल बिल्कुल। ਮਨਦੀਪ ਹੈ ਕਿ ਮਨਜੀਤ। ਮਨਜੀਤ ਸਿੰਘ ਜੀ। ਉਹ ਹਾਂ, ਉਹ ਮੈਨੂੰ ਕਹਿੰਦਾ, ਉਹ ਕਹਿਣ ਲੱਗਾ ਵੀ ਮੈਨੂੰ ਕਹਿੰਦਾ ਉਹਨੂੰ ਆਪਣਾ ਜੱਸੀ ਨੂੰ ਕਹਿੰਦਾ ਯਾਰ ਮੈਨੂੰ ਘਰੇ ਪਹੁੰਚਾਓ ਕਿਸ ਤਰੀਕੇ ਨਾਲ। ਤੇ ਗੱਡੀ ਕੀਤੀ 2.5 ਲੱਖ ਰੁਪਏ ਦੇ ਵਿੱਚ ਗੱਡੀ ਕਰਕੇ। ਐਸ਼ ਨੂੰ ਪਤਾ ਕੀਤਾ, ਐਸ਼ ਕਹਿੰਦਾ ਵੀ ਪਾਗਲ ਹੋ ਗਿਆ, ਇਹ ਬੰਦੇ ਨੂੰ ਕਰੋਨਾ ਹੋ ਗਿਆ, 2.5 ਲੱਖ ਰੁਪਇਆ ਗੱਡੀ ਦੇ ਕੇ ਤੁਸੀਂ 1500 1600 2000 ਕਿਲੋਮੀਟਰ ਦੀ ਟਰੈਵਲਿੰਗ ਕਰ ਰਹੇ ਹੋ ਹੈ, ਇਹ ਕੋਈ ਦਿਮਾਗ ਹੈ? ਉਹ ਕਹਿੰਦਾ ਵੀ ਜੋ ਸਭ ਤੋਂ ਟੌਪ ਦਾ ਹਸਪੀਟਲ ਹੈ ਤੁਸੀਂ ਉਹਦੇ ਵਿੱਚ ਐਡਮਿਟ ਕਰਾਓ। ਉਹਨੂੰ ਉੱਥੇ ਐਡਮਿਟ ਕਰਾਇਆ ਤੇ ਉਸ ਇਨਸਾਨ ਦਾ ਬਿੱਲ 8.5 ਲੱਖ ਤੋਂ ਉੱਪਰ ਹੈ, ਉਹ ਐਸ਼ ਨੇ ਪੇਮੈਂਟ ਕੀਤਾ, ਕੋਈ ਨਹੀਂ ਕਰ बिल्कुल ਸਕਦਾ। इथों बिल्कुल बिल्कुल जनरसिटी पता लगती है बिल्कुल कि सोच के हो जी इंसान दी। ਬਿਲਕੁਲ ਸਹੀ ਕਹਿ ਰਹੇ ਹੋ। ਅੱਛਾ ਸਾਧੂ ਜੀ, ਅਸੀਂ ਤੇ ਐਸ਼ ਦੀ ਅਗਰ ਤਾਰੀਫਾਂ ਦੇ ਪੁੱਲ ਬਣ ਲਈਏ ਤੇ ਮੈਂ ਖਿਆਲ ਕਈ ਘੰਟੇ ਅਸੀਂ ਗੱਲਾਂ ਕਰ ਸਕਦੇ ਹਾਂ। ਅਸੀਂ ਅੱਗੇ ਵਧੇ, जी, ਇਹ ਦੱਸੋ ਕਿ ਔਨ ਪੈਸੇ ਦੀ ਜਿਹੜੀ ਪ੍ਰੋਡਕਟਸ ਨੇ, ਬਹੁਤ ਜ਼ਿਆਦਾ ਪ੍ਰੋਡਕਟਸ ਹੈ, ਤੁਹਾਡੀ ਇਹਦੇ ਚ ਫੇਵਰਿਟ ਪ੍ਰੋਡਕਟ ਕਿਹੜੀ ਤੇ ਇਹਦੀ ਵਜ੍ਹਾ ਕੀ ਹੈ ਤੁਹਾਡੀ, ਤੁਸੀਂ ਇਹਨੂੰ ਪਸੰਦ ਕਰਦੇ ਹੋ? देखो जी, एक तो ਜਿਹੜਾ ਹੁਣ ਆਪਾਂ ਥੋੜਾ ਡਿਸਕਸ ਕੀਤਾ ਤੁਸੀਂ, ਇੱਕ ਤਾਂ ਜਿਹੜਾ ਆਪਾਂ ਇਹ ਜੀਮੇਲ ਦੀ ਕਾਟ ਆ ਰਹੀ ਹੈ, ਉਹ ਮੇਲ, ਜੀ ਉਹ ਮੇਲ ਜਿਹੜਾ ਮੈਨੂੰ ਬੜੇ ਉਹਦੇ ਫੀਚਰ ਚੰਗੇ ਲੱਗੇ ਨੇ, ਕਿਉਂਕਿ ਇੱਕ ਤਾਂ ਉਹਦੇ ਵਿੱਚ ਆਪਾਂ ਬਲਕ ਈਮੇਲਿੰਗ ਕਰ ਸਕਦੇ ਹਾਂ। ਅਗਰ ਮੰਨ ਲਓ ਮੈਂ ਨਹੀਂ ਜਾਂ ਕਿਸੇ ਹੋਰ ਲੱਖਾਂ ਕਰੋੜਾਂ ਲੋਕ ਇਹੋ ਜਿਹੇ ਨੇ ਜਿਹਨੇ ਆਪਣੇ ਕੁਝ ਬਿਜ਼ਨਸ ਨੇ, ਦੇ ਆਰ ਲੁਕਿੰਗ ਫੋਰ ਕਸਟਮਰਸ, ਤੇ ਉਹਨਾਂ ਨੇ ਜਾ ਕੇ ਉਹਨਾਂ ਕੋਲ ਕਸਟਮਰਸ ਹੈ ਨੇ, ਉਹਨੇ ਮੇਲ ਆਈਡੀ ਹੈ ਨੇ, ਤੇ ਉਹ ਬਲਕ ਈਮੇਲਿੰਗ ਕਰ ਸਕਦੇ ਆ। ਤਾਂ ਇੱਕ ਜਰੀਆ ਤਾਂ ਇਹ ਹੋ ਗਿਆ ਕਿ ਆਪਣਾ ਤੁਸੀਂ ਬਿਜ਼ਨਸ ਉਹ ਬਲਕ ਈਮੇਲਿੰਗ ਨਾਲ ਵੀ ਐਕਸਪੈਂਡ ਕਰ ਸਕਦੇ ਹੋ। ਫਿਰ ਉਹਦੇ ਹੋਰ ਐਡੀਸ਼ਨਲ ਫੀਚਰ ਨੇ, ਜਿਸ ਤਰ੍ਹਾਂ ਸਪੇਸ ਜ਼ਿਆਦਾ ਮਿਲੇਗਾ ਸਾਨੂੰ, ਤੇ ਉਹਦੇ ਵਿੱਚ ਹੋਰ ਵੀ ਕੁਝ ਇਹੋ ਜਿਹੇ ਫੀਚਰ ਵੀ ਹੋਣਗੇ ਜਿਹੜੇ ਜੀਮੇਲ ਤੋਂ ਐਕਸਟਰਾ, ਕਿਉਂਕਿ ਇਹ ਕਹਿੰਦੇ ਵੀ ਉਹ ਮੇਲ ਇੱਕ ਰਿਵੋਲੂਸ਼ਨਰੀ ਪ੍ਰੋਡਕਟ ਆ ਰਿਹਾ। ਇੱਕ ਇਹ ਹੋ ਗਿਆ। ਨੰਬਰ 2 ਇੱਕ ਹੈ ਉਹ ਕਨੈਕਟ, ਮੇਰੇ ਖਿਆਲ 'ਚ ਆਪਾਂ ਜ਼ੂਮ ਦੀ ਜਗ੍ਹਾ ਕੀ ਆ ਗਿਆ, ਉਹ ਕਨੈਕਟ। ਉਹ ਕਨੈਕਟ ਹੈ ਜੀ, ਉਹ ਹਾਂ, ਕਨੈਕਟ ਹੈ। ਉਹ ਕਨੈਕਟ ਜਿਹੜਾ ਦੇਖੋ ਕਿੰਨੇ ਫੀਚਰ ਉਹਦੇ ਵਿੱਚ ਆਉਣਗੇ ਜਿਹੜੇ ਜ਼ੂਮ ਦੇ ਵਿੱਚ ਨਹੀਂ ਹੈ। ਤੇ ਸਭ ਤੋਂ ਪਹਿਲਾਂ ਤਾਂ ਜ਼ੂਮ ਦਾ ਬਿਸਤਰਾ ਗੋਲ ਹੋਏਗਾ ਜਦੋਂ ਉਹ ਕਨੈਕਟ ਆ ਗਿਆ। ਜ਼ੂਮ ਦਾ ਕੰਪੀਟੀਸ਼ਨ ਨਹੀਂ ਹੈ ਉਹਦੇ ਨਾਲ। ਦੇਖਿਏ ਹਾਂ ਉਹਦੇ ਚ ਜਿਹੜੇ ਐਡੀਸ਼ਨਲ ਫੀਚਰ ਨੇ ਨਾ, ਤੁਸੀਂ ਜੀ, ਇਹ ਦੇਖਿਏ ਕਿ ਇਹਦੇ ਚ ਚਲੋ ਆਡੀਓ, ਸੀਸੀ ਕੈਪਸ਼ਨ ਜਿਹੜੀ ਉਹ ਤਾਂ ਹੂੰ, ਹੈ। ਮਿਸਾਲ ਦੇ ਤੌਰ ਤੇ ਮਿਸਟਰ ਐਸ਼ ਮੁਫਾਰਾ ਜਾਂ ਕੋਈ ਫ੍ਰੈਂਚ ਚ ਗੱਲ ਕਰ ਰਿਹਾ ਹੈ, ਮਿਸਟਰ ਐਸ਼ ਮੁਫਾਰਾ ਹੂੰ, ਇੰਗਲਿਸ਼ ਚ ਗੱਲ ਕਰ ਰਿਹਾ ਹੈ, ਯੈਸ, ਅਸੀਂ ਕਰੈਕਟ, ਪਾਕਿਸਤਾਨੀ ਤੇ ਇੰਡੀਅਨ ਨਹੀਂ ਸਮਝ ਸਕਦੇ। ਉਹਦੇ ਚ ਇੱਕ ਤਾਂ ਉਰਦੂ ਹਿੰਦੀ ਕੈਪਸ਼ਨ ਲਾ ਕੇ ਅਸੀਂ ਦੇਖ ਸਕਦੇ ਹਾਂ ਕੀ ਗੱਲ ਹੋ ਰਹੀ ਹੈ, ਜਾਂ ਫਿਰ ਕਰੈਕਟ, ਉਹਨਾਂ ਦੀ ਆਡੀਓ ਡਿਮ ਕਰਕੇ ਉਹ ਆਪਣੀ ਜ਼ਬਾਨੀ ਆਡੀਓ ਵਿਜ਼ੀਬਲ ਹੋ ਜਾਏਗੀ, ਓ ਉਹਦੀ ਵੈਰੀ ਜ਼ਿਆਦਾ ਗੁੱਡ, ਪਰਮਾਨੈਂਟ ਹੋ ਜਾਏਗੀ, ਤਾਂ ਉਹਦੀ ਅਸੀਂ ਸੁਣ ਸਕਾਂਗੇ। ਫਿਰ ਸਭ ਤੋਂ ਸੋਹਣੀ ਗੱਲ ਜਿਹੜੀ ਮੈਨੂੰ ਲੱਗੀ ਹੈ, ਉਹਨੇ ਉਸ ਗੂੰਗਾ ਬਹਿਰਿਆਂ ਦੇ ਬਾਰੇ ਹੀ ਸੋਚਦਾ, ਉਹਨਾਂ ਨੇ ਸਾਈਨ ਲੈਂਗੁਏਜ ਵੀ ਉਹਦੀ ਚ ਰੱਖੀ ਹੈ। ਕਰੈਕਟ। ਤੇ ਇਹ ਦੇਖੋ, ਮੈਂ ਕਹਿ ਰਿਹਾ ਕਿ ਇਹ ਇੱਕ ਉਹੀ ਬੰਦਾ ਸੋਚ ਸਕਦਾ ਜਿਹੜਾ ਹਿਊਮੈਨਿਟੀ ਦੇ ਬਾਰੇ ਸੋਚਦਾ ਹੈ, ਇਨਸਾਨੀਅਤ ਦੇ ਬਾਰੇ ਦੂਜਾ ਸੋਚਦਾ ਇੱਕ ਉਹ ਕਾਮਰਸ ਦੇਖੋ, ਉਹ ਕਾਮਰਸ ਜਿਹੜੀ ਸਾਈਟ ਉਹਨੇ ਲਾਈ ਹੈ, ਉਹਨਾਂ ਪ੍ਰੋਡਕਟ ਜੋ ਆਏਗਾ ਉਹ ਕਾਮਰਸ, ਉਹ ਕਮਰਸ। ਇਹ ਇੱਕ ਕਿੰਨਾ ਕਿੰਨਾ ਰਿਵੋਲੂਸ਼ਨਰੀ ਹੋਏਗਾ, ਕਿੰਨਾ ਲੋਕ ਆਪਣਾ ਲੋਡਿੰਗ ਟ੍ਰੇਡਿੰਗ ਐਂਡ ਬਿਜ਼ਨਸ ਐਕਸਪੈਂਡ ਕਰ ਸਕਦੇ ਨੇ ਉਹਦੇ ਨਾਲ। ਬਿਲਕੁਲ ਅਸੀਂ
ਇੱਕ ਜਗ੍ਹਾ ਤੇ ਬੈਠ ਕੇ ਕਿੰਨਾ ਸਾਨੂੰ ਮਤਲਬ ਜਿਹੜੇ ਫਾਊਂਡਰਸ ਨੇ ਉਹ ਤਾਂ ਐਕਸਕਲੂਸਿਵ ਹੈ ਹੀ ਨਹੀਂ ਹੈ। ਕਿੰਨੇ ਪ੍ਰੋਡਕਟ ਆਪਾਂ ਯੂਜ਼ ਕਰਕੇ ਆਪਣਾ ਬਿਜ਼ਨਸ ਕਿਸੇ ਹੋਰ ਦਾ ਜਾਂ ਸਾਡਾ ਖੁਦ ਦਾ ਬਿਜ਼ਨਸ ਜਾਂ ਕੰਪਨੀ ਦਾ ਬਿਜ਼ਨਸ ਐਕਸਪੈਂਡ ਕਰ ਸਕਦੇ ਹਾਂ। ਨੰਬਰ 2 ਦਾ ਸਭ ਤੋਂ ਵੱਡਾ ਪ੍ਰੋਡਕਟ ਤੁਸੀਂ ਅਗਰ ਕਹੋ ਮੈਨੂੰ ਚੰਗਾ, ਇੱਕ ਉਹ ਸਟਾਫ ਹੈ ਉਹਨਾਂ ਦਾ, ਉਹਦੇ ਜੀ ਫੀਚਰ ਦੇਖ ਕੇ ਮੈਂ ਜਿਹੜੀਆਂ ਵੱਡੀਆਂ ਕੰਪਨੀਆਂ ਹੈ ਉਹ ਸਟਾਫ ਨੂੰ ਇੱਕ ਇਹੋ ਜਿਹੀ ਕੋਈ ਵੀ ਕੰਪਨੀ ਨਹੀਂ ਹੋਏਗੀ ਵਰਲਡ ਦੇ ਵਿੱਚ ਜਦੋਂ ਲਾਂਚਿੰਗ ਤੋਂ ਬਾਅਦ ਉਹ ਸਟਾਫ ਨਾਲ ਯੂਜ਼ ਕਰ ਰਹੇ ਹੋਣ, ਜੀ ਉਹ ਸਟਾਫ ਯੂਜ਼ ਕਰਨੀ ਹੈ। ਨੰਬਰ 2 ਸਭ ਤੋਂ ਜੋ ਚੰਗੀ ਪ੍ਰੋਡਕਟ ਦੀ ਗੱਲ ਆਪਾਂ ਕਰਨੀ ਹੈ, ਜਿਹੜੀ ਆਪਾਂ ਓਬਲੈਸ ਜ਼ਬਰਦਸਤ। ਓਬਲੈਸ ਓਬਲੈਸ ਜੋ ਪ੍ਰੋਡਕਟ ਹੈ, ਮੈਂ ਕਹਿੰਦਾ ਵੀ ਐਸ਼ ਨੂੰ ਕਿੰਨਾ ਵਿਜ਼ਨਰੀ ਬੰਦਾ ਹੈ ਉਹਨੇ ਜਦੋਂ ਪ੍ਰੋਡਕਟ ਬਣਾਉਣੇ ਸ਼ੁਰੂ ਕੀਤੇ ਤਾਂ ਓਬਲੈਸ ਪਹਿਲਾਂ ਹੀ ਬਣਾ ਦਿੱਤਾ। ਬਿਲकुल ਉਹਨੂੰ बिल्कुल ऐसा। ਕਿਉਂ? ਪਤਾ ਕੀ ਹੈ, ਹੁਣ ਜਿਹੜੇ ਮੈਂ ਉਸੇ ਫਿਰ ਗੱਲ ਆਉਂਦੀ ਹੈ, ਸਾਨੂੰ ਨਹੀਂ ਸੀ ਪਤਾ ਵੀ 10 ਲੱਖ ਗੁਣਾ ਵੱਡੀ ਹੈ ਔਨ ਪੈਸੇ, ਲੇਕਿਨ ਔਨ ਪੈਸੇ ਐਸ਼ ਨੂੰ ਪਤਾ ਹੈ। ਉਹਨੂੰ ਪਤਾ ਹੈ ਕਿ ਵਸੀਮ ਅਕਰਮ ਦੇ ਖਾਤੇ ਵਿੱਚ ਕਿੰਨਾ ਪੈਸਾ ਆਉਣਾ ਹੈ, ਇਹਦੀ ਭੁੱਖ ਕਿੰਨੀ ਕੁ ਹੈ, ਇਹਨੂੰ 50 ਕਰੋੜ ਚਾਹੀਦਾ, 100 ਕਰੋੜ ਚਾਹੀਦਾ, ਉਸ ਤੋਂ ਬਾਅਦ ਇਹਦੀ ਭੁੱਖ ਖਤਮ ਹੋ ਜਾਣੀ ਹੈ। ਉਸ ਤੋਂ ਬਾਅਦ ਕੀ ਕਰੇਗਾ ਇਹ? ਉਹਨੂੰ ਦੇਖ ਕੇ ਉਹਨੇ ਦੇਖਿਆ ਵੀ ਠੀਕ ਆ, ਉਹ ਬਲੈਸ ਲਾ ਦਿਓ ਉੱਥੇ। 2-3 ਆਪਸ਼ਨ ਸਾਨੂੰ ਦਿੱਤੇ ਹੈ ਵੀ ਤੁਸੀਂ ਆਪਦਾ ਪੈਸਾ ਬਚਿਆ ਇਹਦੇ ਵਿੱਚ ਪਾ ਦਿਓ। ਜੇ ਤੁਹਾਨੂੰ ਚਾਹੀਦਾ ਤੁਸੀਂ ਆਪਣੇ ਇਲਾਕੇ ਦਾ ਕੋਈ ਵੀਡੀਓ ਬਣਾ ਕੇ ਜਾਂ ਕੋਈ ਆਪਣਾ ਪ੍ਰੈਜੈਂਟੇਸ਼ਨ ਬਣਾ ਕੇ ਪ੍ਰੋਜੈਕਟ ਰਿਪੋਰਟ ਮੈਨੂੰ ਦੇ ਦਿਓ ਤੇ ਮੈਂ ਤੁਹਾਨੂੰ ਉਹਦੀ ਹੈਲਪ ਕਰਾਂਗਾ। ਤੁਸੀਂ ਸਾਰਾ ਪੈਸਾ ਉੱਥੋਂ ਓਬਲੈਸ ਤੋਂ ਚੱਕ ਸਕਦੇ ਹੋ ਵਿਦਆਊਟ ਐਨੀ ਇੰਟਰਸਟ। जबरदस्त ਤੁਸੀਂ जबरदस्त। ਆਪਣਾ ਏਰੀਆ, ਆਪਣਾ ਡਿਸਟ੍ਰਿਕਟ, ਆਪਣਾ ਤਹਿਸੀਲ, ਆਪਣਾ ਟਾਊਨ ਜਿਹੜਾ ਹੈ ਤੁਸੀਂ ਉਹ ਬੈਟਰ ਕਰ ਸਕਦੇ ਹੋ ਵਿਦ ਦ ਹੈਲਪ ਆਫ ਦਿਸ ਮਨੀ ਫਰੋਮ ਓਬਲੈਸ। ਓਬਲੈਸ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਚੇਂਜ ਕਰੇਗਾ ਨਹੀਂ ਪਤਾ, ਕਿਉਂਕਿ ਇੱਕ ਬਹੁਤ ਵਾਸਟ ਪਲੇਟਫਾਰਮ ਹੈ ਕਿ ਇਹਦੇ ਵਿੱਚ ਇਕੱਲਾ ਸਾਡੀ ਅਰਨਿੰਗ ਹੀ ਨਹੀਂ ਆਏਗੀ, ਇਹਦੇ ਵਿੱਚ ਕੁਝ ਇਹੋ ਜਿਹੇ ਅਰਬਾਂਪਤੀ ਲੋਕ ਵੀ ਨੇ ਜਿਹੜੇ ਖੁਦ ਵੀ ਦਾਨ ਦੇਣਗੇ, बिल्कुल ਉਹ ਵੀ ऐसा ही। ਓਬਲੈਸ 'ਚ ਪੈਸਾ ਹੋਏਗਾ। ਤਾਂ ਇਹ ਇੱਕ ਇਹੋ ਜਿਹਾ ਪ੍ਰੋਡਕਟ ਹੈ, ਸਭ ਤੋਂ ਵੱਡੀ ਜ਼ਿਆਦਾ ਜੋ ਰਿਵੋਲੂਸ਼ਨਰੀ ਚੇਂਜ ਲੋਕਾਂ ਦੀ ਜ਼ਿੰਦਗੀ 'ਚ ਲੈ ਕੇ ਆਏਗਾ ਉਹ ਓਬਲੈਸ ਲੈ ਕੇ ਆਏਗਾ। तो सही कह रहे हो, यानी ਇਹਦੇ ਤੇ ਹਿਊਮੈਨਿਟੀ ਤੇ ਇਹਦਾ ਬੜਾ ਇੰਪੈਕਟ ਪਏਗਾ ਇਹਦੇ ਆਉਣ ਤੋਂ Correct. ਬਾਅਦ, ਤੇ ਸਾਡੀ ਜਿਹੜੀ ਗੁਰਬਤ ਹੈ ਉਹ ਦੂਰ ਹੋਏਗੀ। ਜ਼ਬਰਦਸਤ ਜ਼ਬਰਦਸਤ। ਜੀ ਅੱਛਾ ਜੀ। ਸਾਧੂ ਜੀ ਇਹ ਦੱਸੋ ਕਿ ਬੁਰਜ ਖਲੀਫਾ 'ਚ ਜਿਹੜੀ 3 ਮਾਰਕੀਟਿੰਗ ਮਾਰਚ ਕੈਂਪੇਨ 3 ਮਾਰਚ ਨੂੰ ਜਿਹੜੀ ਮਾਰਕੀਟਿੰਗ ਕੈਂਪੇਨ ਸਟਾਰਟ ਹੋਈ ਸੀ ਬੁਰਜ ਖਲੀਫਾ ਦੁਬਈ 'ਚ, ਤੇ ਜੀ ਤੁਹਾਡਾ ਕੀ ਖਿਆਲ ਹੈ ਉਹਦੇ ਉਸ ਕੈਂਪੇਨ ਦੇ ਬਾਅਦ ਕੀ ਔਨ ਪੈਸੇ ਦਾ ਔਨ ਪੈਸੇ ਨੇ ਇੰਪੈਕਟ ਡਾਲਿਆ? क्या ਲੋਕਾਂ ਨੇ ਕੋਈ ਉਹਦੇ ਮਤਵੱਜਾ ਹੋਏ ਨੇ ਇਸ ਤਰਫ, ਜਾਂ ਤੁਸੀਂ ਕੀ ਸਮਝਦੇ ਹੋ? ਜੀ ਬਿਲਕੁਲ। ਦੇਖੋ ਜਿਹੜੀ ਮਾਰਕੀਟਿੰਗ ਹੁੰਦੀ ਹੈ ਜਾਂ ਜਿਹਨੂੰ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਜੋ, ਕਿਉਂਕਿ ਉਹ ਇੱਕ ਬੜਾ ਮਾਰਕੀਟਿੰਗ ਦਾ ਬੜਾ ਫੋਕਸ ਦਾ ਸੈਂਟਰ ਹੈ ਜੀ ਦੁਬਈ। ਜੀ ਤੇ ਦੁਬਈ ਦੇ ਵਿੱਚ ਨੰਬਰ 1 ਤੇ ਬੁਰਜ ਖਲੀਫਾ। ਜੀ ਔਰ ਬੁਰਜ ਖਲੀਫਾ ਵਿੱਚ ਇੱਕ ਦਫ਼ਤਰ ਖਰੀਦਣਾ, 2 ਮਾਲੇ ਲੈ ਲੇ 134 ਤੇ 151 ਨੰਬਰ, ਇਹ ਛੋਟੀ ਮੋਟੀ ਗੱਲ ਨਹੀਂ ਹੈ। ਬਿਲਕੁਲ ਪਹਿਲੀ ਗੱਲ ਤਾਂ ऐसे। ਇਹ ਬਹੁਤ ਵੱਡਾ ਇੱਕ ਰਿਪਲ ਇਫੈਕਟ ਹੈ ਕਿ ਯਾਰ ਦਿਸ ਇਜ਼ ਦ ਫਰਸਟ ਕੰਪਨੀ ਇਨ ਦਾ ਵਰਲਡ ਵਿਚ ਹੈਜ਼ ਐਕਵਾਇਰਡ 2 ਫਲੈਟਸ ਇਨ ਉਹਦੇ ਵਿੱਚ। ਅੱਛਾ, ਹੁਣ ਜਿਹੜਾ ਉਹਦੇ ਮਾਰਕੀਟਿੰਗ ਕੈਂਪੇਨ ਚੱਲਿਆ ਇਹਨਾਂ ਨੇ ਵੱਡੇ ਸਕਰੀਨ ਦੇ ਉੱਪਰ, ਹੁਣੇ ਮੈਂ ਆਉਣ ਤੋਂ ਪਹਿਲਾਂ ਰੋਬਰਟ ਟੈਂਟੂਲੋ, ਯੂ ਨੋ ਰੋਬਰਟ ਟੈਂਟੂਲੋ ਵੀ ਇੱਕ ਬੰਦਾ ਆਪਣਾ ਹੈ ਔਨ ਪੈਸੇ ਦਾ, ਉਹ ਕਦੇ ਕਦੇ ਯੂ ਆਰ ਮੋਟੀਵੇਸ਼ਨਲ ਕਰਕੇ ਉਹਦਾ ਇੱਕ ਆਰਟੀਕਲ ਆਉਂਦਾ ਡੇਲੀ ਆਉਂਦਾ ਹੈ, ਯੂ ਆਰ ਮੋਟੀਵੇਸ਼ਨ, ਉਹਦੇ ਅੱਜ ਹੁਣੇ ਉਹਨੇ ਲਿਖਿਆ ਸੀਗਾ। ਉਹ ਕਹਿੰਦਾ ਵੀ ਇਹਦਾ ਇੰਨਾ ਇਫੈਕਟ ਹੋਇਆ ਕਿ ਹੁਣ ਹਰੇਕ ਇਨਸਾਨ, ਚਲੋ ਆਪਣੇ ਦੇਸ਼ਾਂ ਦੀ ਗੱਲ ਛੱਡੋ ਥੋੜੀ ਜੀ, ਲੇਕਿਨ ਐਡਵਾਂਸ ਜਿਹੜੇ ਲੋਕ ਨੇ ਉਹ ਪੁੱਛਦੇ ਆ, ਬੜੇ ਸੀਰੀਅਸਲੀ ਪੁੱਛਦੇ ਆ ਕਿ ਵਾਟ ਇਜ਼ ਔਨ ਪੈਸਿਵ, ਵੀ ਹੈਵ ਹਰਡ ਅਬਾਊਟ ਔਨ ਪੈਸਿਵ। ਇਹ ਕਿੱਥੋਂ ਪਤਾ ਲੱਗਿਆ ਉਹਨਾਂ ਨੂੰ? ਇਹ ਬੁਰਜ ਖਲੀਫਾ ਤੋਂ ਤੇ ਦੁਬਈ ਐਡ ਤੋਂ ਪਤਾ ਲੱਗਿਆ ਉਹਨਾਂ ਨੂੰ ਕਿ ਇੱਕ ਇਹੋ ਜਿਹੀ ਕੰਪਨੀ ਆ ਰਹੀ ਹੈ, ਇੰਨੀ ਵੱਡੀ ਕੰਪਨੀ ਆ ਰਹੀ ਹੈ। ਉਹ ਕਹਿੰਦਾ ਵੀ ਦੇ ਪੀਪਲ ਆਰ ਆਸਕਿੰਗ ਵੈਰੀ ਸੀਰੀਅਸਲੀ ਵਾਟ ਇਜ਼ ਔਨ ਪੈਸਿਵ। ਤਾਂ ਇਹੋ ਜਿਹਾ ਇਫੈਕਟ ਉੱਥੇ ਪੈਦਾ ਹੋਇਆ। ਹਾਲਾਂਕਿ ਮੇਰੇ ਖਿਆਲ ਪੂਰੇ ਵਰਲਡ ਦੇ ਵਿੱਚ ਕੈਂਪੇਨ ਸ਼ੁਰੂ ਨਹੀਂ ਹੋਇਆ ਜ਼ਿਆਦਾ ਹਜੇ, ਬਿਲਕੁਲ ਦੁਬਈ ਵਾਲੀ ਗੱਲ ਹੀ ਕਰੀਏ। ਦੁਬਈ ਦੇ ਇਕੱਲੇ ਦੇ ਨਾਲ ਹੀ ਬੁਰਜ ਖਲੀਫੇ ਦੇ ਨਾਲ ਵੀ ਇੰਨਾ ਇੰਪੈਕਟ ਪੈ ਗਿਆ ਕਿ ਹੁਣ ਐਵਰੀਬੋਡੀ ਇਨ ਇੰਟਾਇਰ ਵਰਲਡ ਦੇ ਨੋ ਐਜੂਕੇਟਡ ਪੀਪਲ ਆਰ ਆਸਕਿੰਗ ਵਟ ਦ ਔਨ ਪੈਸਿਵ ਇਜ਼, ਇਟਸ ਵੈਰੀ ਸੀਰੀਅਸਲੀ, ਬਹੁਤ ਸੀਰੀਅਸਲੀ ਪੁੱਛਦੇ ਨੇ ਉਹ। ਓਕੇ ਜ਼ਬਰਦਸਤ। ਬਲਕਿ ਹੁਣ ਰੀਸੈਂਟਲੀ ਮਿਸਟਰ ਐਸ਼ ਨੇ ਦੱਸਿਆ ਸੀ ਲੋਕੀ ਉੱਥੇ ਬਲੌਗਿੰਗ ਕਰ ਰਹੇ ਨੇ, ਫਿਲਮਿੰਗ ਕਰ ਰਹੇ ਨੇ, ਯਾਨੀ ਔਨ ਪੈਸੇ ਤੋਂ ਸਟੈਚੂ ਦੀ ਤਰ੍ਹਾਂ ਇੱਕ ਜਗ੍ਹਾ ਖੜਾ, ਯਾਨੀ ਉਹਨੇ ਕੋਈ ਗੱਲ ਵਾਲੀ ਹਰਕਤ ਨਹੀਂ ਕੀਤੀ, ਲੇਕਿਨ ਲੋਕ ਹੂੰ ਇਹਦੀ ਤਰ੍ਹਾਂ ਮੁਤਵੱਜਾ ਹੋ ਗਏ, ਬ੍ਰਾਂਡ ਇੰਟਰੋਡਿਊਸ ਹੋਇਆ ਤੇ ਤਾਂ ਕਾਫੀ ਇੰਪੈਕਟ ਯੈਸ ਪਿਆ। ਤੇ ਉਹ ਬਿਲਕੁਲ ਬਹੁਤ। ਸਟ੍ਰੈਟਜੀ ਨਾਲ ਚੱਲ ਰਹੇ ਨੇ ਤੇ ਬਿਲਕੁਲ ਜ਼ਬਰਦਸਤ ਕਰ ਰਹੇ ਨੇ। ਅੱਛਾ ਜੀ, ਜਿਹੜੇ ਇਵੈਂਟਸ ਕੁਝ ਯੂਕੇ ਐਂਡ ਆਇਰਲੈਂਡ ਦਾ ਹੋਇਆ, ਜਰਮਨੀ ਦਾ ਇਵੈਂਟਸ ਹੋਇਆ, ਕੁਝ ਆਇੰਦਾ ਆਉਣ ਵਾਲੇ ਇਵੈਂਟਸ ਆ ਰਹੇ ਨੇ, ਉਹਦੇ ਬਾਰੇ ਚ ਕੋਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਦੇਖੋ, ਇਹ ਜਿਹੜੇ ਇਵੈਂਟਸ ਨੇ ਆਰਗੇਨਾਈਜ਼ ਕੀਤੇ, ਸਪੈਸ਼ਲੀ ਜਿਹੜਾ ਪਿੱਛੇ ਜਰਮਨੀ ਐਂਡ ਮੇਰੇ ਖਿਆਲ ਆਇਰਲੈਂਡ 'ਚ ਕੀਤਾ ਸੀਗਾ, ਜੀ ਤਾਂ ਉਹਦਾ ਵੀ ਆਇਰਲੈਂਡ ਬੜਾ, यूके ਚ ਕੀਤਾ ਸੀ, यूके ਚ ਇੱਕ यूके ਚ ਹੋਇਆ ਸੀ। ਯੂਕੇ, ਹਾਂ ਯੂਕੇ ਐਂਡ ਐਕਚੁਅਲੀ ਜਰਮਨੀ। यूके ਐਂਡ ਆਇਰਲੈਂਡ ਇਵੈਂਟ ਇਕੱਠਾ ਹੋਇਆ ਸੀ, ਯਾਨੀ ਲੋਕ ਉਹਨਾਂ ਦੇ ਜਿਹੜੇ ਲੀਡਰ ਸੀ ਇੱਕ ਹੀ ਜਗ੍ਹਾ ਇਕੱਠੇ ਹੋਏ ਸੀ, ਇਸ ਵਾਸਤੇ ਉਹਨਾਂ ਨੇ यूके ਆਇਰਲੈਂਡ ਹਾਂ ਤੇ ਉਹ ਜਿਹੜਾ ਜਰਮਨੀ ਵਿੱਚ ਉਹ ਐਨਜੇ ਹੈਨ ਦੀ ਲੇਡੀ ਜਿਹੜੀ ਸੀ ਉਹਨੇ ਕਰਾਇਆ ਸੀ ਮੇਰੇ ਖਿਆਲ। ਜੀ ਜੀ ਤੇ ਬਿਲਕੁਲ, ਮੈਂ ਉੱਥੇ ਪੈਨਲ ਤੇ ਵੀ ਸੀ, ਤੁਸੀਂ ਅਗਰ ਵੇਖਿਆ ਹੋਵੇ ਤੇ ਹਾਂ ਮੈਂ ਦੇਖਿਆ ਸੀ, ਯੈਸ ਉਸ ਦਿਨ ਮੈਂ ਦੇਖ ਰਿਹਾ ਸੀ ਉਹਨੂੰ ਪੂਰਾ।
ਤੇ ਉਹ ਦੇਖੋ ਉਹ ਇਸ ਤਰ੍ਹਾਂ ਦੀ ਜਿੰਨੀ ਵੀ ਇਵੈਂਟਸ ਹੁੰਦੀਆਂ ਨੇ ਪਲਾਨ ਕਰਕੇ ਜਾਂ ਪ੍ਰੋਜੈਕਟ ਕਰਕੇ ਜਾਂ ਉਹਦੀ ਵੈਲ ਪਲਾਨ ਕੀਤੀ ਹੋਣੀ ਤੇ ਉਹਦਾ ਵੀ ਇੱਕ ਅਸਰ ਹੁੰਦਾ ਕਿਉਂਕਿ ਉਹ ਜਰਮਨੀ ਵਿੱਚ ਹੋ ਸਕਦਾ ਹੈ ਪਹਿਲਾਂ ਉਹਨਾਂ ਜ਼ਿਆਦਾ ਲੋਕਾਂ ਨੂੰ ਨਹੀਂ ਸੀ ਪਤਾ ਕਿ ਵਾਟ ਇਜ਼ ਔਨ ਪੈਸਿਵ, ਲੇਕਿਨ ਜੋ ਆਰਗੇਨਾਈਜ਼ ਕੀਤੀ ਉਹ ਇਵੈਂਟ ਕਿੰਨੇ ਲੋਕ ਉੱਥੇ ਫਿਜ਼ੀਕਲੀ ਆਏ, ਸ਼ਾਇਦ ਉਹਨਾਂ ਨੇ ਵਿੱਚੋਂ ਬਹੁਤ ਜੁਆਇਨ ਵੀ ਨਹੀਂ ਕੀਤੇ ਹੋਣਗੇ, ਉਸ ਤੋਂ ਬਾਅਦ ਜੁਆਇਨ ਕਰ ਲਿਆ ਹੋਵੇਗਾ ਤੇ ਉਹਨਾਂ ਲੋਕਾਂ ਨੇ ਅੱਗੇ ਜਾ ਕੇ ਕਿੰਨੀ ਗੱਲ ਕੀਤੀ ਹੋਏਗੀ ਵੀ ਔਨ ਪੈਸਿਵ ਦੇ ਬਾਰੇ ਅਸੀਂ ਅੱਜ ਇੱਕ ਇਵੈਂਟ ਅਟੈਂਡ ਕਰਕੇ ਆਏ ਹਾਂ। ਇਸੇ ਤਰ੍ਹਾਂ ਹਰ ਕੰਟਰੀ ਦੇ ਵਿੱਚ ਜਦੋਂ ਇਵੈਂਟ ਹੋਏਗਾ ਤਾਂ ਕਿੰਨਾ ਪੋਜ਼ਿਟਿਵ ਇੰਪੈਕਟ ਉਹਦਾ ਹੋਏਗਾ ਪੂਰੀ ਦੁਨੀਆ ਵਿੱਚ। ਜਿਸ ਤਰ੍ਹਾਂ ਆਪਣੇ ਸਾਡੇ ਇੰਡੀਆ 'ਚ ਹੋਣਾ ਸੀ ਪਿੱਛੇ, ਉਹ ਤੁਹਾਨੂੰ ਪਤਾ ਚੱਲਿਆ ਸੀ ਹੰਗਾਮਾ, ਪਿੱਛੇ ਰੋਕ ਦਿੱਤਾ ਗਿਆ। ਤਾਂ ਸਿਮਿਲਰਲੀ ਕਿਉਂਕਿ ਇੰਡੀਆ ਦੀ ਪਾਪੂਲੇਸ਼ਨ 140 ਕਰੋੜ ਹੈ ਤਾਂ ਉਹ रोकती, लेकिन 140 करोड़ ਨੂੰ ਹੀ ਪਤਾ ਲੱਗ ਜਾਣਾ ਸੀਗਾ ਕਿ ਵੀ ਔਨ ਪੈਸਿਵ ਕੀ ਹੈ ਭਾਈ, ਇਹ ਲੋਕ ਬੈਨਰ ਲਗਾ ਰਹੇ, ਇਹ ਕੀ ਕਰ ਰਹੇ, ਕੀ ਹੈ, ਤਾਂ ਕਿੰਨਾ ਉਹਦਾ ਪੋਜ਼ਿਟਿਵ। ਇਸ ਤਰ੍ਹਾਂ ਦੀ ਜੋ ਇਵੈਂਟ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ ਇਹਨਾਂ ਦਾ ਆਪਣਾ ਇੱਕ ਪੋਜ਼ਿਟਿਵ ਇੰਪੈਕਟ ਹੁੰਦਾ ਹੈ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਹੁੰਦਾ ਔਰ ਸਪਰੈਡ ਹੁੰਦਾ ਹੈ। ਬਿਲਕੁਲ ਜ਼ਬਰਦਸਤ ਜ਼ਬਰਦਸਤ। ਤੇ ਲਾਸਟ ਕੁਐਸਚਨ ਹੈ ਕਿ ਹੁਣ ਤੁਹਾਨੂੰ ਪਤਾ ਹੈ ਕਿ ਫਾਊਂਡਰਸ਼ਿਪ ਹਮੇਸ਼ਾ ਵਾਸਤੇ ਕਲੋਜ਼ ਹੋ ਚੁੱਕੀ ਹੈ ਜੀ ਤੇ ਹੁਣ ਕੋਈ ਵੀ ਫਾਊਂਡਰ ਨਹੀਂ ਬਣ ਸਕੇਗਾ ਤੇ ਨੈਕਸਟ ਤੁਸੀਂ ਕੀ ਵੇਖਦੇ ਹੋ ਅੱਗੇ ਅੱਗੇ ਕੀ ਹੋਏਗਾ? ਯਾਨੀ ਦੇਖੋ ਜੀ, ਤੁਸੀਂ 5 ਸਾਲ ਹੁਣ ਬਾਅਦ ਪੈਸਿਵ, ਹੁਣ ਦੀ ਗੱਲ ਕਰ ਰਹੇ ਹਾਂ, ਹੁਣ ਤੁਸੀਂ ਹਾਂ ਕੀ ਹੁਣ ਵੇਖਦੇ ਦੀ ਦੇਖੋ, ਹੁਣ ਇਹ ਹੈ ਵੀ ਜਿਹੜਾ ਹੁਣ ਆਪਾਂ ਨੂੰ ਪਤਾ ਹੈ ਕਿ ਫੋਨ ਪੈਸਿਵ ਦੀ ਫਾਊਂਡਰਸ਼ਿਪ ਬੰਦ ਹੋ ਚੁੱਕੀ ਹੈ, ਲੇਕਿਨ 2 ਆਪਸ਼ਨਸ ਆਰ ਸਟਿਲ ਓਪਨ। ਔਰ ਇੱਕ ਐਸ ਨੇ ਥੋੜਾ ਜਿਹਾ ਆਪਣਾ ਇਹ ਜੋ ਲੋਕਾਂ ਕੋਲ ਪੈਂਡਿੰਗ ਸੀਗੀਆਂ ਉਹ ਉਹਨਾਂ ਨੇ ਇੱਕ ਆਪਾਂ ਨੂੰ ਆਪਸ਼ਨ ਦੇ ਦਿੱਤਾ ਕਿ ਪੈਂਡਿੰਗ ਅਗਰ ਜੇ ਕੋਈ ਨਵਾਂ ਬੰਦਾ ਜੀ ਜੁਆਇਨ ਕਰਨਾ ਚਾਹੁੰਦਾ ਤੁਸੀਂ ਉਹਦੀ ਪੈਂਡਿੰਗ ਆਈਡੀ ਉਹਨੂੰ ਦੇ ਸਕਦੇ ਹੋ। ਜੀ ਬਿਲकुल ਪਹਿਲਾਂ ਤਾਂ ਇਹ ਹੋ ਗਿਆ। ਨੰਬਰ 2, ਹੁਣ ਇੱਕ ਹੋਰ ਲਿੰਕ ਹਜੇ ਨਹੀਂ ਆਇਆ, ਮੇਰੇ ਖਿਆਲ ਐਸ਼ ਦੇਗਾ ਆਪਾਂ ਨੂੰ ਜਦੋਂ ਲਾਂਚਿੰਗ ਦੇ ਕੋਲ ਦੇਗਾ ਜਾਂ ਕਦੋਂ ਦੇਗਾ, ਜਿਹਦੇ ਵਿੱਚ ਫਾਊਂਡਰਸ ਐਂਡ ਰੀਸੈਲਰ ਬਣ ਸਕਣਗੇ। अच्छा ਹੁਣ ਜਿਹੜੇ ਫਾਊਂਡਰਸ ਦੀ ਜੋ ਐਕਸਕਲੂਸਿਵ ਬੈਨੀਫਿਟਸ ਫਾਊਂਡਰਸ ਨੂੰ ਮਿਲਨੇ ਸੀ ਉਹ ਤੱਕ ਕਲੋਜ਼ ਹੋ ਗਏ ਨੇ। ਉਹਦਾ 14,55,790 ਕਿੰਨੇ 93 ਜੀ ਜੀ ਉਹ ਉਹਨਾਂ ਨੂੰ ਉਹ ਤਾਂ ਦੋਜ਼ ਵਿਲ ਰਿਮੇਨ, ਉਹਨਾਂ ਡਿਕਰੀਜ਼ ਹੋ ਜਾਣਗੇ, ਕੱਟ ਹੋ ਜਾਣਗੇ ਤੇ ਉਹ ਡਿਕਰੀਜ਼ ਹੋਣਗੇ। ਬਿਲकुल ਉਹ बिल्कुल ਡਿਕਰੀਜ਼ ਹੋਣਗੇ, ਕਿਉਂ ਹੋਣਗੇ? ਕਿਉਂਕਿ ਜਿਹੜੇ ਪੈਂਡਿੰਗ ਹੈ ਮੇਰੇ ਖਿਆਲ 'ਚ ਥੋੜੇ ਦਿਨਾਂ ਬਾਅਦ ਪੈਂਡਿੰਗ ਪੋਜੀਸ਼ਨ ਬੰਦ ਕਰਦੇ ਆ, ਐਬੋਲਿਸ਼ ਕਰ ਦੂਗਾ, ਡਿਲੀਟ ਕਰ ਦੂਗਾ। बिल्कुल ऐसे ਤਾਂ ऐसे ਫਿਰ ਐਕਚੁਅਲੀ 10-11 ਲੱਖ ਲੋਕ ਰਹਿ ਜਾਣਗੇ ਮੇਰੇ ਖਿਆਲ 'ਚ। बिल्कुल ਕਿਉਂਕਿ वो ਕੱਲ पता ਮੈਨੂੰ नहीं ਕਿਤੇ कुछ ਪਤਾ ਲੱਗਿਆ कुछ ਹੈ ਵੀ लोग ਕਈਆਂ 2 ਕੋਲ लाख कहते 300। हैं असल कुछ हर बंदे दी अपनी इमेजिनेशन है, अपना अपना यानी गैस है, तो पता चल जाएगा सानू। ते साधु जी आखिर च कोई पाकिस्तानी फाउंडर वास्ते कोई मैसेज होवे? ਪਾਕਿਸਤਾਨੀ ਫਾਊਂਡਰ ਵਾਸਤੇ ਮੈਸੇਜ ਇਹ ਹੈ ਜੀ, ਅਗਰ ਅੱਜ ਤੱਕ ਲੋਕਾਂ ਨੇ ਸੁਣ ਕੇ ਇਸ ਤੁਸੀਂ ਇੰਨੇ ਵੈਬਿਨਾਰ ਅਟੈਂਡ ਕਰ ਆਰਗੇਨਾਈਜ਼ ਕਰ ਰਹੇ ਹੋ ਪਾਕਿਸਤਾਨ 'ਚ, ਯੂ ਆਰ ਡੂਇੰਗ ਅ ਗ੍ਰੇਟ ਜੌਬ ਇਨ ਪਾਕਿਸਤਾਨ। ਤੇ ਮੈਂ ਵੀ 15-20 ਬੰਦੇ ਸੀ ਪਾਕਿਸਤਾਨ ਦੇ, ਬਹੁਤ ਵਾਰੀ ਉਹਨਾਂ ਨੂੰ ਮੈਂ ਕੋਸ਼ਿਸ਼ ਕੀਤੀ ਹੈ ਲੇਕਿਨ ਦੇ ਨੈਵਰ ਬੋਦਰਡ ਅਬਾਊਟ ਟੂ ਅਟੈਂਡ ਦ ਮੀਟਿੰਗ। ਲੇਕਿਨ ਫਿਰ ਵੀ ਅਗਰ ਅੱਜ ਉਹ ਸਾਡੀ ਗੱਲ ਸੁਣਨ ਜਾਂ ਅੱਗੇ ਸੁਣਨ ਤਾਂ ਮੈਨੂੰ ਉਹਨੂੰ ਕਹਿਣ ਦਾ ਵੀ ਤੁਸੀਂ ਇਹ ਇੱਕ ਇਹੋ ਜਿਹਾ ਮੌਕਾ ਹੱਥ ਆਇਆ ਹੈ ਦੋਸਤੋ, ਆਪਣੀ ਜ਼ਿੰਦਗੀ ਨਾ ਗਵਾਓ। ਆਪਣੀ ਜ਼ਿੰਦਗੀ ਅਗਰ ਬਣਾਉਣੀ ਹੈ ਤਾਂ ਤੁਸੀਂ ਆਪਣੇ ਫਾਈਨੈਂਸ਼ੀਅਲ ਫਰੀडम ਮੈਥੋਂ ਅਚੀਵ ਕਰ ਸਕਦੇ ਹੋ। ਅਗਰ ਤੁਸੀਂ ਇਹਦੇ ਰੀਸੈਲਰ ਤੇ ਕਸਟਮਰ ਬਣ ਕੇ ਹਜੇ ਵੀ ਮੌਕਾ ਬਹੁਤ ਹੈ। ਇਸ ਕੰਪਨੀ ਦਾ ਤੁਸੀਂ ਆਪਣਾ ਜੋ ਕੁਝ ਚੈੱਕ ਕਰਨਾ ਚੈੱਕ ਕਰੋ, ਕਿੰਨਾ ਪੋਜ਼ਿਟਿਵ ਵਰਲਡ ਦੇ ਵਿੱਚ ਇੰਪੈਕਟ ਹੋ ਚੁੱਕਿਆ ਹੈ। ਇਹਦੀ ਇੱਕ ਅੱਧਾ ਕੋਈ ਵੈਬਿਨਾਰ ਅਟੈਂਡ ਕਰੋ, ਉਸ ਤੋਂ ਬਾਅਦ ਵਿੱਚ ਤੁਸੀਂ ਅਗਰ ਜੇ ਹੁਣ ਤੱਕ ਇਸ ਨੂੰ ਜੁਆਇਨ ਨਹੀਂ ਕੀਤਾ ਤਾਂ ਇਨ ਦਾ ਫਿਊਚਰ ਯੂ ਕੈਨ ਜੁਆਇਨ ਇਟ ਐਜ਼ ਫਾਊਂਡਰ ਐਂਡ ਰੀਸੈਲਰ ਐਂਡ ਕਸਟਮਰ, ਤੇ ਫਿਰ ਵੀ ਉਹਨਾਂ ਹੀ ਬੈਨੀਫਿਟ ਲੈ ਸਕਦੇ ਹੋ। ਆਪਣੀ ਜ਼ਿੰਦਗੀ ਵਿੱਚ ਉਹ ਸਾਰੇ ਤੁਸੀਂ ਡ੍ਰੀਮਸ ਫੁੱਲਫਿਲ ਕਰ ਸਕਦੇ ਹੋ। ਇਹ ਨਵੇਂ ਬੰਦਿਆਂ ਵਾਸਤੇ ਮੇਰੀ ਐਡਵਾਈਸ ਹੈ। ਜ਼ਬਰਦਸਤ ਸਾਧੂ ਜੀ, ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ। इंशाल्लाह ਅਸੀਂ ਨੈਕਸਟ ਕਿਸੇ ਵੈਬਿਨਾਰ ਜਾਂ ਇੰਟਰਵਿਊ ਮੁਲਾਕਾਤ ਹੋਏਗੀ इंशाल्लाह। तो अल्लाह हाफिज, बाय बाय। ਥੈਂਕ ਯੂ ਜੀ, ਥੈਂਕ ਯੂ ਜੀ।